ਵਿਕਰਮ ਮਜੀਠੀਆ ਨੂੰ ਵੱਡੀ ਰਾਹਤ, ਜੇਲ੍ਹ ਤੋਂ ਆਉਣ ਕੇ ਬਾਹਰ ਹਾਈ ਕੋਰਟ ਨੇ ਮਜੀਠੀਆ ਨੂੰ ਦਿੱਤੀ ਜ਼ਮਾਨਤ। 5.5 ਮਹੀਨੇ ਬਾਅਦ ਹੁਣ ਹੀ ਰਿਹਾਈ। ਵਿਕਰਮ ਮਜੀਠੀਆ ਨੂੰ ਅਦਾਲਤ ਤੋਂ ਮਿਲੀ ਰਾਹਤ ਤੇ ਸਮਰਥਕਾਂ ਨੇ ਮਨਾਇਆ ਜਸ਼ਨ। ਮਜੀਠਾ ਦੇ ਵਿੱਚ ਇੱਕ ਦੂਜੇ ਨੂੰ ਖਵਾਏ ਲੱਡੂ, ਢੋਲ ਦੀ ਥਾਪ ਦੇ ਉੱਤੇ ਭੰਗੜਾ ਵੀ। ਅਕਾਲੀ ਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਬੋਲਿਆ ਵੱਡਾ ਹਮਲਾ। ਕਿਹਾ ਪਿਛਲੀ ਤੇ ਮੌਜੂਦਾ ਸਰਕਾਰ ਨੇ ਲਗਾਇਆ ਅੱਡੀ ਚੋਟੀ ਦਾ ਜ਼ੋਰ, ਪਰ ਮਜੀਠੀਆ ਦੇ ਖਿਲਾਫ ਨਹੀਂ ਪੇਸ਼ ਕਰ ਸਕੇ ਕੋਈ ਸਬੂਤ। ਮਜੀਠੀਆ ਨੂੰ ਜ਼ਮਾਨਤ ਮਿਲਣ ਤੇ ਕਾਂਗਰਸ ਨੇ ਘੇਰੀ ਆਮ ਆਦਮੀ ਪਾਰਟੀ। ਕਿਹਾ ਆਮ ਆਦਮੀ ਪਾਰਟੀ ਸਰਕਾਰ ਨੇ ਮਜ਼ਬੂਤੀ ਦੇ ਨਾਲ ਨਹੀਂ ਕੀਤੀ ਕੇਸ ਦੀ ਪੈਰਵੀ। ਅਕਾਲੀ ਦਲ ਦੇ ਨਾਲ ਭੁਗਤ ਦੇ ਵੀ ਇਲਜ਼ਾਮ। ਆਮ ਆਦਮੀ ਪਾਰਟੀ ਦਾ ਅਕਾਲੀ ਦਲ ਤੇ ਪਲਟਵਾਰ। ਕਿਹਾ ਜਸ਼ਨ ਨਾ ਮਨਾਵੇ ਅਕਾਲੀ ਦਲ, ਜ਼ਮਾਨਤ ਮਿਲਣ ਦਾ ਮਤਲਬ ਦੋਸ਼ ਮੁਕਤ ਹੋਣਾ ਨਹੀਂ ਹੁੰਦਾ। ਫਰੀਦਕੋਟ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ 2 ਦਿਨ ਦਾ ਰਿਮਾਂਡ। ਗੁਰਲਾਲ ਪਹਿਲਵਾਨ ਕਤਲ ਕੇਸ ਦੇ ਵਿੱਚ ਹੋਵੇਗੀ ਪੁੱਛ ਪੜਤਾਲ। ਕੋਟਕਪੂਰਾ ਦੇ ਵਿੱਚ ਕਾਰੋਬਾਰੀ ਤੋਂ 50 ਲੱਖ ਮੰਗਣ ਦੇ ਮਾਮਲੇ 'ਚ ਵੀ ਹੋਣਗੇ ਸਵਾਲ ਜਵਾਬ। ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮੋਗਾ ਪੁਲਿਸ ਨੂੰ ਮਿਲਿਆ ਟ੍ਰਾਂਜ਼ਿਟ ਰਿਮਾਂਡ। ਡਿਪਟੀ ਮੇਅਰ ਦੇ ਭਰਾ ਦੇ ਉੱਤੇ ਹਮਲੇ ਦੇ ਮਾਮਲੇ 'ਚ ਹੋਵੇਗੀ ਪੁੱਛਗਿੱਛ। ਇਸ ਮਾਮਲੇ 'ਚ ਲਾਰੈਂਸ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ ਮੋਗਾ ਪੁਲਿਸ। ਫਿਰੋਜ਼ਪੁਰ ਦੇ ਵਿੱਚ ਹਾਈ ਲੈਵਲ ਮੀਟਿੰਗ ਕਰ ਰਹੇ ਡੀਜੀਪੀ ਗੌਰਵ ਯਾਦਵ ਬੋਲੇ ਪੰਜਾਬ ਪੁਲਿਸ ਨੇ ਤਾਂ ਅੱਤਵਾਦ ਕਰ ਦਿੱਤਾ ਸੀ ਖਤਮ। ਇਹ ਗੈਂਗਸਟਰ ਕੀ ਚੀਜ਼ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਧਮਕੀ। ਗੋਲਡੀ ਬਰਾੜ ਦੇ ਨਾਮ ਦੇ ਉੱਤੇ ਆਏ ਕਈ ਫੋਨ। 25 ਲੱਖ ਦੀ ਮੰਗੀ ਰੰਗਦਾਰੀ, ਮੂਸੇਵਾਲਾ ਵਰਗਾ ਹੱਲ ਕਰਨ ਦੀ ਧਮਕੀ। ਤਰਨਤਾਰਨ ਦੇ ਵਿੱਚ ਫੜੇ ਗੁਰਵਿੰਦਰ ਬਾਬਾ ਦਾ ਪਾਕਿਸਤਾਨ ਦੇ ਨਾਲ ਕਨੈਕਸ਼ਨ ਆਇਆ ਸਾਹਮਣੇ। ਅੱਤਵਾਦੀ ਲਖਬੀਰ ਰੋਡੇ ਤੇ ਹਰਵਿੰਦਰ ਰਿੰਦਾ ਦੇ ਨਾਲ ਜੁੜੇ ਤਾਰ ਕੱਲ ਵੱਡੀ ਮਾਤਰਾ ਦੇ ਵਿੱਚ ਮਿਲੇ ਸਨ। ਘਾਤਕ ਹਥਿਆਰ ਅਤੇ 36 ਲੱਖ ਦੀ ਹੋਈ ਸੀ ਡਰੱਗ ਮਨੀ ਬਰਾਮਦ। ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਈ ਸਫ਼ਰ ਤੇ ਜਾਣਕਾਰੀ ਦੇਣ ਤੋਂ ਹਵਾਬਾਜ਼ੀ ਵਿਭਾਗ ਦਾ ਇਨਕਾਰ। ਆਰਟੀਏ ਦੇ ਜ਼ਰੀਏ ਮੰਗੀ ਗਈ ਸੀ ਜਾਣਕਾਰੀ। ਸੁਰੱਖਿਆ ਦਾ ਹਵਾਲਾ ਦੇ ਕੇ ਜਾਣਕਾਰੀ ਦੇਣ ਤੋਂ ਕੀਤਾ ਗਿਆ ਇਨਕਾਰ। ਅੰਦੋਲਨ ਦੌਰਾਨ ਟ੍ਰੇਨਾਂ ਰੋਕਣ ਵਾਲੇ ਕਿਸਾਨਾਂ ਤੇ ਦਰਜ ਪਰਚੇ ਹੋ ਸਕਦੇ ਨੇ ਰੱਦ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਲ ਮੁਲਾਕਾਤ ਕਰ ਸੀਐਮ ਮਾਨ ਨੇ ਚੁੱਕਿਆ ਮੁੱਦਾ। ਦਿੱਲੀ ਦੇ ਜੰਤਰ ਮੰਤਰ ਤੇ ਧਰਨੇ ਤੇ ਬੈਠੇ ਸੰਸਦ ਸਿਮਰਨਜੀਤ ਸਿੰਘ ਮਾਨ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਕਰ ਰਹੇ ਨੇ ਮੰਗ। ਕਪੂਰਥਲਾ ਚ ਨਾਲੇ ਚ ਡਿੱਗੇ ਮਾਸੂਮ ਦਾ ਅਜੇ ਤੱਕ ਨਹੀਂ ਲੱਗ ਸਕਿਆ ਕੁਝ ਪਤਾ। ਕੱਲ ਤੋਂ ਜਾਰੀ ਹੈ ਰੈਸਕਿਊ ਆਪਰੇਸ਼ਨ। ਸੀਵਰੇਜ ਦੇ ਨਾਲੇ ਦੇ ਵਿੱਚ ਡਿੱਗਿਆ ਸੀ 2 ਸਾਲ ਦਾ ਬੱਚਾ। ਜਲੰਧਰ ਦੇ ਵਿੱਚ ਨਿਹੰਗਾਂ ਨੇ ਗੁਰਦੁਆਰੇ ਦੇ ਪ੍ਰਧਾਨ ਦੀ ਕੀਤੀ ਜੰਮ ਕੇ ਕੁੱਟਮਾਰ। ਜ਼ਮੀਨ ਤੇ ਲੰਮਾ ਪਾ ਕੇ ਕੁੱਟਿਆ। ਗੁਰੂ ਘਰ ਆਉਣ ਵਾਲੀਆਂ ਕੁੜੀਆਂ ਦੇ ਨਾਲ ਛੇੜਛਾੜ ਦਾ ਲੱਗਿਆ ਸੀ ਇਲਜ਼ਾਮ। ਮੋਗਾ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ। ਮੋਟਰਸਾਈਕਲ ਤੇ ਜਾ ਰਹੇ ਭਰਾ ਭੈਣ ਨੂੰ ਨਿੱਜੀ ਬੱਸ ਨੇ ਮਾਰੀ ਟੱਕਰ। ਭਰਾ ਦੀ ਮੌਕੇ ਤੇ ਹੀ ਮੌਤ। ਨਵਾਂ ਸ਼ਹਿਰ ਦੇ ਚੱਕਦਾਣਾ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ। ਬੇਕਾਬੂ ਫਾਰਚੂਨਰ ਨੇ ਨੌਜਵਾਨ ਨੂੰ ਦਰੜਿਆ। ਮਹਿਲਾ ਨੂੰ ਮਾਰੀ ਟੱਕਰ। ਨੌਜਵਾਨ ਨੇ ਤੋੜਿਆ ਦਮ। ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ। ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਇਹ ਦਿਨ ਦੀ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ। ਮਾਝੇ ਦਾ ਜਰਨੈਲ ਜਿਸ ਨੂੰ ਅਕਾਲੀ ਦਲ ਦਾ ਕਿਹਾ ਜਾਂਦਾ ਹੈ, ਵਿਕਰਮ ਮਜੀਠੀਆ, ਜੋ 165 ਦਿਨਾਂ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਤੇ ਹੁਣ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਵੱਡੀ ਖਬਰ ਅੱਜ ਦੇ ਦਿਨ ਦੀ ਹਾਈ ਕੋਰਟ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਜ਼ਮਾਨਤ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਗਿਆ ਸੀ ਵਿਕਰਮ ਮਜੀਠੀਆ ਦੇ ਉੱਤੇ ਦਸੰਬਰ ਦੇ ਵਿੱਚ, ਜਦੋਂ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੇ ਵਿੱਚ। ਤੇ ਹੁਣ ਵਿਕਰਮ ਮਜੀਠੀਆ ਨੂੰ, ਕਿਉਂਕਿ 24 ਫਰਵਰੀ ਨੂੰ ਵਿਕਰਮ ਮਜੀਠੀਆ ਨੇ ਸਰੈਂਡਰ ਕੀਤਾ, ਉਸ ਤੋਂ ਬਾਅਦ ਤੋਂ ਜੇਲ੍ਹ ਦੇ ਵਿੱਚ ਨੇ ਲਗਾਤਾਰ। ਤੇ ਹੁਣ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਕੁਝ ਹੀ ਘੰਟਿਆਂ ਦੇ ਵਿੱਚ ਬਾਹਰ ਆ ਜਾਣਗੇ। ਜੋ ਜਾਣਕਾਰੀ ਹੈ ਕਿ ਕਰੀਬ 3 ਵਜੇ ਵਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆ ਜਾਣਗੇ। ਉਹਨਾਂ ਦੀ ਜ਼ਮਾਨਤ ਤੋਂ ਬਾਅਦ ਜਿਹੜੀ ਕਾਗਜ਼ੀ ਕਾਰਵਾਈ ਹੁੰਦੀ ਹੈ ਉਹ ਪੂਰੀ ਹੋਣ ਤੋਂ ਬਾਅਦ ਜਲਦ ਵਿਕਰਮ ਮਜੀਠੀਆ ਬਾਹਰ ਆਣਗੇ। ਅਕਾਲੀ ਦਲ ਦਾ ਇੱਕ ਵੱਡਾ ਨਾਮ ਵਿਕਰਮ ਮਜੀਠੀਆ, ਜੋ ਮੌਜੂਦਾ ਸਮੇਂ ਦੇ ਵਿੱਚ ਵਿਧਾਇਕ ਨਹੀਂ ਨੇ, ਪਰ ਵਿਕਰਮ ਮਜੀਠੀਆ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਨਾਮ ਜ਼ਰੂਰ ਰੱਖਦੇ ਨੇ। ਤੇ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ। ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ। ਡਬਲ ਬੈਂਚ ਨੇ ਫੈਸਲਾ ਸੁਣਾਇਆ। ਜਸਟਿਸ MS ਰਾਓ ਚੰਦਰ ਰਾਓ
ਰਾਮਚੰਦਰ ਰਾਓ ਅਤੇ ਸੁਰੇਸ਼ਵਰ ਠਾਕੁਰ ਦੀ ਬੈਂਚ ਦੇ ਵੱਲੋਂ ਇਹ ਫੈਸਲਾ ਲਿਆ ਗਿਆ। 24 ਫਰਵਰੀ ਨੂੰ ਜੇਲ੍ਹ ਦੇ ਵਿੱਚ ਬੰਦ ਨੇ। 24 ਫਰਵਰੀ ਤੋਂ ਵਿਕਰਮ ਮਜੀਠੀਆ ਔਰ 5.5 ਮਹੀਨੇ ਬਾਅਦ ਜਾ ਕੇ ਜ਼ਮਾਨਤ ਮਿਲੀ। ਐਨਡੀਪੀਐਸ ਦਾ ਮਾਮਲਾ ਤੁਹਾਨੂੰ ਯਾਦ ਹੋਏਗਾ, 49 ਪੰਨਿਆਂ ਦੀ ਇੱਕ ਪਰਚਾ, ਇੱਕ FIR ਦਰਜ ਕੀਤੀ ਗਈ ਸੀ ਵਿਕਰਮ ਮਜੀਠੀਆ ਦੇ ਉੱਤੇ, ਔਰ ਜਿਹੜੀ STF ਦੀ ਰਿਪੋਰਟ ਸੀ ਉਸ ਨੂੰ ਆਧਾਰ ਬਣਾ ਕੇ ਉਹ ਪਰਚਾ ਦਰਜ ਕੀਤਾ ਗਿਆ ਸੀ। ਕਦੋਂ? ਜਦੋਂ ਕਾਂਗਰਸ ਦੀ ਸਰਕਾਰ ਸੀ। ਕਦੋਂ? ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਣ ਵਾਲੀਆਂ ਸੀ। ਕਦੋਂ? ਜਦੋਂ ਦਸੰਬਰ ਦਾ ਮਹੀਨਾ ਸੀ। ਕਦੋਂ? ਜਦੋਂ ਕੁਝ ਦਿਨ ਬਾਅਦ ਹੀ ਪੰਜਾਬ ਦੇ ਵਿੱਚ ਇਲੈਕਸ਼ਨ ਅਨਾਉਂਸ ਹੋਣ ਜਾ ਰਹੇ ਸੀ। ਇਹ 20 ਦਸੰਬਰ ਦੇ ਆਸ-ਪਾਸ ਪਰਚਾ ਦਰਜ ਕੀਤਾ ਜਾਂਦਾ ਹੈ। ਪੰਜਾਬ ਦੇ ਵਿੱਚ 8 ਜਨਵਰੀ ਨੂੰ ਵਿਧਾਨ ਸਭਾ ਚੋਣਾਂ ਦਾ ਚੋਣ ਕਮਿਸ਼ਨ ਨੇ ਐਲਾਨ ਕੀਤਾ ਸੀ। ਤਾਂ ਵਿਕਰਮ ਮਜੀਠੀਆ ਦੇ ਉੱਤੇ ਡਰੱਗਸ ਨੂੰ ਲੈ ਕੇ ਇਲਜ਼ਾਮ ਲੱਗੇ। NDPS ਦਾ ਮਾਮਲਾ ਦਰਜ ਹੋਇਆ। ਵਿਕਰਮ ਮਜੀਠੀਆ ਇਲੈਕਸ਼ਨ ਦੀ ਕੈਂਪੇਨ ਦੇ ਦੌਰਾਨ ਉਹਨਾਂ ਦੇ ਵਕੀਲ ਜਿਹੜੀਆਂ ਦੇਸ਼ ਦੀਆਂ ਵੱਡੀਆਂ ਅਦਾਲਤਾਂ ਨੇ ਉਹਨਾਂ ਦਾ ਰੁਖ ਕਰਦੇ ਰਹੇ। ਪਹਿਲਾਂ ਹਾਈ ਕੋਰਟ ਗਏ, ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਤੋਂ ਇੰਨੀ ਰਾਹਤ ਤਾਂ ਵਿਕਰਮ ਮਜੀਠੀਆ ਨੂੰ ਜ਼ਰੂਰ ਮਿਲ ਗਈ ਕਿ ਵਿਕਰਮ ਮਜੀਠੀਆ ਚੋਣਾਂ ਤੱਕ ਤਾਂ ਬਾਹਰ ਰਹੇ। ਉਹਨਾਂ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਸੀ, ਉਹ ਖਤਮ ਹੋ ਗਈ। ਪਰ ਇਲੈਕਸ਼ਨ ਤੋਂ ਬਾਅਦ 20 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪਈਆਂ ਸੀ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੇ 24 ਫਰਵਰੀ ਨੂੰ ਸਰੈਂਡਰ ਕਰ ਦਿੱਤਾ ਸੀ ਕੋਰਟ ਦੇ ਵਿੱਚ ਜਾ ਕੇ, ਤੇ ਉਸ ਸਮੇਂ ਤੋਂ ਹੀ ਜੇਲ੍ਹ ਦੇ ਵਿੱਚ ਬੰਦ ਸੀ। ਜ਼ਮਾਨਤ ਦੀਆਂ ਅਰਜ਼ੀਆਂ ਲਗਾਈਆਂ ਗਈਆਂ, ਪਰ ਹੁਣ ਡਬਲ ਬੈਂਚ ਦੇ ਵੱਲੋਂ, ਹਾਈ ਕੋਰਟ ਦੀ ਡਬਲ ਬੈਂਚ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਚੁੱਕੀ ਹੈ। ਤਾਂ ਅਕਾਲੀ ਦਲ ਜਰਨੈਲ ਕਹਿੰਦਾ ਵਿਕਰਮ ਮਜੀਠੀਆ ਨੂੰ, ਇੱਕ ਵੱਡਾ ਨਾਮ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਬਾਦਲ ਪਰਿਵਾਰ ਦੇ ਨਾਲ ਤਾਲੁਕ ਰੱਖਦੇ ਨੇ। ਉਹਨਾਂ ਦੀ ਭੈਣ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਮੰਤਰੀ ਰਹੇ ਨੇ। ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਦਾ ਇੱਕ ਵੱਡਾ ਨਾਮ ਨੇ। ਮੈਂਬਰ ਪਾਰਲੀਮੈਂਟ ਨੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ। ਸੁਖਬੀਰ ਸਿੰਘ ਬਾਦਲ ਦੇ ਬ੍ਰਦਰ ਇਨ ਲਾਅ ਨੇ ਵਿਕਰਮ ਮਜੀਠੀਆ। ਤੇ ਇਸ ਕਰਕੇ ਵੀ ਦੱਸ ਰਹੇ ਹਾਂ ਕਿ ਇਹ ਜਿਹੜਾ ਸਿਆਸਤਦਾਨ ਜਦੋਂ ਅੱਜ ਜੇਲ੍ਹ ਤੋਂ ਬਾਹਰ ਆ ਰਿਹਾ ਹੈ NDPS ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ, ਤਾਂ ਆਖਿਰ ਇੰਨੀ ਚਰਚਾ ਕਿਉਂ ਹੋ ਰਹੀ ਹੈ, ਆਖਿਰ ਇੰਨਾ ਜ਼ਿਕਰ ਕਿਉਂ ਹੋ ਰਿਹਾ ਹੈ? ਕਿਉਂਕਿ ਵਿਕਰਮ ਮਜੀਠੀਆ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਨਾਮ ਹੈ, ਔਰ ਵਿਕਰਮ ਮਜੀਠੀਆ ਅਕਾਲੀ ਦਲ ਦੇ ਲਈ ਇੱਕ, ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰਫ ਦਾ ਇੱਕੇ ਦੀ ਤਰ੍ਹਾਂ ਹੈ। ਪਰ ਸਵਾਲ ਇਹ ਵੀ ਹੈ ਕਿ ਇਹਨਾਂ 5.5 ਮਹੀਨਿਆਂ ਦੇ ਵਿੱਚ ਕੀ ਬਦਲ ਗਿਆ? 5.5 ਮਹੀਨਿਆਂ ਦੇ ਵਿੱਚ ਵਿਕਰਮ ਮਜੀਠੀਆ 24 ਫਰਵਰੀ ਨੂੰ ਜੇਲ੍ਹ ਦੇ ਵਿੱਚ ਜਾਂਦੇ ਨੇ, ਸਰੈਂਡਰ ਕਰਦੇ ਨੇ, ਤੇ ਅੱਜ 10 ਅਗਸਤ ਦਾ ਦਿਨ ਹੈ। ਤਾਂ ਇਹ 24 ਫਰਵਰੀ ਤੋਂ ਲੈ ਕੇ 10 ਅਗਸਤ ਤੱਕ ਕੀ ਕੁਝ ਬਦਲ ਗਿਆ? ਬਦਲ ਇਹ ਗਿਆ ਕਿ ਵੋਟਾਂ ਪੈ ਚੁੱਕੀਆਂ ਸੀ, ਨਤੀਜੇ ਆ ਗਏ। ਨਤੀਜਿਆਂ ਦੇ ਵਿੱਚ ਅਕਾਲੀ ਦਲ ਸਿਰਫ 3 ਸੀਟਾਂ ਤੇ ਸਿਮਟ ਗਿਆ। ਵਿਕਰਮ ਮਜੀਠੀਆ ਖੁਦ ਜਿਸ ਸੀਟ ਤੇ ਖੜੇ ਹੋਏ ਸੀ ਉੱਥੋਂ ਹਾਰ ਗਏ। ਵਿਕਰਮ ਮਜੀਠੀਆ ਦੀ ਪਤਨੀ ਆਪਣਾ ਗੜ ਬਚਾਉਣ ਦੇ ਵਿੱਚ ਕਾਮਯਾਬ ਰਹੀ। ਹੋਇਆ ਇਹ ਕਿ ਬਾਦਲ ਪਰਿਵਾਰ ਦੇ ਨਾਲ ਨਾਮ ਜਿਨ੍ਹਾਂ ਦਾ ਜੁੜਿਆ ਉਹ ਤਕਰੀਬਨ ਸਾਰੇ ਹਾਰ ਗਏ। ਗਨੀਬ ਕੌਰ ਮਜੀਠੀਆ ਹੀ ਜਿੱਤੇ। ਉਹ ਸੁਖਬੀਰ ਸਿੰਘ ਬਾਦਲ ਹੋਣ, ਪ੍ਰਕਾਸ਼ ਸਿੰਘ ਬਾਦਲ ਹੋਣ, ਕੈਰੋਂ ਪਰਿਵਾਰ ਦੇ ਹੋਣ, ਸਭ ਨੇ ਇਲੈਕਸ਼ਨ ਹਾਰੇ। ਤਾਂ ਇਹ ਬਦਲਿਆ। ਹੋਰ ਕੀ ਬਦਲਿਆ ਪੰਜਾਬ ਦੇ ਵਿੱਚ? ਪਿਛਲੇ 5.5 ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ। ਇੱਕ ਹਨੇਰੀ ਦੀ ਤਰ੍ਹਾਂ 92 ਸੀਟਾਂ ਆ ਗਈਆਂ। ਹੋਰ ਕੀ ਬਦਲਿਆ? ਅਕਾਲੀ ਦਲ ਨੇ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ, ਔਰ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਸੰਗਰੂਰ ਦੀ ਬਾਈ ਇਲੈਕਸ਼ਨ ਲੜੀ। ਬੇਸ਼ੱਕ ਉਹ ਸੰਗਰੂਰ ਦੀ ਬਾਈ ਇਲੈਕਸ਼ਨ ਅਕਾਲੀ ਦਲ ਹਾਰ ਗਿਆ, ਪਰ ਹਾਰ ਬਹੁਤ ਚਰਚਾ 'ਚ ਰਹੀ ਕਿਉਂਕਿ 5ਵੇਂ ਨੰਬਰ ਦੇ ਉੱਤੇ ਅਕਾਲੀ ਦਲ ਰਿਹਾ। ਉਸ ਤੋਂ ਬਾਅਦ ਕਾਬਿਲੇ ਗੌਰ ਇਹ ਵੀ ਹੈ ਕਿ ਇਹਨਾਂ 5.5 ਮਹੀਨਿਆਂ ਦੇ ਵਿੱਚ ਹਾਕਮ ਤਹਿਰੀਕ ਬਾਈ ਇਲੈਕਸ਼ਨ ਵੀ ਹਾਰ ਗਈ। ਸੰਗਰੂਰ ਦਾ ਮੈਂ ਜ਼ਿਕਰ ਕਰ ਰਿਹਾ ਤਾਂ ਸੰਗਰੂਰ 'ਚ ਬੇਸ਼ੱਕ ਅਕਾਲੀ ਦਲ 5ਵੇਂ ਨੰਬਰ ਦੇ ਰਿਹਾ, ਪਰ ਅਕਾਲੀ ਦਲ ਦੀ ਤਰ੍ਹਾਂ, ਜਾਂ ਕਹੀਏ ਕਿ ਬਾਕੀ ਪਾਰਟੀਆਂ ਦੀ ਤਰ੍ਹਾਂ, ਅਕਾਲੀ ਦਲ ਵੀ ਇਸ ਗੱਲ 'ਚ ਸੰਤੁਸ਼ਟੀ ਤਾਂ ਜ਼ਰੂਰ ਪ੍ਰਗਟਾਉਂਦਾ ਨਜ਼ਰ ਆਇਆ ਕਿ 3 ਮਹੀਨਿਆਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਸੰਗਰੂਰ ਵਾਲੀ ਸੀਟ ਹਾਰ ਗਈ। ਜਿਨ੍ਹਾਂ ਨੂੰ 92 ਸੀਟਾਂ ਮਿਲੀਆਂ ਸੀ ਉਹ ਸੀਟ ਤੋਂ ਹਾਰ ਗਏ, ਜਿਸ ਨੂੰ ਇੱਕ ਤਰੀਕੇ ਨਾਲ ਆਪਣੀ ਰਾਜਧਾਨੀ ਕਹਿੰਦੇ ਨੇ। ਤਾਂ ਇਹ ਪੰਜਾਬ ਦੀ ਸਿਆਸਤ 'ਚ ਕੀ ਕੁਝ ਹੋਇਆ ਪਿਛਲੇ 5.5 ਮਹੀਨਿਆਂ ਦੇ ਵਿੱਚ, ਜਦੋਂ ਵਿਕਰਮ ਮਜੀਠੀਆ ਅੰਦਰ ਗਏ ਸੀ ਤੇ ਬਾਹਰ ਆਏ ਨੇ। ਸਿੱਧੂ ਮੂਸੇਵਾਲਾ ਦਾ ਇੱਥੇ ਕਤਲ ਹੋ ਗਿਆ। ਇੱਥੇ ਡਰੱਗਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਤੇ ਬਵਾਲ ਹੋਇਆ ਹੈ। ਬਹੁਤ ਸਾਰੀਆਂ ਮੌਤਾਂ ਦੀ ਜਾਣਕਾਰੀ ਜਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਤਾਂ ਵਿਕਰਮ ਮਜੀਠੀਆ, ਹੁਣ ਪੁਆਇੰਟ ਹੈ ਅਗਲਾ ਕਿ ਵਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਹੁਣ ਬਦਲੇਗਾ ਅਕਾਲੀ ਦਲ ਦੇ ਵਿੱਚ ਕੀ? ਹੁਣ ਅਕਾਲੀ ਦਲ ਦੇ ਵਿੱਚ ਵੀ ਕੁਝ ਇਹ 5.5 ਮਹੀਨਿਆਂ ਦੇ ਵਿੱਚ ਹੋਇਆ ਕਿ ਉਹ ਅਕਾਲੀ ਦਲ ਦੇ ਲੀਡਰ ਜਿਹੜੇ ਹੁਣ ਤੱਕ ਬਹੁਤ ਸੁਖਬੀਰ ਸਿੰਘ ਬਾਦਲ ਜਾਂ ਫਿਰ ਬਾਦਲ ਪਰਿਵਾਰ ਦੇ ਨਾਲ ਡਟ ਕੇ ਖੜੇ ਹੋਏ ਸੀ, ਉਹਨਾਂ ਦੇ ਵੀ ਬਾਗੀ ਸੁਰ ਨਜ਼ਰ ਆਏ ਨੇ। ਅਕਾਲੀ ਦਲ ਵਿਰੋਧੀ ਧਿਰ ਦੀ ਭੂਮਿਕਾ ਤੋਂ ਜਿਹੜੀ 3 ਸੀਟਾਂ ਦੇ ਉੱਤੇ ਸਿਮਟ ਗਿਆ। ਗੜਜੋੜ ਨੂੰ ਸਿਰਫ 4 ਸੀਟਾਂ ਮਿਲੀਆਂ ਤੇ ਇੱਥੇ ਵੀ ਬਾਗੀ ਸੁਰ ਵੇਖਣ ਨੂੰ ਮਿਲੇ, ਜਿਨ੍ਹਾਂ ਦੇ ਵਿੱਚ ਇੱਕ ਨਾਮ ਹੈ ਮਨਪ੍ਰੀਤ ਯਾਲੀ ਦਾ, ਇੱਕ ਨਾਮ ਹੈ ਪ੍ਰੇਮ ਸਿੰਘ ਚੰਦੂਮਾਜਰਾ ਦਾ, ਇੱਕ ਨਾਮ ਨਜ਼ਰ ਆਉਂਦਾ ਹੈ ਜਗਮੀਤ ਬਰਾੜ ਦਾ। ਇਸ ਤੋਂ ਪਹਿਲਾਂ ਬਹੁਤ ਲੰਬੀ ਲਿਸਟ ਹੈ। ਤਾਂ ਅਕਾਲੀ ਦਲ ਆਪਣੇ ਉਸ ਦੌਰ ਦੇ ਵਿੱਚੋਂ ਨਿਕਲ ਰਿਹਾ ਹੈ ਜਦੋਂ ਸਿਆਸੀ ਤੌਰ ਦੇ ਉੱਤੇ ਅਕਾਲੀ ਦਲ ਦੇ ਸਾਹਮਣੇ ਚੁਣੌਤੀਆਂ ਦੀ ਭਰਮਾਰ ਹੈ। ਤੇ ਇਹਨਾਂ ਚੁਣੌਤੀਆਂ ਦੀ ਭਰਮਾਰ ਦੇ ਵਿਚਾਲੇ ਵਿਕਰਮ ਮਜੀਠੀਆ ਦਾ ਬਾਹਰ ਆਉਣਾ, ਔਰ ਕੀ ਇਹ ਅਕਾਲੀ ਦਲ ਦੇ ਲਈ ਇੱਕ ਸੰਜੀਵਨੀ ਬੂਟੀ ਦੀ ਤਰ੍ਹਾਂ ਹੋ ਸਕਦਾ ਹੈ ਕਿ ਵਿਕਰਮ ਮਜੀਠੀਆ ਦੀ એનર્ਜੀ ਅਕਾਲੀ ਦਲ ਰਿਵਾਈਵਲ ਦੇ ਤੌਰ ਦੇ ਉੱਤੇ ਇਸਤੇਮਾਲ ਕਰ ਸਕੇਗਾ? ਕਿ ਵਿਕਰਮ ਮਜੀਠੀਆ ਦੇ ਵਾਪਸ ਆਉਣ ਦੇ ਨਾਲ ਮਾਝੇ ਦੇ ਵਿੱਚ ਅਕਾਲੀ ਦਲ ਕੀ ਵਾਪਸ ਰਿਵਾਈਵ ਕਰ ਸਕੇਗਾ? ਮੈਂ ਪੂਰੇ ਪੰਜਾਬ ਦਾ ਜ਼ਿਕਰ ਕਰ ਰਿਹਾ ਪਰ ਖਾਸ ਤੌਰ ਤੇ ਮਾਝੇ ਦਾ।
ਮਾਝੇ ਦੇ ਵਿੱਚ ਕਿਉਂਕਿ ਅਕਾਲੀ ਦਲ ਵਿਕਰਮ ਮਜੀਠੀਆ ਦੇ ਆਲੇ ਦੁਆਲੇ ਘੁੰਮਦਾ ਨਜ਼ਰ ਆਇਆ ਹੈ ਪਿਛਲੇ 5 ਤੋਂ 10 ਸਾਲਾਂ ਦੇ ਵਿਚਾਲੇ। ਇਸ ਕਰਕੇ ਜਰਨੈਲ ਦੇਖ ਰਹੇ ਹਾਂ ਕਿ ਜੋ ਜਰਨੈਲ ਦਾ ਜ਼ਿਕਰ ਹੋ ਰਿਹਾ ਹੈ ਤਾਂ ਕਿ ਮਾਝੇ ਦੀ ਧਰਤੀ ਦੇ ਉੱਤੇ ਇੱਕੋ ਸੀਟ ਅਕਾਲੀ ਦਲ ਦੇ ਕੋਲ ਇਸ ਸਮੇਂ ਹੈ, ਉਹ ਵੀ ਮਜੀਠਾ ਹਲਕਾ ਗਨੀਬ ਕੌਰ ਮਜੀਠੀਆ ਜਿੱਥੋਂ ਜਿੱਤੇ ਸੀ, ਤਾਂ ਕਿ ਉਹ ਰਿਵਾਈਵਲ ਵਾਲੇ ਪਾਸੇ ਵਿਕਰਮ ਮਜੀਠੀਆ ਲੈ ਕੇ ਜਾ ਸਕਣਗੇ। ਇਹ ਬਹੁਤ ਵੱਡਾ ਸਵਾਲ ਇਸ ਸਮੇਂ ਅਕਾਲੀ ਦਲ ਦੇ ਲਈ ਹੈ। ਅਕਾਲੀ ਦਲ ਦੇ ਲਈ ਦੋ ਚੁਣੌਤੀਆਂ ਇਸ ਸਮੇਂ ਬਹੁਤ ਵੱਡੀਆਂ ਨੇ। ਇੱਕ ਚੁਣੌਤੀ ਹੈ ਕਿ ਅਕਾਲੀ ਦਲ ਦੇ ਸਾਹਮਣੇ ਹੈ ਰਿਵਾਈਵਲ, ਕਿ ਅਕਾਲੀ ਦਲ ਕਿਵੇਂ ਰਿਵਾਈਵ ਕਰੇ। ਦੂਜੀ ਚੁਣੌਤੀ ਅਕਾਲੀ ਦਲ ਦੇ ਸਾਹਮਣੇ ਇਸ ਸਮੇਂ ਆਪਣੀ ਲੀਡਰਸ਼ਿਪ ਨੂੰ ਇਕੱਠੇ ਰੱਖਣ ਦੀ ਵੀ ਹੈ, ਤਾਂ ਵਿਕਰਮ ਮਜੀਠੀਆ ਦੀ ਉਸ ਦੇ ਵਿੱਚ ਕੀ ਭੂਮਿਕਾ ਹੋਏਗੀ। ਕਾਬਿਲੇ ਗੌਰ ਇਹ ਵੀ ਹੈ ਕਿ ਬਹੁਤ ਸਾਰੇ ਲੀਡਰ ਵਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਨੂੰ ਲੈ ਕੇ ਇਤਰਾਜ਼ ਜਤਾਉਂਦੇ ਰਹੇ ਨੇ, ਤਾਂ ਵਿਕਰਮ ਮਜੀਠੀਆ ਦੀ ਵਾਪਸੀ ਦੁਬਾਰਾ ਅਕਾਲੀ ਦਲ ਦੇ ਵਿੱਚ ਸਰਗਰਮੀ ਕਿ ਅਕਾਲੀ ਦਲ ਨੂੰ ਹੋਰ ਦਿੱਕਤਾਂ 'ਚ ਪਾਉਂਦੀ ਹੈ, ਜਾਂ ਫਿਰ ਵਿਕਰਮ ਮਜੀਠੀਆ ਇੱਕ ਵੱਖਰੇ ਤਰੀਕੇ ਇੱਕ ਵੱਖਰੀ ਸਟ੍ਰੈਟਜੀ ਦੇ ਵਿੱਚ ਨਜ਼ਰ ਆਉਂਦੇ ਨੇ। ਕਾਬਿਲੇ ਗੌਰ ਵੀ ਹੈ ਕਿ ਵਿਕਰਮ ਮਜੀਠੀਆ ਆਪਣੇ ਬਿਆਨਾਂ ਦੇ ਲਈ, ਵਿਕਰਮ ਮਜੀਠੀਆ ਜਿਸ ਤਰੀਕੇ ਨਾਲ ਸਰਕਾਸਟਿਕ ਵੇ ਦੇ ਨਾਲ ਇੱਕ ਕਟਾਕਸ਼ ਤੰਜ ਜਿਸ ਨੂੰ ਕਹਿੰਦੇ ਨੇ, ਉਸ ਤਰੀਕੇ ਦੇ ਨਾਲ ਵਿਰੋਧੀਆਂ ਦੇ ਉੱਤੇ ਹਮਲੇ ਕਰਨ ਦੇ ਲਈ ਵੀ ਜਾਣੇ ਜਾਂਦੇ ਨੇ, ਬੇਬਾਕੀ ਦੇ ਨਾਲ ਆਪਣੀ ਗੱਲ ਰੱਖਣ ਦੇ ਲਈ ਜਾਣੇ ਜਾਂਦੇ ਨੇ। ਪਰ ਜਿਹੜਾ ਮਾਮਲਾ ਇਹ ਸਾਹਮਣੇ ਆਇਆ, ਜਿਹੜਾ ਡਰੱਗਸ ਨੂੰ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਵਿਕਰਮ ਮਜੀਠੀਆ ਨੂੰ ਵਿਰੋਧੀ ਘੇਰਦੇ ਰਹੇ, ਉਹਨਾਂ ਦਾ ਨਾਮ ਲੈ ਕੇ ਇਲਜ਼ਾਮ ਲਗਾਉਂਦੇ ਰਹੇ ਤੇ ਦਸੰਬਰ 'ਚ ਜਾ ਕੇ ਪਰਚਾ ਹੋ ਗਿਆ, ਜੇਲ੍ਹ ਜਾਣਾ ਪੈ ਗਿਆ, ਤਾਂ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਸਿਆਸੀ ਤੌਰ ਦੇ ਉੱਤੇ ਤੁਸੀਂ ਨਵਾਂ ਮੋੜ ਕਹਿ ਸਕਦੇ ਹੋ। ਡਰੱਗਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਕਹਿ ਸਕਦੇ ਹੋ, ਨਸ਼ੇ ਦੇ ਮਾਮਲਿਆਂ ਦੇ ਵਿੱਚ ਇੱਕ ਨਵਾਂ ਮੋੜ ਕਹਿ ਸਕਦੇ ਹੋ, ਕਿਉਂਕਿ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਜਾਣਕਾਰੀ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਤੁਹਾਡੀ ਟੀਵੀ ਸਕਰੀਨ ਤੇ ਨੇ, ਹਰਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਦੱਸੋ ਹੁਣ 5.5 ਮਹੀਨੇ 'ਚ ਕੀ ਬਦਲ ਗਿਆ, ਕਿ ਪੰਜਾਬ 'ਚ ਨਸ਼ਾ ਖਤਮ ਹੋ ਗਿਆ। ਹਰਸਿਮਰਤ ਕੌਰ ਬਾਦਲ ਇਹ ਵੀ ਦਾਅਵਾ ਕਰ ਗਏ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਖਾਸ ਤੌਰ ਤੇ ਨਵੀਂ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਜਦੋਂ ਤੋਂ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਨੇ, ਤਾਂ ਪੰਜਾਬ ਦੇ ਵਿੱਚ ਨਸ਼ੇ ਦੇ ਮਾਮਲੇ ਵਧੇ ਨੇ। ਪੰਜਾਬ ਦੇ ਵਿੱਚ ਥਾਂ ਤੇ ਗਲੀਆਂ 'ਚ ਨਸ਼ਾ ਵਿਕ ਰਿਹਾ ਹੈ। ਹਰਸਿਮਰਤ ਕੌਰ ਬਾਦਲ ਦੇ ਇਲਜ਼ਾਮ ਨੇ, ਅਕਾਲੀ ਦਲ ਇਲਜ਼ਾਮ ਲਗਾ ਰਿਹਾ ਹੈ, ਤਾਂ ਕਿ ਵਾਕਈ ਹੀ ਨਸ਼ੇ ਦੇ ਉੱਤੇ ਠੱਲ ਪਾਉਣ ਦੇ ਲਈ ਜਿਹੜੇ ਕਦਮ ਚੁੱਕੇ ਗਏ ਨੇ ਉਹ ਨਾਕਾਫੀ ਨੇ। ਹੁਣ ਅਗਲਾ ਪੁਆਇੰਟ, ਕਿਉਂਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਹੋਣਾ ਕਾਂਗਰਸ ਤੇ ਜਿਹੜੀਆਂ ਹੋਰ ਪਾਰਟੀਆਂ ਨੇ ਉਹਨਾਂ ਨੂੰ ਮੌਕਾ ਵੀ ਦੇ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਘੇਰਨ ਦਾ। ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਇਸ ਮੁੱਦੇ ਦੇ ਉੱਤੇ ਕਿ ਪੈਰਵੀ ਅਦਾਲਤ ਦੇ ਵਿੱਚ ਵਕੀਲਾਂ ਨੇ ਸਹੀ ਢੰਗ ਦੇ ਨਾਲ ਨਹੀਂ ਕੀਤੀ ਹੈ। ਕਾਂਗਰਸ ਦਾ ਇਲਜ਼ਾਮ ਹੈ ਕਿ ਅਸੀਂ ਇੰਨਾ ਸਟਰੋਂਗ ਪਰਚਾ ਜਾਂ ਇੰਨਾ ਸਟਰੋਂਗ ਮਾਮਲਾ ਜਿਹੜਾ ਦਰਜ ਕੀਤਾ ਸੀ, ਬਾਵਜੂਦ ਇਸ ਦੇ ਜ਼ਮਾਨਤ ਮਿਲ ਗਈ ਕਿਉਂਕਿ ਪੈਰਵੀ ਚੰਗੀ ਤਰ੍ਹਾਂ ਨਾਲ ਨਹੀਂ ਹੋਈ। ਇੱਥੋਂ ਤੱਕ ਕਿ ਮਿਲੀ ਭੁਗਤ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ। ਤਾਂ ਇਸ ਸਮੇਂ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਦੇ ਉੱਤੇ ਲਾਜ਼ਮੀ ਤੌਰ ਤੇ ਬਾਕੀ ਹੋਣਗੀਆਂ, ਪਰ ਆਮ ਆਦਮੀ ਪਾਰਟੀ ਨਿਸ਼ਾਨੇ ਦੇ ਉੱਤੇ ਹੈ। ਕਿਸ ਦੇ? ਅਕਾਲੀ ਦਲ ਦੇ। ਅਕਾਲੀ ਦਲ ਤਾਂ ਲਗਾਤਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹਮਲਾਵਰ ਹੈ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਮੇਂ ਕਾਂਗਰਸ ਦੇ ਨਿਸ਼ਾਨੇ ਦੇ ਉੱਤੇ ਹੈ, ਇਸ ਸਮੇਂ ਬੀਜੇਪੀ ਦੇ ਨਿਸ਼ਾਨੇ ਦੇ ਉੱਤੇ ਹੈ, ਤੇ ਇਸ ਦੇ ਨਾਲ ਜਿਹੜੀਆਂ ਹੋਰ ਪੰਜਾਬ ਦੀਆਂ ਸਿਆਸੀ ਧਿਰਾਂ ਜਾਂ ਫਿਰ ਕਹੀਏ ਕਿ ਪ੍ਰੈਸ਼ਰ ਗਰੁੱਪਸ ਨੇ ਉਹਨਾਂ ਦੇ ਵੀ ਨਿਸ਼ਾਨੇ ਉੱਤੇ ਹੈ। ਪਰ ਪੰਜਾਬ ਦੀ ਸਿਆਸਤ ਦੇ ਵਿੱਚ ਵਿਕਰਮ ਮਜੀਠੀਆ ਦੀ ਜ਼ਮਾਨਤ ਕਿ ਨਵਾਂ ਕੋਈ ਮੋੜ ਲੈ ਕੇ ਆਏਗੀ, ਕਿ ਖਾਸ ਤੌਰ ਤੇ ਅਕਾਲੀ ਦਲ ਦੇ ਲਈ। ਅਕਾਲੀ ਦਲ ਦਾ ਮੈਂ ਵਾਰ-ਵਾਰ ਇਸ ਕਰਕੇ ਜ਼ਿਕਰ ਕਰ ਰਿਹਾ ਕਿਉਂਕਿ ਜਿਹੜੀ ਪਾਰਟੀ ਨੇ 10 ਸਾਲ ਤੱਕ ਪੰਜਾਬ ਦੇ ਵਿੱਚ ਸੱਤਾ ਹੰਢਾਈ 2007 ਤੋਂ ਲੈ ਕੇ 2017 ਤੱਕ, ਉਸ ਪਾਰਟੀ ਦੇ ਕੋਲ ਇਸ ਸਮੇਂ 3 ਵਿਧਾਇਕ ਨੇ। ਉਸ ਪਾਰਟੀ ਦੇ ਗਠਜੋੜ ਕੋਲ 3 ਜਮਾ 1 ਟੋਟਲ 4 ਵਿਧਾਇਕ ਨੇ। ਉਹਨਾਂ ਦੇ ਵਿੱਚੋਂ 4 ਦੇ ਵਿੱਚੋਂ ਇੱਕ ਵਿਧਾਇਕ ਜਿਹੜਾ ਉਹਨਾਂ ਦੇ ਵਿਧਾਇਕ ਦਲ ਦਾ ਆਗੂ ਹੈ ਉਹ ਵੀ ਕਿਤੇ ਨਾ ਕਿਤੇ ਰੁੱਸਿਆ ਨਜ਼ਰ ਆਉਂਦਾ ਹੈ, ਤੇ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਸਿਰਫ 2 ਐਮਪੀਜ਼ ਨੇ। ਤਾਂ ਇੱਥੇ ਸਿਮਟ ਕੇ ਰਹਿ ਗਈ ਹੈ ਡੀਐਸਜੀਐਮਸੀ, ਐਚਐਸਜੀਪੀਸੀ, ਇਹ ਵੀ ਹੱਥੋਂ ਜਾ ਚੁੱਕੀ ਹੈ। ਇਸ ਦੇ ਉੱਤੇ ਅਸੀਂ ਲਗਾਤਾਰ ਗੱਲਬਾਤ ਕਰਾਂਗੇ, ਪਰ ਇਸ ਸਭ ਦੇ ਵਿਚਾਲੇ ਕੁਝ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਤੇ ਇਸ ਜ਼ਮਾਨਤ ਦੇ ਵਿਚਾਲੇ ਜਿਹੜੇ ਅਕਾਲੀ ਦਲ ਦੇ ਲੀਡਰ ਨੇ, ਵਰਕਰ ਨੇ, ਵਿਕਰਮ ਮਜੀਠੀਆ ਦੇ ਸਮਰਥਕ ਨੇ, ਉਹ ਖੂਬ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ। ਫਿਰ ਆਮ ਤੌਰ ਤੇ ਜਦੋਂ ਢੋਲ ਦੀ ਥਾਪ ਜਾਂ ਲੱਡੂ ਨਜ਼ਰ ਆਉਂਦੇ ਨੇ ਸਿਆਸੀ ਘਰਾਂ ਦੇ ਵਿੱਚ, ਸਿਆਸੀ ਘਰਾਣਿਆਂ ਦੇ ਵਿੱਚ, ਤਾਂ ਲੱਗਦਾ ਕਿ ਕੋਈ ਰਿਜ਼ਲਟ ਆ ਗਿਆ, ਕੋਈ ਜਿੱਤ ਕੇ ਸਰਕਾਰ ਬਣ ਐਮਐਲਏ ਵਿਧਾਇਕ ਚੁਣ ਲਏ ਗਏ। ਪਰ ਇੱਥੇ ਕੁਝ ਵੱਖਰਾ ਹੈ, ਇੱਥੇ ਜ਼ਮਾਨਤ ਮਿਲੀ ਹੈ ਤੇ ਇਸ ਜ਼ਮਾਨਤ ਤੋਂ ਬਾਅਦ ਭੰਗੜਾ ਹੈ, ਇਸ ਜ਼ਮਾਨਤ ਤੋਂ ਬਾਅਦ ਵਿਰੋਧੀ ਨਿਸ਼ਾਨੇ ਦੇ ਉੱਤੇ ਨੇ, ਇਸ ਜ਼ਮਾਨਤ ਤੋਂ ਬਾਅਦ ਲੱਡੂ ਖਵਾਏ ਜਾ ਰਹੇ ਨੇ। ਔਰ ਅਕਾਲੀ ਦਲ, ਜੋ ਮੈਂ ਜ਼ਿਕਰ ਕਰ ਰਿਹਾ ਵਾਰ-ਵਾਰ ਕਿ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰ ਬਾਖੂਬੀ ਇਸ ਚੀਜ਼ ਨੂੰ ਸਮਝਦੇ ਨੇ ਕਿ ਵਿਕਰਮ ਮਜੀਠੀਆ ਦਾ ਸਿਆਸੀ ਤੌਰ ਦੇ ਉੱਤੇ ਸਰਗਰਮ ਹੋਣਾ ਅਕਾਲੀ ਦਲ ਦੇ ਲਈ ਇਸ ਸਮੇਂ ਕਿੰਨਾ ਜ਼ਰੂਰੀ ਹੈ। ਔਰ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਵਿਕਰਮ ਮਜੀਠੀਆ ਦੇ ਸਮਰਥਕ ਨੇ ਜਾਂ ਫਿਰ ਅਕਾਲੀ ਦਲ ਦੇ ਵਰਕਰ ਨੇ ਖਾਸ ਤੌਰ ਤੇ ਮਾਝੇ ਦੇ ਵਿੱਚ, ਕਿ ਵਿਕਰਮ ਮਜੀਠੀਆ ਦਾ ਬਾਹਰ ਆਉਣਾ, ਜ਼ਮਾਨਤ ਮਿਲਣਾ ਉਹਨਾਂ ਦੇ ਵਿੱਚ ਇੱਕ ਨਵੀਂ ਜਾਨ ਫੂਕੇਗਾ। ਵਿਕਰਮ ਮਜੀਠੀਆ ਬਹੁਤ ਸਰਗਰਮ ਨਜ਼ਰ ਆਏ ਸੀ ਕਿਉਂਕਿ ਇਸ ਵਾਰ ਉਹਨਾਂ ਨੇ ਅੰਮ੍ਰਿਤਸਰ ਈਸਟ ਤੋਂ ਚੋਣ ਲੜੀ। ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਰੇ ਵਿਕਰਮ ਮਜੀਠੀਆ। ਉਸ ਤੋਂ ਬਾਅਦ
ਦੂਜੇ ਪਾਸੇ ਜੀਵਨਜੋਤ ਕੌਰ ਸੀ। ਤਾਂ ਇਸ ਕਰਕੇ ਮੈਂ ਜ਼ਿਕਰ ਕਰ ਰਿਹਾ ਕਿ ਉੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸ ਹਾਰ ਦਾ ਨਤੀਜਾ ਇਹ ਹੈ ਕਿ ਪੂਰੇ ਮਾਝੇ ਦੇ ਵਿੱਚ ਜਿਹੜੀਆਂ 25 ਸੀਟਾਂ ਨੇ 25 ਦੇ ਵਿੱਚੋਂ ਸਿਰਫ ਇੱਕ ਸੀਟ ਅਕਾਲੀ ਦਲ ਦੇ ਕੋਲ ਆਈ। ਜਿਹੜੀ ਸੀਟ ਸੀ ਬਿਕਰਮ ਮਜੀਠੀਆ ਦਾ ਗੜ੍ਹ ਜਿਸ ਨੂੰ ਕਿਹਾ ਜਾਂਦਾ ਮਜੀਠਾ ਹਲਕਾ। ਤਾਂ ਅਕਾਲੀ ਦਲ ਦੇ ਵਰਕਰ ਇਸ ਸਮੇਂ ਜ਼ਰੂਰ ਜਸ਼ਨ ਦੇ ਮਾਹੌਲ ਦੇ ਵਿੱਚ ਹੈ। ਜੋ ਮੈਂ ਜ਼ਿਕਰ ਕਰ ਰਿਹਾ ਕਿ ਅਕਾਲੀ ਦਲ ਦੇ ਵਰਕਰਾਂ ਨੂੰ ਬਹੁਤ ਉਮੀਦ ਹੋਏਗੀ ਕਿ ਜਿਹੜੇ ਬਿਕਰਮ ਮਜੀਠੀਆ ਨੇ ਜਦੋਂ ਜ਼ਮਾਨਤ ਦੇ ਉੱਤੇ ਬਾਹਰ ਆਏ ਨੇ ਤਾਂ ਅਕਾਲੀ ਦਲ ਨੂੰ ਲੈ ਕੇ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਸਟ੍ਰੈਟਜੀ ਹੋਏਗੀ, ਇੱਕ ਰਣਨੀਤੀ ਜ਼ਰੂਰ ਹੋਏਗੀ ਤਾਂ ਕਿ ਵਰਕਰਾਂ ਦੇ ਵਿੱਚ ਕਿਵੇਂ ਜੋਸ਼ ਭਰਿਆ ਜਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਲਾਜ਼ਮੀ ਤੌਰ ਤੇ ਅਕਾਲੀ ਦਲ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤਾਂ ਅੱਗੇ ਜਿਹੜੀਆਂ ਚੋਣਾਂ ਨੇ ਉਹ ਚਾਹੇ ਇਲੈਕਸ਼ਨ ਤੁਸੀਂ ਕਹਿ ਲਓ ਕਿ ਮਿਊਨਿਸਪੈਲਿਟੀ ਦੇ ਇਲੈਕਸ਼ਨ ਆਉਣਗੇ ਜਾਂ ਆਉਣ ਵਾਲੇ 2024 ਦੇ ਉੱਤੇ ਲਾਜ਼ਮੀ ਤੌਰ ਤੇ ਅਕਾਲੀ ਦਲ ਫੋਕਸ ਕਰੇਗਾ। 2024 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਇਨਫੈਕਟ ਐਸਜੀਪੀਸੀ ਦੀਆਂ ਚੋਣਾਂ ਕਿਸੇ ਵੀ ਵੇਲੇ ਹੋ ਸਕਦੀਆਂ ਨੇ। ਤਾਂ ਬਿਕਰਮ ਮਜੀਠੀਆ ਕੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਤੋਂ ਵਰਕਰਾਂ ਦੇ ਵਿੱਚ ਜਾਨ ਫੂਕਣ ਦਾ ਕੰਮ ਕਰਨਗੇ ਤਾਂ ਉਸ ਦੇ ਉੱਤੇ ਸਾਫ਼ ਤੌਰ ਤੇ ਨਜ਼ਰ ਰਹੇਗੀ। ਰੁਕ ਕਰਦੇ ਇਸ ਸਮੇਂ ਸਾਡੇ ਨਾਲ ਚਰਨਜੀਤ ਸਿੰਘ ਬਰਾੜ ਜੀ ਜੁੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਰਿੰਦਰ ਢਿੱਲੋਂ ਸਾਡੇ ਨਾਲ ਜੁੜ ਰਹੇ ਨੇ, ਪੰਜਾਬੀ ਯੂਥ ਕਾਂਗਰਸ ਦੇ ਪ੍ਰਧਾਨ ਨੇ। ਬਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਮਾਲਵਿੰਦਰ ਕੰਗ ਜੀ ਵੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਦੇ ਆਗੂ ਨੇ, ਚੀਫ ਸਪੋਕਸਪਰਸਨ ਨੇ। ਕੰਗ ਸਾਹਿਬ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡੇ ਤੋਂ ਸ਼ੁਰੂਆਤ ਕਰਾਂ। ਅਕਾਲੀ ਦਲ ਕਹਿ ਰਿਹਾ ਹੈ ਕਿ ਦੇਖੋ ਬਦਲਾਖੋਰੀ ਦੀ ਸਿਆਸਤ ਕਰ ਰਹੇ ਸੀ ਤੇ ਉਸ ਦਾ ਨਤੀਜਾ ਇਹ ਹੈ ਕਿ ਜ਼ਮਾਨਤ ਮਿਲ ਗਈ। ਕੰਗ ਜੀ ਦੇਖੋ ਗੱਲ ਇਹ ਆ ਆਪਣਾ ਗੌਰਵ ਜੀ, जमानत देना इट्स अ डिस्क्रिशन ऑफ ऑनरेबल कोर्ट्स जी और जमानत लैण दी अर्जी पाउणा बेनती करना ये एक अक्यूज्ड जिहड़ा दोषी आ जिहड़ा है ਉਹਦਾ ਅਧਿਕਾਰ ਹੈ। ਜ਼ਮਾਨਤ ਦੇਣ ਦਾ ਅਧਿਕਾਰ ਖੇਤਰ ਉਹ ਮਾਨਯੋਗ ਕੋਰਟਾਂ ਦਾ ਹੈ। ਮਜੀਠੀਆ ਸਾਹਿਬ ਤੇ ਜਿਹੜੇ ਦੋਸ਼ ਲੱਗੇ ਆ ਉਹਨਾਂ ਦੋਸ਼ਾਂ ਕਰਕੇ ਹੀ ਪਿਛਲੇ 6 ਮਹੀਨਿਆਂ ਚ ਉਹ ਬਿਹਾਈਂਡ ਦਾ ਬਾਰ ਸੀਗੇ, ਜੇਲ੍ਹ ਸੀਗੇ ਔਰ ਉਹਨਾਂ ਨੇ ਵੱਖ-ਵੱਖ ਅਦਾਲਤਾਂ ਜਾ ਕੇ ਆਪਣੀ ਅਰਜ਼ੀ ਦਿੱਤੀ। ਅਲਟੀਮੇਟਲੀ ਈਵਨ ਸੁਪਰੀਮ ਕੋਰਟ ਤੱਕ ਵੀ ਗਏ ਹੋ। ਸੋ ਅੱਜ ਆਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ। ਇਹਦਾ ਮਤਲਬ ਇਹ ਨਹੀਂਗਾ ਵੀ ਉਹ ਦੋਸ਼ ਮੁਕਤ ਹੋ ਗਏ। ਇੱਕ ਗੱਲ ਇਸ ਕਰਕੇ ਇਹਨੂੰ ਉਸ ਤਰੀਕੇ ਨਾਲ ਦੇਖਣਾ ਚਾਹੀਦਾ। ਇੱਕ ਕੋਰਟ ਦੀ ਪ੍ਰਕਿਰਿਆ ਹੈ। ਜ਼ਮਾਨਤ ਤੇ ਹੁਣ ਡੇਰੇ ਵਾਲੇ ਬਾਬੇ ਨੂੰ ਵੀ ਮਿਲੀ ਹੋਈ ਹੈ ਜਿਹਨੂੰ 20-20 ਸਾਲ ਦੀਆਂ ਜਿਹੜੀਆਂ ਹੈਗੀਆਂ ਸਜ਼ਾ ਹੋਈਆਂ, ਪੈਰੋਲ ਮਿਲੀ ਹੈ। ਜ਼ਮਾਨਤ ਕਰਨ ਵਾਲੇ ਲੋਕਾਂ ਨੂੰ ਵੀ ਜ਼ਮਾਨਤ ਮਿਲ ਜਾਂਦੀ ਆ। ਨਹੀਂ ਮੇਰਾ ਇਹ ਜਸ਼ਨ ਮਨਾ ਰਹੇ ਨੇ। ਦੇਖੋ ਲੱਡੂ ਵੰਡ ਰਿਹਾ, ਢੋਲ ਦੇ ਥਾਪ ਦੇ ਉੱਤੇ ਭੰਗੜੇ ਪੈ ਰਹੇ ਨੇ। ਦੇਖੋ ਇਹ ਅਕਾਲੀ ਦਲ ਨੇ ਦੇਖਣਾ ਆ ਵੀ ਲੱਡੂ ਵੰਡਣੇ ਨਹੀਂ ਵੰਡਣੇ, ਉਹਨਾਂ ਦਾ ਦੇਖੋ ਉਹਨਾਂ ਦੇ ਲੀਡਰ ਹੈ, ਹੋ ਸਕਦਾ ਉਹਨਾਂ 'ਚ ਇਸ ਗੱਲ ਦੀ ਮਤਲਬ ਮੈਂ ਤੇ ਗੱਲ ਜਿਹੜਾ ਲੀਗਲ ਪੁਆਇੰਟ ਆਫ ਵਿਊ ਨਾਲ ਕਰੂੰਗਾ। ਅਜੇ ਮਾਮਲਾ ਆਲਰੇਡੀ ਸਬ ਜੁਡਿਸ ਹੈ ਔਰ ਆਉਣ ਵਾਲੇ ਟਾਈਮ 'ਚ ਜਿਹੜਾ ਸਰਕਾਰ ਜਿਹੜੇ ਐਕਚੁਅਲ ਫੈਕਟ ਹੈ, ਜੋ ਐਵੀਡੈਂਸ ਹੈ, ਉਹ ਡੈਫੀਨੇਟਲੀ ਮਾਨਯੋਗ ਕੋਰਟ ਦੇ ਸਾਹਮਣੇ ਅਸੀਂ ਰੱਖਾਂਗੇ। ਠੀਕ ਹੈ, ਲਾਜ਼ਮੀ ਤੌਰ ਤੇ ਕੰਗ ਜੀ ਦੇਖੋ ਅਦਾਲਤ ਦਾ ਕੰਮ ਹੈ ਫੈਸਲਾ ਦੇਣਾ, ਉਸ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ, ਪਰ ਪੈਰਵੀ ਕਰਨਾ ਹੈ ਵਕੀਲਾਂ ਦਾ ਕੰਮ ਜਾਂ ਜੇ ਸਰਕਾਰ ਦੇ ਵਕੀਲ ਪੈਰਵੀ ਕਰ ਰਹੇ ਸੀ ਉਹਨਾਂ ਦਾ ਕੰਮ। ਮੈਂ ਤੁਹਾਡੇ ਕੋਲ ਆਉਣਾ ਸਾਡੇ ਨਾਲ ਬਰਿੰਦਰ ਢਿੱਲੋਂ ਜੀ ਨੇ। ਚਰਨਜੀਤ ਬਰਾੜ ਜੀ ਮੈਂ ਤੁਹਾਡੇ ਕੋਲ ਵੀ ਆਵਾਂਗਾ। ਬਰਿੰਦਰ ਢਿੱਲੋਂ ਜੀ ਜ਼ਮਾਨਤ ਮਿਲ ਗਈ ਹੈ, ਤੁਹਾਡੀ ਸਰਕਾਰ ਦੇ ਸਮੇਂ ਪਰਚਾ ਹੋਇਆ ਸੀ, ਮੌਜੂਦਾ ਸਮੇਂ ਦੇ ਵਿੱਚ ਜ਼ਮਾਨਤ ਮਿਲੀ ਹੈ। ਅਕਾਲੀ ਦਲ ਤਰਕ ਦੇ ਰਿਹਾ ਕਿ ਬਦਲਾਖੋਰੀ ਤੁਸੀਂ ਕੀਤੀ ਸੀ, ਕਾਂਗਰਸ ਨੇ ਕੀਤੀ, ਆਮ ਆਦਮੀ ਪਾਰਟੀ ਨੇ ਕੀਤੀ, ਪਰ ਸੱਚ ਸਾਹਮਣੇ ਆ ਗਿਆ। ਉਹ ਮੁੰਡਾ ਹੋਣਾ ਇੱਥੇ ਹੋਣਾ ਮੁੰਡਾ ਤੇਰੇ ਸਾਹਿਬ ਆਵਾਜ਼ ਆ ਰਹੀ ਹੈ ਮੇਰੀ? ਆ ਬੈਠ ਬਿਲਕੁਲ ਆ ਰਹੀ ਆਵਾਜ਼। ਗੱਲ ਕੀ ਆ ਵੀ ਇਹ ਉਹੀ ਆਮ ਆਦਮੀ ਪਾਰਟੀ ਆ ਜਦੋਂ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਲੈਣੀ ਸੀ ਤੇ ਇਹਨਾਂ ਨੇ ਪ੍ਰੈਸ ਨੋਟ ਕੱਢੇ ਸੀ ਵੀ ਬਹੁਤ ਵੱਡਾ ਕੰਮ ਕਰ ਲਿਆ, ਉਹਨਾਂ ਬੰਦਿਆਂ ਦੀ ਰਿਮਾਂਡ ਲੈਣੀ। ਜਦੋਂ ਬੇਅਦਬੀ ਵਾਲਿਆਂ ਨੂੰ ਸਜ਼ਾ ਹੋਈ ਉਦੋਂ ਇਹਨਾਂ ਨੇ ਫਿਰ ਪ੍ਰੈਸ ਨੋਟ ਕੱਢਿਆ ਸੀ ਲਾਅ ਕਰਕੇ ਬੇਅਦਬੀ ਵਾਲੇ ਬੰਦਿਆਂ ਨੂੰ ਇੰਨੀ ਸਖਤ ਸਜ਼ਾ ਦੇ ਦਿੱਤੀ ਗਈ। ਤੇ ਫਿਰ ਅੱਜ ਜਦੋਂ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ, ਅੱਜ ਇਹ ਕਿਉਂ ਭੱਜਦੇ ਆ? ਅੱਜ ਇਹਨਾਂ ਨੂੰ ਲਾਅ ਯਾਦ ਆ ਗਿਆ, ਅੱਜ ਇਹਨਾਂ ਨੂੰ ਜੱਜ ਯਾਦ ਆ ਗਿਆ, ਅੱਜ ਇਹਨਾਂ ਨੂੰ ਲਾਅ ਵਿਲ ਟੇਕ ਇਟ ਓਨ ਕੋਰਟ ਯਾਦ ਆ ਗਿਆ। ਅੱਜ ਕਿਉਂ ਨਹੀਂ ਕਹਿੰਦੇ ਵੀ ਪੈਰਵਾਈ ਵਿੱਚ ਕਮੀ ਰਹਿ ਗਈ? ਉਹ ਕਹਿੰਦੇ ਕਿ ਅਦਾਲਤ ਦਾ ਕੰਮ ਹੈ, ਅਦਾਲਤ ਨੇ ਕੰਮ ਕਰ ਦਿੱਤਾ। ਅਦਾਲਤ ਨੇ ਕੰਮ ਕਰ ਦਿੱਤਾ। ਪ੍ਰੈਸ ਨੋਟ ਫਿਰ ਉਦੋਂ ਕਿਉਂ ਕੱਢੇ ਸੀਗੇ ਜਦੋਂ ਲਾਰੈਂਸ ਨੇ ਅਦਾਲਤ ਨੇ ਕੰਮ ਕਰਤਾ ਸੀਗਾ? ਜਦੋਂ ਅਦਾਲਤ ਨੇ ਕੇਸ ਕਰਤਾ ਸੀ ਉਦੋਂ ਕਿਉਂ ਵਾਹ-ਵਾਹੀ ਖੱਟੀ ਸੀ? ਉਦੋਂ ਕਿਉਂ ਇਹ ਗੱਲ ਕਰ ਰਹੇ ਸੀਗੇ ਜਦੋਂ ਬਰਗਾੜੀ ਦੇ ਕੇਸ ਦੇ ਵਿੱਚ ਸਜ਼ਾ ਹੋਈ ਸੀ 3 ਸਾਲ ਦੀ? ਉਦੋਂ ਇਹਨਾਂ ਦਾ ਪ੍ਰੈਸ ਨੋਟ ਤੁਹਾਡੇ ਕੋਲ ਬਕਾਇਦਾ ਆਇਆ ਸੀ। ਉਦੋਂ ਪੁੱਛੋ ਵੀ ਜਾਂ ਤਾਂ ਫਿਰ ਇੱਕ ਸਟੈਂਡਰਡ ਰੱਖਣ ਨਾ, ਜਦੋਂ ਵੀ ਕੋਰਟ ਦਾ ਫੈਸਲਾ ਇਹਨਾਂ ਦੇ ਉਲਟ ਆ ਜਾਏ ਉਦੋਂ ਲਾਅ ਵਿਲ ਟੇਕ ਇਟ ਓਨ ਕੋਰਸ ਵੀ ਅਸੀਂ ਸਬ ਜੁਡਿਸ ਆ। ਤੇ ਉਦੋਂ ਜਦੋਂ ਮੈਟਰ ਜਦੋਂ ਇੱਕ ਰਿਮਾਂਡ ਲੈਣ ਤੱਕ ਦੀ ਵੀ ਗੱਲ ਆਵੇ ਉਦੋਂ ਇਹਨਾਂ ਨੇ ਆਪਣੀ ਪਿੱਠਾਂ ਥਪਥਪਾਉਂਦੇ ਆ। ਸੋ ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਵੀ ਕੀ ਪੈਰਵਾਈ ਦੇ ਵਿੱਚ ਕਮੀ ਹੈ, ਕਿਉਂਕਿ ਬੜੇ ਸੰਗੀਨ ਸੈਕਸ਼ਨ ਸੀਗੇ, ਬੜਾ ਕੀਤਾ ਸੀ ਬਿਕਰਮ ਮਜੀਠੀਆ ਦੇ ਉਲਟ
ਪੂਰਾ ਇਹਨਾਂ ਨੇ ਏਜੰਡਾ ਸੀ ਇਹਨਾਂ ਦਾ। ਤੇ ਫਿਰ ਅੱਜ ਕੀ ਬਿਕਰਮ ਮਜੀਠੀਆ ਅੱਜ ਜ਼ਮਾਨਤ ਮਿਲ ਗਈ ਤੇ ਅੱਜ ਆਪਣਾ ਇਹਨਾਂ ਦੀ ਇਨਵੈਸਟੀਗੇਸ਼ਨ 'ਚ ਕਮੀ ਰਹੀ। ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਇਹ ਕਹਿੰਦੀ ਕਿ ਪੈਰਵੀ 'ਚ ਕਮੀ ਰਹੀ। ਢਿੱਲੋਂ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੈਰਵੀ ਦੇ ਵਿੱਚ ਕਮੀ ਰਹੀ ਕਿ ਵਕੀਲਾਂ ਨੇ ਬਿਲਕੁਲ ਪੈਰਵਾਈ 'ਚ ਕਮੀ ਹੈ ਇਹਨਾਂ ਦੀ, ਇਹਨਾਂ ਦੀ ਪੈਰਵਾਈ 'ਚ ਕਮੀਆਂ। ਨਹੀਂ ਤਾਂ ਜਿੰਨਾ ਸੰਗੀਨ ਸੈਕਸ਼ਨ ਲੱਗੇ ਹੋਏ ਸੀ, 3 ਹਾਈ ਕੋਰਟ ਦੇ ਜੱਜ ਆਪਣੇ ਆਪ ਨੂੰ ਰੈਸਕਿਊ ਕਰਨ ਉਸ ਕੇਸ ਤੋਂ, ਸੁਪਰੀਮ ਕੋਰਟ ਵਿੱਚ ਜਾਣ, ਡਬਲ ਬੈਂਚ ਦੇ ਕੋਲ, ਉੱਥੋਂ ਜਾ ਕੇ ਡਬਲ ਬੈਂਚ ਦੀ ਪਰਮਿਸ਼ਨ ਲੈ ਕੇ ਆਣ। ਤੁਸੀਂ ਵੇਖੋ ਨਾ, ਤੁਸੀਂ ਗ੍ਰੈਵਿਟੀ ਆਫ ਦੀ ਸਿਚੁਏਸ਼ਨ ਵੇਖੋ। ਹਾਈ ਕੋਰਟ ਦੇ 3 ਜੱਜ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਇਹ ਕੇਸ ਨਹੀਂ ਸੁਣਨਾ, ਤੁਸੀਂ ਸੀਰੀਅਸਨੈਸ ਆਫ ਦੀ ਕੇਸ ਸਮਝੋ। ਤੇ ਇਹ ਸਬਜੂਡਿਸ ਕਹਿ ਕੇ ਔਰ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਸਕਦੇ ਆ। ਇਹਨਾਂ ਸੈਕਸ਼ਨਾਂ ਦੇ ਵਿੱਚ ਜ਼ਮਾਨਤ ਹੋਣਾ ਸੌਖੀ ਗੱਲ ਨਹੀਂ ਹੁੰਦੀ। ਅਕਾਲੀ ਦਲ ਤਾਂ ਕਹੂਗਾ ਵੀ ਹਾਂ ਦੇਖੋ ਅਸੀਂ ਬੇਕਸੂਰ ਆ ਗਏ। ਅਕਾਲੀ ਦਲ ਤਾਂ ਆਪਣੀ ਗੱਲ ਨੂੰ ਅੱਜ ਉਹ ਜੋ ਕਹਿਣਗੇ, ਲੇਕਿਨ ਅੱਜ ਸਰਕਾਰ ਕਿੰਨਾ ਦੀ ਆ, ਅੱਜ ਪੁਲਿਸ ਕਿੰਨਾ ਦੀ ਆ। ਮੈਂ ਇੱਕ ਜਵਾਬ ਲੈ ਲਵਾਂ ਬਰਾੜ ਸਾਹਿਬ, ਥੋੜਾ ਇੰਤਜ਼ਾਰ ਕਰਿਓ, ਮੈਂ 20 ਸੈਕਿੰਡ ਦਾ ਇੱਕ ਜਵਾਬ ਲੈ ਕਾਂਗ ਜੀ। ਦੇਖੋ ਪੈਰਵੀ ਦੇ ਵਿੱਚ ਕਮਜ਼ੋਰੀ ਰਹੀ ਹੈ ਜਾਂ ਮਜ਼ਬੂਤੀ ਦੇ ਨਾਲ ਪੈਰਵੀ ਨਹੀਂ ਕੀਤੀ ਗਈ, ਉਸ ਕਰਕੇ ਜ਼ਮਾਨਤ ਮਿਲੀ ਹੈ, ਕਾਂਗਰਸ ਨੂੰ ਇਹ ਨਜ਼ਰ ਆ ਰਿਹਾ ਹੈ। ਮੈਂ ਫੇਰ ਕਹਿ ਰਿਹਾ, ਜੇ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਾ ਹੁੰਦਾ, ਕੋਈ ਪੈਰਵਾਈ ਨਾ ਹੁੰਦੀ ਤੇ ਉਹਨਾਂ ਨੂੰ ਬਰੀ ਨਾ ਕਰ ਦਿੰਦੇ, ਫਿਰ ਮਾਨਯੋਗ ਅਦਾਲਤ ਬਰੀ ਕਰ ਦਿੰਦੀ। ਤਾਂ ਬਰੀ ਥੋੜੀ ਕੰਗ ਸਾਹਿਬ ਇੰਨਾ ਬੇਵਕੂਫ ਨਾ ਬਣਾਓ ਲੋਕਾਂ ਦਾ, ਤੁਹਾਨੂੰ ਨਹੀਂ ਪਤਾ ਜੀ ਕੋਈ ਬਰੀ ਨਹੀਂ। ਜ਼ਮਾਨਤ ਜਿਹੜੀ ਆ, ਔਰ ਇਸ ਕੰਗ ਸਾਹਿਬ ਇੰਨਾ ਬੇਵਕੂਫ ਨਾ ਬਣਾਓ। ਸੁਣੋ ਮੇਰੀ ਗੱਲ, ਕੋਈ ਬਰੀ ਨਹੀਂ ਹੁੰਦਾ, ਤੁਹਾਨੂੰ ਨਹੀਂ ਪਤਾ ਕਿਉਂ ਗੁੰਮਰਾਹ ਕਰ ਰਹੇ ਹੋ। ਕਰੋ ਗੱਲ, ਤੁਸੀਂ ਵਿੱਚ ਬੋਲਦੇ ਮਹਾਰਾਜ, ਤੁਸੀਂ ਨਹੀਂ ਮਹਾਰਾਜ ਇੰਨਾ ਝੂਠ ਦਾ ਨਾ ਤੁਸੀਂ ਸ਼ਰਿਆਮ ਕਰਾ ਰਹੇ ਹੋ। ਕੰਗ ਸਾਹਿਬ ਤੁਸੀਂ ਆਪਣੇ ਤੋਂ ਉੱਪਰਲਾ ਟਾਈਮ ਉਹਨਾਂ ਨੇ ਜੇਲ੍ਹ 'ਚ ਗੁਜ਼ਾਰਿਆ, ਇਹਨੂੰ ਕਿਉਂ ਭੁੱਲ ਰਹੇ ਹੋ? ਅਲਟੀਮੇਟਲੀ ਇਸ ਸੈਕਸ਼ਨ ਦੇ ਵਿੱਚ ਬਾਕੀ ਇੰਨਾ ਟਾਈਮ ਗੁਜ਼ਾਰਿਆ ਜਿਹੜਾ ਹਰ ਮੁਲਕ ਦਾ ਜਿਹੜਾ ਅਧਿਕਾਰ ਹੈ ਜ਼ਮਾਨਤ ਲੈਣਾ। ਲੇਕਿਨ ਕਾਂਗਰਸ ਵੱਲੋਂ ਸਾਡਾ ਲਾਅ ਆਫਿਸ ਜਿਹੜਾ ਆ, ਉਹ ਡਟ ਕੇ ਜਿਹੜਾ ਸਟੇਟ ਦਾ ਪੱਖ ਰੱਖਦਾ। ਅਸੀਂ ਅਬਸੈਂਟ ਨਹੀਂ ਹੁੰਦੇ ਪੈਰਵਾਈ ਤੋਂ। ਕਾਂਗਰਸ ਦੇ ਟਾਈਮ ਤੇ ਲਾਅ ਆਫਿਸ ਮਿਲ ਜਾਂਦੀਆਂ, ਕੇਸ ਕਮਜ਼ੋਰ ਬੰਦੇ ਤੁਸੀਂ ਕਹਿੰਦੇ ਇਸ ਕਰਕੇ ਇਹ ਮਾਮਲਾ ਤੇ ਹਜੇ ਚੱਲਣਾ ਆ। ਹਜੇ ਤੇ ਇਸ ਜਿਹੜੀ ਪ੍ਰਕਿਰਿਆ ਪ੍ਰੋਸੀਕਿਊਸ਼ਨ ਤੇ ਹਜੇ ਚੱਲਦੀ ਰਹਿਣੀ ਆ, ਹਜੇ ਖਤਮ। ਜਦੋਂ ਤੁਸੀਂ ਪ੍ਰੈਸ ਨੋਟ ਕਰਦੇ ਸੀਗੇ ਅੱਜ ਵੀ ਜ਼ਿੰਮੇਵਾਰੀ ਤਾਂ ਠਹਿਰਾਓ, ਇਸ ਸੈਕਸ਼ਨ ਦੇ ਵਿੱਚ ਜ਼ਮਾਨਤ ਮਿਲਦੀ ਆ। ਜ਼ਮਾਨਤ ਤੇ ਡਿਸਕ੍ਰਿਪਸ਼ਨ ਆਫ ਆਨਰੇਬਲ ਕੋਰਟ ਹੁੰਦੀ ਆ। ਬਿਲਕੁਲ ਮਰਡਰ ਕੇਸਾਂ 'ਚ ਵੀ ਹੋਇਆ, ਔਰ ਕਈ ਵੱਡੇ ਹੀਨੀਅਸ ਕ੍ਰਾਈਮ ਵੀ ਦੇਖਿਆ। ਬਾਕੀਆਂ ਨੂੰ ਇਸ ਕੇਸ ਤੇ ਇਹਨਾਂ ਟਾਈਮ ਦੇ ਵਿੱਚ ਜ਼ਮਾਨਤ ਤੋਂ ਪਹਿਲਾਂ 6 ਮਹੀਨੇ ਉਹਨਾਂ ਨੇ ਅੰਦਰ ਲਾਏ ਵੀ ਆ। ਇਹ ਵੀ ਕਿਉਂ ਭੁੱਲ ਰਹੇ ਹੋ ਤੁਸੀਂ? ਫਰਵਰੀ ਤੋਂ ਲੈ ਕੇ ਉਹ ਤਾਂ ਸਾਡੀ ਸਰਕਾਰ ਵੱਲੋਂ ਹੋਇਆ। ਕਿੰਨੀਆਂ ਤਰੀਕਾ ਪਈਆਂ, ਉਸ ਤੋਂ ਬਾਅਦ ਕਿੰਨੀਆਂ ਤਰੀਕਾ ਪਹਿਲਾਂ ਹਾਈ ਕੋਰਟ ਨੇ ਜੱਜ ਨੇ ਰੈਸਕਿਊ ਕਰ ਲਿਆ, ਤਾਂ ਤਰੀਕਾ ਪੈ ਗਿਆ। ਨਹੀਂ ਤੁਹਾਡੇ ਵੱਲੋਂ ਕਮਜ਼ੋਰੀ ਨਾਲ ਮੰਨੋ, ਇਸ ਗੱਲ ਨੂੰ ਸਮਝਣਾ ਪੈਣਾ ਆਪਾਂ ਨੂੰ। ਤੁਹਾਡੀ ਸੀਰੀਅਸਨੈਸ ਨਹੀਂ ਸੀ ਇਸ ਇਸ਼ੂ ਬਾਰੇ। ਤੇ ਆਮ ਆਦਮੀ ਪਾਰਟੀ ਜਿਹੜੀ ਆ, ਗੌਰਵ ਜੀ ਮੈਂ ਕੰਕਲੂਡ ਕਰਦਾ, ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹ ਡਟ ਕੇ ਚੱਲ ਰਹੀ ਹੈ, ਉਹ ਚੱਲਦੀ ਰਹੂਗੀ। ਗੱਲਾਂ ਨਾਲ ਪੰਜਾਬ ਦੀ ਮੁਹਿੰਮ ਤੇ ਕਹਿੰਦੇ ਨੂੰ ਜ਼ਮਾਨਤਾਂ ਮਿਲੀ ਜਾ ਰਹੀਆਂ, ਸਟੇਟਾਂ ਤੋਂ ਵੀ ਨਸ਼ਿਆਂ ਦੀਆਂ ਖੇਪ ਫੜੀਆਂ ਜਾ ਰਹੀਆਂ, ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ। ਜੋ ਦੋਸ਼ੀ ਹੋਊਗਾ ਅਕੋਰਡਿੰਗ ਟੂ ਲਾਅ ਸਜ਼ਾ ਵੀ ਹੋਊਗੀ। ਗੌਰਵ ਜੀ ਇਹਨਾਂ ਦਾ ਕੰਮ ਬਹੁਤ ਸੌਖਾ ਵਾ। ਜਦੋਂ ਕਿਤੇ ਕੁਝ ਫੜਿਆ ਜਾਵੇ ਤੇ ਭਗਵੰਤ ਮਾਨ ਨੇ ਫੜਾ ਲਿਆ, ਤੇ ਜਦੋਂ ਕੁਝ ਮਾੜਾ ਹੋ ਜਾਏ ਉਹ ਅਫਸਰਾਂ ਨੇ ਕਰਤਾ, ਜਾਂ ਲਾਅ ਵਿਲ ਟੇਕ ਇਟਸ ਓਨ ਕੋਰਸ, ਜਾਂ ਉਹ ਚੀਜ਼ ਸਿਰਫ ਕ੍ਰੈਡਿਟ ਲੈਣ ਨੂੰ ਬੈਠੇ ਆ। ਸਿਰਫ ਪ੍ਰੈਸ ਕਾਨਫਰੰਸ ਮਾੜਾ ਜਿਹਾ ਕਿਤੇ 10 ਕਿਲੋ ਵੀ ਕੋਈ ਸਮਾਨ ਫੜਿਆ ਜਾਵੇ ਤੇ ਭਗਵੰਤ ਮਾਨ ਦੇ ਉੱਤੇ ਪੈਟਰੋਲ ਨਹੀਂ ਨਾ ਕਰਦੇ। ਅਸੀਂ ਜਿਹੜੇ ਡਰੱਗ ਲਾਰਡਸ, ਮਾਫੀਆ ਨੂੰ, ਕ੍ਰਿਮੀਨਲਸ ਨੂੰ ਪੈਟਰੋਨਾਈਜ਼ ਨਹੀਂ ਕਾਂਗਰਸ ਕਰਦੇ, ਅਸੀਂ ਬਚਾਉਂਦੇ ਨਹੀਂ। ਫਿਰ ਇਹ ਦੱਸੋ ਲੇਕਿਨ ਅਸੀਂ ਜਿਹੜੇ ਤੁਸੀਂ ਕੈਪਟਨ ਸਾਹਿਬ ਦੇ ਵਿੱਚ ਕਰਦੇ ਰਹੇ ਹੋ ਨਾ, ਉਹਦੇ ਵਿੱਚ ਤੁਸੀਂ ਦੇਖੋ ਤੁਸੀਂ ਸੈਟਿੰਗ ਕਰ ਲੈਂਦੇ ਸੀ, ਸੈਟਿੰਗਾਂ ਨਹੀਂ ਹੋਣੀਆਂ ਮਾਨ ਸਾਹਿਬ ਨਾਲ ਕਿਸੇ ਨਾਲ। ਪੰਜਾਬ ਦਾ ਦੁੱਖ ਹੈ, ਹੋ ਜਾਣ ਤੇ ਅੰਦਰ ਰੱਖਿਆ, ਤਾਂ ਹੀ ਤੇ ਧਰਮ ਸੋਚ ਤੁਸੀਂ ਛੱਡਤਾ ਸੀ, ਅਸੀਂ ਅੰਦਰ ਸੁੱਟਿਆ। ਅਸੀਂ ਜਿਹੜਾ ਪੰਜਾਬ ਲਈ ਦੋਖੀ ਆ, ਚਾਹੇ ਕਿਸੇ ਵੀ ਲੈਵਲ ਤੇ ਹੋਵੇ, ਕਾਰਵਾਈ ਕੀ ਕੀਤੀ, ਚਲਾਨ ਪੇਸ਼ ਕੀਤਾ, ਚਲਾਨ ਦੇ ਵਿੱਚ ਕੀ ਕੀਤਾ, ਤੁਹਾਡੇ ਵਕੀਲ ਨਾਲ ਜ਼ਮਾਨਤ ਕਿਵੇਂ ਮਿਲ ਗਈ? ਮੈਨੂੰ 30 ਸੈਕਿੰਡਸ ਦਿਓ। ਇੱਕ ਵਾਰੀ ਮੈਂ ਬਰਾੜ ਸਾਹਿਬ ਨੂੰ ਵੀ ਐਡ ਕਰ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਬਰਿੰਦਰ ਢਿੱਲੋਂ ਜੀ, ਕੰਗ ਜੀ ਨਾਲ ਰਹੋ, ਫੋਨ ਲਾਈਨ ਦੇ ਉੱਤੇ ਰਹੋ ਤੁਸੀਂ। ਚਰਨਜੀਤ ਬਰਾੜ ਸਾਡੇ ਨਾਲ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਬਰਾੜ ਸਾਹਿਬ, ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ, ਪਰ ਵਿਰੋਧੀ ਕਹਿ ਰਹੇ ਨੇ ਕਿ ਦੋਸ਼ ਮੁਕਤ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਦੋਸ਼ ਮੁਕਤ ਨਹੀਂ ਹੋ ਜਾਂਦਾ ਕੋਈ ਜ਼ਮਾਨਤ ਮਿਲੇ।
ਤੁਸੀਂ ਜਸ਼ਨ ਮਨਾ ਰਹੇ ਹੋ, ਤੁਹਾਡਾ ਜ਼ਰੂਰ ਇੱਕ ਹੱਕ ਹੈ, ਤੁਸੀਂ ਜਸ਼ਨ ਮਨਾ ਰਹੇ ਹੋ, ਪਰ ਕਹਿੰਦੇ ਕਿ ਜ਼ਮਾਨਤ ਦਾ ਮਿਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਦੋਸ਼ ਮੁਕਤ ਹੋ ਗਿਆ। ਗੌਰਵ, ਮੈਂ ਬੜੀ ਦੇਰ ਦਾ ਫੋਨ ਹੋਲਡ ਕਰਕੇ ਇਹਨਾਂ ਦੋਨਾਂ ਧਿਰਾਂ ਦੀਆਂ ਗੱਲਾਂ ਸੁਣ ਰਿਹਾ। 30 ਸੈਕਿੰਡ ਦਾ ਗੱਲ ਬਣਨੀ ਨਹੀਂ, ਜੇ 30 ਸੈਕਿੰਡ ਹੀ ਤੇ ਆਪਾਂ ਰਹਿਣ ਦਿੰਨੇ ਆ ਫਿਰ, ਵਰਨਾ ਗੱਲ ਕਰਨੀ ਪੈਣੀ ਹੈ ਕਿ 9 ਮਹੀਨੇ ਪਹਿਲਾਂ ਕਾਂਗਰਸ ਪਾਰਟੀ ਨੇ ਝੂਠਾ ਪਰਚਾ ਦਰਜ ਕੀਤਾ ਔਰ ਝੂਠਾ ਪਰਚਾ ਦਰਜ ਕਰਨ ਲਈ 3 ਡੀਜੀਪੀ ਬਦਲੇ। ਕੋਈ ਐਸਐਸਪੀ, ਕੋਈ ਥਾਣੇ ਦਾ ਐਸਐਚਓ ਇਹ ਝੂਠਾ ਪਰਚਾ ਦਰਜ ਕਰਨ ਲਈ ਤਿਆਰ ਨਹੀਂ ਹੋਇਆ। ਐਸਐਸਪੀਆਂ ਨੇ ਲਿਖਤੀ ਚਿੱਠੀਆਂ ਲਿਖ ਕੇ ਡਿਨਾਈ ਕਰਤਾ। ਡੀਜੀਪੀ ਨੇ ਆਪਣੇ ਅੰਡਰ ਇੱਕ ਥਾਣਾ ਜਿਹੜਾ ਸੀਗਾ ਲਿਆ ਕੇ ਬਣਾ ਕੇ ਤੇ ਆਪਦੇ ਦਸਤਖਤਾਂ ਥੱਲੇ ਐਫਆਈਆਰ ਹੋਈ। ਇਹ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਡੀਜੀਪੀ ਨੇ ਆਪਦੇ ਦਸਤਖਤਾਂ ਥੱਲੇ ਐਫਆਈਆਰ ਕੀਤੀ, ਜਿਹਨੂੰ 15 ਦਿਨਾਂ ਦੇ ਬਾਅਦ ਡੀਜੀਪੀ ਤੋਂ ਵੀ ਹੱਥ ਧੋਣੇ ਪੈ ਗਏ। ਇੱਕ ਗੱਲ, 3 ਮਹੀਨੇ 3.5 ਮਹੀਨੇ ਜਿਹੜੀ ਉਹਨਾਂ ਦੀ ਰਹੀ, ਕੀ ਕਹਿੰਦੇ ਹੁੰਦੇ ਆ, ਸਰਕਾਰ ਕਾਂਗਰਸ ਦੀ, ਨਾ ਪਰਚਾ ਕਰਨ ਵੇਲੇ ਤੇ ਨਾ ਪਰਚੇ ਤੋਂ ਬਾਅਦ ਇੱਕ ਵੀ ਤਿਨਕਾ ਭਰ ਸਬੂਤ ਕੋਈ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਜੁਟਾ ਪਾਈ। ਅੱਜ 5 ਮਹੀਨੇ ਪੂਰੇ ਹੋ ਗਏ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ, ਕੁਝ 3-4 ਦਿਨ ਘੱਟਦੇ ਹੋ ਸਕਦੇ ਆ। ਇਹਨਾਂ ਦਿਨਾਂ ਦੇ ਵਿੱਚ ਮਾਣਯੋਗ ਹਾਈ ਕੋਰਟ ਜਦੋਂ ਵੀ ਤਰੀਕ ਹੁੰਦੀ ਸੀ ਤਾਂ ਇਹੀ ਪੁੱਛਦੀ ਸੀ ਕਿ ਸਬੂਤ ਦਿਓ, ਤੇ ਕੋਈ ਸਬੂਤ ਨਹੀਂ ਸੀ ਮਿਲਦਾ। ਬਾਰ-ਬਾਰ ਜੱਜ ਬਦਲਣ ਵਾਲੀ ਗੱਲ ਜਿਹੜੀ ਕਹਿੰਦੇ ਸੀਗੇ ਉਹ ਇਹ ਸੀ ਕਿ ਕੋਈ ਨਾ ਕੋਈ ਅਕਿਊਜ਼ਡ ਨਾਲ ਕੋਈ ਵਕੀਲ ਰਿਹਾ ਹੁੰਦਾ ਸੀ ਜੱਜ ਸਾਹਿਬਾਨ, ਜਾਂ ਕੋਈ ਲਿੰਕ ਨਿਕਲੇ ਹੁੰਦਾ ਸੀ, ਤਾਂ ਬੈਂਚ ਬਦਲਦੇ ਰਹੇ ਤੇ ਤਾਂ ਸਮਾਂ ਜ਼ਿਆਦਾ ਲੱਗ ਗਿਆ। ਵਰਨਾ ਕਾਂਗਰਸ ਪਾਰਟੀ ਨੇ ਜਿਹੜੀਆਂ ਝੂਠੀਆਂ ਧਰਾਵਾਂ ਲਾਈਆਂ ਸੀ, ਉਸ ਧਰਾਵਾਂ ਦੇ ਤਹਿਤ 6 ਮਹੀਨੇ ਤੋਂ ਪਹਿਲਾਂ ਬੇਲ ਅਪਲਾਈ ਨਹੀਂ ਹੋ ਸਕਦੀ, ਬੇਲ ਮਿਲ ਨਹੀਂ ਸਕਦੀ। ਮਾਣਯੋਗ ਹਾਈ ਕੋਰਟ ਦੇ ਡਬਲ ਬੈਂਚ ਦੇ ਨੇ ਜੇ ਬੇਲ ਦਿੱਤੀ ਹੈ, ਇਹਨਾਂ ਦੇ ਝੂਠ ਨੂੰ ਸਾਰੇ ਨੂੰ ਵੇਖ ਕੇ ਫੇਰ ਹੀ ਦਿੱਤੀ ਹੈ, ਵਰਨਾ ਇਸ ਧਾਰਾ ਦੇ ਤਹਿਤ 6 ਮਹੀਨੇ ਤੋਂ ਪਹਿਲਾਂ ਜ਼ਮਾਨਤ ਹੋ ਨਹੀਂ ਸਕਦੀ। ਇਸ ਕਰਕੇ ਜੇ ਪਹਿਲਾਂ ਪਰਚਾ ਦਰਜ ਕਰਨ ਵੇਲੇ ਬਦਲਾਖੋਰੀ ਕਾਂਗਰਸ ਪਾਰਟੀ ਨੇ ਕੀਤੀ, ਸੁਪਰੀਮ ਕੋਰਟ ਅਸੀਂ ਤਾਂ ਗਏ ਸੀ ਕਿ ਇਲੈਕਸ਼ਨ ਲੜਨ ਤੋਂ ਮਨਾ ਕਰਕੇ ਜਾਂ ਇਲੈਕਸ਼ਨ ਲੜਨ ਤੋਂ ਅੰਦਰ ਕਰਨ ਲਈ ਇਹ ਕਾਂਗਰਸ ਪਾਰਟੀ ਕਰ ਰਹੀ ਹੈ। ਮਾਨਯੋਗ ਸੁਪਰੀਮ ਕੋਰਟ ਨੇ ਸਾਨੂੰ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਸੀ, ਤੇ ਜਿਸ ਦਿਨ ਇਲੈਕਸ਼ਨ ਲੜ ਲਿਆ ਤੇ ਮਜੀਠੀਆ ਸਾਹਿਬ ਨੇ ਖੁਦ ਬ ਖੁਦ ਕੋਰਟ 'ਚ ਸਰੈਂਡਰ ਕਰਤਾ ਸੀ। ਔਰ ਆਮ ਆਦਮੀ ਪਾਰਟੀ ਨੇ ਜੇਲ੍ਹ 'ਚ ਵੀ ਬੜਾ ਧੱਕਾ ਕੀਤਾ, ਜਿਹੜਾ ਕਿਤੇ ਬਰਿੰਦਰ ਢਿੱਲੋਂ ਸਾਹਿਬ ਕਹਿ ਰਹੇ ਨਾ ਪੈਰਵਾਈ ਨਹੀਂ ਹੋਈ। ਪੈਰਵਾਈ ਨਹੀਂ, ਕੋਈ ਸਬੂਤ ਹੀ ਹੈ ਨਹੀਂਗਾ। ਤੁਹਾਡੀ ਸਰਕਾਰ ਵੇਲੇ ਪਰਚਾ ਦਰਜ ਕੀਤਾ ਸੀ, ਜੇ ਸਬੂਤ ਹੁੰਦੇ ਤਾਂ ਅਦਾਲਤ ਫਿਰ 6 ਮਹੀਨੇ ਤੋਂ ਪਹਿਲਾਂ ਜ਼ਮਾਨਤ ਨਾ ਲੈਂਦੀ। ਇਹਨਾਂ ਨੇ ਤਾਂ ਜਿਹੜੀਆਂ ਸਾਡੀ ਸੀਗੀ ਫਾਂਸੀ ਚੱਕੀਆਂ ਦੇ ਵਿੱਚ ਮਜੀਠੀਆ ਸਾਹਿਬ ਨੂੰ ਬੰਦ ਕਰਕੇ ਰੱਖਿਆ। ਜਿਹੜੀ ਮਾਫੀ ਕੇਜਰੀਵਾਲ ਸਾਹਿਬ ਨੇ ਮੰਗੀ ਸੀ ਨਾ ਕਿਤੇ ਉਹਦਾ ਬਦਲਾ ਲੈਣ ਲਈ 8x8 ਦੀ ਫਾਂਸੀ ਚੱਕੀ ਦੇ ਵਿੱਚ, ਜਿੱਥੇ ਟਾਇਲਟ ਸੀਟ ਵੀ ਉੱਥੇ ਹੀ ਬਣੀ ਹੈ, ਉੱਥੇ ਹੀ ਖਾਣਾ, ਉੱਥੇ ਹੀ ਰਹਿਣਾ। ਔਰ ਤੁਸੀਂ ਅੰਦਾਜ਼ਾ ਲਾਓ ਕਿ ਫਾਂਸੀ ਚੱਕੀ ਦੇ ਵਿੱਚ ਹਲੇ ਕੋਈ ਚਲਾਨ ਵੀ ਨਹੀਂ ਪੇਸ਼ ਹੋਇਆ ਤੇ ਇਹਨਾਂ ਨੂੰ ਫਾਂਸੀ। ਇਸ ਕਰਕੇ ਦੋਨਾਂ ਸਰਕਾਰਾਂ ਨੇ ਆਪਣਾ ਜ਼ੋਰ ਲਾਇਆ ਔਰ ਸਾਨੂੰ ਕਾਨੂੰਨ ਦੇ ਵਿੱਚ ਪੂਰਨ ਭਰੋਸਾ ਹੈ। ਉਹ ਦਿਨ ਦੂਰ ਨਹੀਂ ਜਦੋਂ ਫੈਸਲਾ ਹੋਵੇਗਾ ਤੇ ਦੋਨਾਂ ਸਰਕਾਰਾਂ ਨੇ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਹੋਈਆਂ ਤੇ ਅਸੀਂ ਅਦਾਲਤ ਦੇ ਵਿੱਚ ਫੇਰ ਲੈ ਕੇ ਜਾਵਾਂਗੇ, ਸਭ ਨੂੰ ਘੜੀਸਾਂਗੇ, ਭਾਵੇਂ ਉਹ ਡੀਜੀਪੀ ਰਿਹਾ ਹੋਵੇ ਤੇ ਭਾਵੇਂ ਮੌਕੇ ਦਾ ਉਸ ਸਮੇਂ ਦਾ ਹੋਮ ਮਿਨਿਸਟਰ ਹੋਵੇ ਤੇ ਭਾਵੇਂ ਕਾਂਗਰਸ ਦਾ ਮੁੱਖ ਮੰਤਰੀ ਹੋਵੇ, ਜਿਹੜੇ 70 ਐਮਐਲਏਆਂ ਦੇ ਦਸਤਖਤਾਂ ਨਾਲ ਕਹਿੰਦਾ ਸੀ ਮੈਂ ਇਹਨਾਂ ਦੇ ਐਮਐਲਏਆਂ ਦੇ ਪ੍ਰੈਸ਼ਰ ਥੱਲੇ ਆ ਕੇ। ਮੈਂ ਤੁਹਾਡੇ ਕੋਲ ਵਾਪਸ ਆਉਣਾ ਬਰਾੜ ਸਾਹਿਬ, ਆਪਾਂ ਜਵਾਬ ਲੈ ਲਈਏ। ਬਰਿੰਦਰ ਢਿੱਲੋਂ ਦੇ ਨਾਲ ਨੇ। ਢਿੱਲੋਂ ਸਾਹਿਬ, ਤੁਸੀਂ ਆਮ ਆਦਮੀ ਪਾਰਟੀ ਤੇ ਹਮਲਾਵਰ ਹੋ, ਪਰ ਅਕਾਲੀ ਦਲ ਕਹਿ ਰਿਹਾ ਕਿ ਤੁਹਾਡੀ ਸਰਕਾਰ ਦੇ ਸਮੇਂ ਵੀ ਕੋਈ ਸਬੂਤ ਨਹੀਂ ਤੁਸੀਂ ਪੇਸ਼ ਕਰ ਸਕੇ, ਕਿ ਕੋਈ ਸਬੂਤ ਨਹੀਂ ਪੇਸ਼ ਹੋਇਆ 6-8 ਮਹੀਨੇ, ਜਿੰਨੀ ਦੇਰ ਵੀ ਇਹ ਪੂਰਾ ਮਾਮਲਾ ਦਰਜ ਹੋਏ ਨੂੰ ਹੋਏ ਨੇ। ਦੇਖੋ, ਜਦੋਂ ਸਾਡੀ ਸਰਕਾਰ ਵਾਲੇ ਅਗਰ ਸਬੂਤ ਨਾ ਪੇਸ਼ ਹੋ ਜਾਂਦੇ, ਇਹਨਾਂ ਨੂੰ ਸੈਸ਼ਨ ਕੋਰਟ ਤੋਂ ਜ਼ਮਾਨਤ ਨਾ ਮਿਲਦੀ, ਇਹਨਾਂ ਨੂੰ ਹਾਈ ਕੋਰਟ ਸਰੈਂਡਰ ਕਰਨ ਨੂੰ ਨਾ ਕਹਿੰਦਾ। ਹਾਈ ਕੋਰਟ ਨੇ ਇਹਨਾਂ ਨੂੰ ਸਰੈਂਡਰ ਕਰਨ ਨੂੰ ਕਿਹਾ ਸੀ। ਇਹਨਾਂ ਨੇ ਉਦੋਂ ਇਹ ਭੁੱਲ ਰਿਹਾ ਇਹ ਗੱਲ, ਇਹਨਾਂ ਨੇ ਉਦੋਂ ਐਪਲੀਕੇਸ਼ਨ ਲਾਈ ਸੀ ਬੇਲ ਦੀ, ਇਹਨਾਂ ਨੂੰ ਬੇਲ ਨਹੀਂ ਮਿਲੀ, ਲੇਕਿਨ ਇਹਨਾਂ ਨੇ ਉਦੋਂ ਸਰੈਂਡਰ ਦੀ ਐਪਲੀਕੇਸ਼ਨ ਲਾਈ, ਜਿਹਦੇ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਸਰੈਂਡਰ ਤੁਹਾਨੂੰ ਕਰਨਾ ਪੈਣਾ ਵਾ। ਔਰ ਉਸ ਤੋਂ ਬਾਅਦ ਜਦੋਂ ਸਰਕਾਰ ਬਦਲ ਜਾਂਦੀ ਆ, ਆਮ ਆਦਮੀ ਪਾਰਟੀ ਨੇ ਇਹ ਪੁੱਛਣਾ ਚਾਹੀਦਾ ਇਹਨਾਂ ਤੋਂ ਵੀ ਚਲਾਨ ਇਹਨਾਂ ਨੇ ਪੇਸ਼ ਕਰਨਾ, ਪ੍ਰੋਸੀਕਿਊਸ਼ਨ ਇਹਨਾਂ ਦੀ ਸੀ। ਜੇਲ੍ਹ ਦੇ ਵਿੱਚ ਜੋ ਇਹਨਾਂ ਨੇ ਕੀਤਾ ਜਾਂ ਨਹੀਂ ਕੀਤਾ ਮੰਦਭਾਗੀ ਗੱਲ ਹੋ ਸਕਦੀ ਆ, ਅਗਰ ਕਿਸੇ ਨੂੰ ਬੰਦੇ ਨੂੰ ਟ੍ਰੀਟਮੈਂਟ ਤੁਸੀਂ ਜਾਣ ਕੇ ਮਾੜਾ ਦਿਓ, ਲੇਕਿਨ ਇਹਨਾਂ ਨੂੰ ਇਹ ਕਹੋ ਵੀ ਅਗਰ ਇਹ ਸਿਰਫ ਆਮ ਆਦਮੀ ਪਾਰਟੀ ਤੋਂ ਇੰਨਾ ਪੁੱਛਿਆ ਜਾਵੇ ਬਿਕਰਮ ਮਜੀਠੀਆ ਨੂੰ ਇਹ ਦੋਸ਼ੀ ਮੰਨਦੇ ਆ ਜਾਂ ਨਹੀਂ ਮੰਨਦੇ, ਔਰ ਅਗਰ ਦੋਸ਼ੀ ਮੰਨਦੇ ਆ ਤੇ ਫਿਰ ਉਹਨਾਂ ਦੀ ਜ਼ਮਾਨਤ ਕਿਵੇਂ ਹੋਗੀ? ਫਿਰ ਅਸੀਂ ਤਾਂ ਪਰਚਾ ਰਜਿਸਟਰ ਕੀਤਾ, ਸਾਡੀ ਸਰਕਾਰ ਹੁੰਦੀ, ਅਸੀਂ ਜਵਾਬਦੇਹੀ ਬਣਦੇ ਨਹੀਂ। ਅਕਾਲੀ ਦਲ ਤਾਂ ਇਹੀ ਤਰਕ ਦੇ ਰਿਹਾ ਨਾ, ਕਹਿੰਦੇ ਕੋਈ ਸਬੂਤ ਹੀ ਨਹੀਂ ਆਇਆ, ਕਿ ਇੱਕ ਸਬੂਤ ਨਹੀਂ ਆਇਆ, ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਆਮ ਆਦਮੀ ਪਾਰਟੀ। ਕਿਹਨਾਂ ਦੇ ਉੱਤੇ ਸੀ ਸਬੂਤ? ਤਾਂ ਉਹਨਾਂ ਲੋਕਾਂ ਦੇ ਉੱਤੇ ਸੀਗੇ ਜਿਹੜੇ ਲੋਕਾਂ ਨੇ ਇਸ ਸਮੇਂ ਸਰਕਾਰ ਦੇ ਵਿੱਚ ਵਕੀਲਾਂ ਔਰ ਪੁਲਿਸ ਜਿਨ੍ਹਾਂ ਦੀ ਹੈਗੀ ਜੀ, ਸਬੂਤ ਉਹਨਾਂ ਨੇ ਪੇਸ਼ ਕਰਦੇ ਸੀ, ਜਿਹੜੇ ਚੀਕ ਕੇ
ਆਪਣੇ ਕੰਪੇਨਾਂ ਦੇ ਵਿੱਚ ਬਿਕਰਮ ਮਜੀਠੀਏ ਦੇ ਖਿਲਾਫ ਬੋਲਦੇ ਸੀ ਤੇ ਅਸੀਂ ਇਹਨਾਂ ਨੂੰ ਅੰਦਰ ਦਵਾਂਗੇ। ਅੱਜ ਜਦੋਂ ਉਹਨਾਂ ਕੋਲ ਸਰਕਾਰ ਆਈ ਤੇ ਕੀ ਗੱਲ ਉਹਨਾਂ ਨੂੰ ਸਬੂਤ ਨਾ ਲੱਭੇ ਕਿ ਜਾਂ ਤਾਂ ਉਹ ਕੀ ਗੱਲ ਉਹਨਾਂ ਨੂੰ ਪੁਲਿਸ ਨਾ ਲੱਭੀ, ਕੀ ਗੱਲ ਉਹਨਾਂ ਤੋਂ ਚਲਾਨ ਨਾ ਪੇਸ਼ ਹੋਇਆ, ਕੀ ਗੱਲ ਉਹਨਾਂ ਤੋਂ ਪੈਰਵਾਈਆਂ ਨਾ ਹੋਈਆਂ, ਜਾਂ ਫਿਰ ਇਹ ਕਹਿ ਦੇਣ ਵੀ ਬਿਕਰਮ ਮਜੀਠੀਏ ਅਸੀਂ ਤਾਂ ਕਹਿ ਨਹੀਂ ਰਹੇ, ਸਾਡੀ ਤਾਂ ਸਰਕਾਰ ਨਹੀਂ, ਲੇਕਿਨ ਕੀ ਗੱਲ ਫਿਰ ਇਹ ਗੱਲ ਦੱਸ ਦੇਣ। ਨਹੀਂ 2-2.5 ਮਹੀਨੇ ਦਾ ਤਾਂ ਸਵਾਲ ਤੁਹਾਨੂੰ ਵੀ ਹੋ ਸਕਦਾ ਨਾ ਸਰ ਕਿ ਜੇ 20 ਦਸੰਬਰ ਨਹੀਂ ਢਿੱਲੋਂ ਸਾਹਿਬ ਜੇ 20 ਦਸੰਬਰ ਨੂੰ ਪਰਚਾ ਦਰਜ ਹੋਇਆ ਹੈ ਤਾਂ ਕਰੀਬ 2-2.5 ਮਹੀਨੇ ਤਾਂ ਤੁਹਾਡੇ ਕੋਲ ਵੀ ਰਿਹਾ ਸੱਤਾ। ਸਾਡੇ ਟਾਈਮ ਦੇ ਵਿੱਚ ਜ਼ਮਾਨਤਾਂ ਰਿਜੈਕਟ ਹੋਈਆਂ ਜੀ, ਸਾਡੇ ਟਾਈਮ ਦੀ ਤਾਂ ਜ਼ਮਾਨਤ ਰਿਜੈਕਟ ਹੋਈ, ਸਾਡੇ ਟਾਈਮ ਦੇ ਵਿੱਚ ਤਾਂ ਉਹਨਾਂ ਨੇ ਸਿਰਫ ਇਸ ਕਰਕੇ ਰਾਹਤ ਮਿਲ ਗਈ, ਉਹ ਕਹਿੰਦੇ ਮੈਂ ਇਲੈਕਸ਼ਨ ਲੜਨੀ ਸੀ, ਨਹੀਂ ਤਾਂ ਸਾਡੇ ਟਾਈਮ ਦੇ ਵਿੱਚ ਐਂਟੀਸਪੇਟਰੀ ਬੇਲ ਨਾ ਮਿਲ ਜਾਂਦੀ ਜੀ, ਸਾਡੇ ਟਾਈਮ ਦੇ ਵਿੱਚ ਐਂਟੀਸਪੇਟਰੀ ਬੇਲ ਮਿਲ ਨਾ ਜਾਂਦੀ ਜੀ। ਬਰਾੜ ਸਾਹਿਬ ਗੌਰਵ ਜੀ ਮੈਂ ਅੰਦਰ ਕਰਨ ਤੋਂ ਬਾਅਦ ਇਹਨਾਂ ਨੂੰ ਬੇਲ ਕਿਵੇਂ ਮਿਲ ਗਈ? ਇੱਕ ਮਿੰਟ ਸੁਣਿਓ ਮੈਂ ਕਾਂਗਰਸ ਤੋਂ ਰਿਐਕਸ਼ਨ ਲਵਾਂਗਾ। ਬਰਾੜ ਮੈਂ ਇੱਕ ਬੇਨਤੀ ਕਰਾਂ ਕਿ ਜਿਹੜੀਆਂ ਧਰਾਵਾਂ ਤੁਹਾਡੀ ਸਰਕਾਰ ਨੇ ਪੋਲੀਟੀਕਲ ਪ੍ਰੈਸ਼ਰ ਥੱਲੇ ਆ ਕੇ ਨਵਾਂ ਡੀਜੀਪੀ ਲਾ ਕੇ 5 ਬਿਊਰੋ ਆਫ ਇਨਵੈਸਟੀਗੇਸ਼ਨ ਬਦਲ ਕੇ ਤੁਸੀਂ ਪਰਚਾ ਦਰਜ ਕੀਤਾ ਸੀ, ਉਸ ਧਾਰਾ ਦੇ ਤਹਿਤ ਤਾਂ 6 ਮਹੀਨੇ ਬੇਲ ਅਪਲਾਈ ਨਹੀਂ ਹੋ ਸਕਦੀ। ਤੁਸੀਂ ਕਹਿ ਰਹੇ ਹੋ ਨਾ ਕਿ ਸਬੂਤਾਂ ਦੀ ਗੱਲ ਹੈ, ਫਲਾਨੀ ਗੱਲ ਹੈ, ਉਹ ਧਾਰਾ ਹੀ ਐਸੀਆਂ ਸੀ ਤਾਂ ਐਂਟੀਸਪੇਟਰੀ ਬੇਲ ਮਿਲ ਸਕਦੀ ਕਿ ਉਸ ਕਾਨੂੰਨ ਦੇ ਤਹਿਤ 6 ਮਹੀਨੇ ਜ਼ਮਾਨਤ ਅਪਲਾਈ ਨਹੀਂ ਕਰ ਸਕਦਾ। ਇਹ ਤਾਂ ਸਾਨੂੰ ਸੁਪਰੀਮ ਕੋਰਟ ਤੱਕ, ਹਾਈ ਕੋਰਟ ਤੱਕ ਤਾਂ ਸਾਨੂੰ ਇਹ ਗੱਲਾਂ ਘਮਾਉਣੀਆਂ ਪਈਆਂ, ਕਿਉਂਕਿ ਜਿਹੜੀ ਧਾਰਾ ਤੁਸੀਂ ਲਾਈ ਸੀ ਮਾਨਯੋਗ ਸੁਪਰੀਮ ਕੋਰਟ ਦਾ ਹੁਕਮ ਆ, ਉਹਦੇ ਚ ਕਿ ਥੱਲੇ 6 ਮਹੀਨੇ ਤੱਕ ਬੇਲ ਨਹੀਂ ਹੋ ਸਕਦੀ, ਤਾਂ ਹੀ ਸਾਨੂੰ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਪਈ। ਐਂਟੀਸਪੇਟਰੀ ਬੇਲ ਲਾਈ ਸੀ ਨਾ, ਨਹੀਂ ਐਂਟੀਸਪੇਟਰੀ ਤਾਂ ਹੀ ਹੈ ਨਾ, ਨਹੀਂ ਬੇਲ ਲਾਈ ਤਾਂ ਫਿਰ ਐਂਟੀਸਪੇਟਰੀ ਨਹੀਂ ਐਂਟਰਟੇਨ ਹੋਣੀ ਸੀ। ਧਾਰਾ ਤੁਸੀਂ ਮਿਸਯੂਜ਼ ਕੀਤਾ, ਮਿਸਯੂਜ਼ ਮੈਂ ਕਹਿੰਦਾ ਉਹ ਇੱਕ ਬਾਤ ਦੀ ਗੱਲ ਰਹਿ ਗਈ। ਤੁਸੀਂ ਬੇਲ ਆ ਜਿਹੜੀ ਗੱਲ ਕਹਿਣਾ ਵੀ 6 ਮਹੀਨੇ ਬੇਲ ਨਹੀਂ ਅਪਲਾਈ, ਇਹ ਗਲਤ ਨੋਸ਼ਨ ਆ। ਕਿਸੇ ਕੇਸ ਦੇ ਵਿੱਚ ਤੁਸੀਂ ਭਾਵੇਂ ਅਗਰ ਉਹ ਕੋਰਟ ਨੇ ਐਂਟਰਟੇਨ ਕਰਨੀ ਹੈ ਜਾਂ ਨਹੀਂ ਕਰਨੀ, ਉਹ ਕੋਰਟ ਦੀ ਮਰਜ਼ੀ ਹੁੰਦੀ ਆ, ਲੇਕਿਨ ਐਂਟੀ ਬੇਲ ਔਰ ਬੇਲ ਲਾਉਣ ਦੇ ਉੱਤੇ ਕੋਈ ਪਾਬੰਦੀ, ਇੱਕ ਨਾਰਮ ਜ਼ਰੂਰ ਹੁੰਦੇ ਆ ਜਿਹਦੇ ਅੰਦਰ ਪੁਰਾਣਾ ਪ੍ਰੈਸੀਡੈਂਟ ਨਹੀਂ ਹੁੰਦਾ ਵੀ ਇੰਨੇ ਟਾਈਮ ਦੇ ਵਿੱਚ ਤੁਸੀਂ ਬੇਲ ਨਹੀਂ ਲਾਣੀ ਚਾਹੀਦੀ, ਕਿਉਂਕਿ ਇਹਦੇ ਵਿੱਚ ਕੋਰਟ ਨਹੀਂ ਐਂਟਰਟੇਨ ਕਰਦਾ। ਲੇਕਿਨ ਐਜ਼ ਪਰ ਆਈਪੀਸੀ ਤੁਸੀਂ ਐਂਟੀਸਪੇਟਰੀ ਬੇਲ ਹੋਵੇ ਭਾਵੇਂ ਜੋ ਮਰਜ਼ੀ ਹੋਵੇ, ਤੁਸੀਂ ਆਪਣੇ ਕਾਨੂੰਨ ਦੇ ਤਹਿਤ ਤੁਸੀਂ ਉਹ ਲਾ ਸਕਦੇ ਹੋ। ਸੋ ਇਹ ਤੁਹਾਡੀ ਦਲੀਲ ਨਹੀਂ ਇੱਥੇ ਸਟੈਂਡ ਕਰਨੀ। ਗੱਲ ਸਿਰਫ ਇੰਨੀ ਆ, ਮੈਂ ਤੁਹਾਨੂੰ ਫਿਰ ਇਹ ਕਹਿਣਾ ਵਾ, ਮੈਂ ਤਾਂ ਆਮ ਆਦਮੀ ਪਾਰਟੀ ਤੋਂ ਇੱਕ ਹੀ ਸਵਾਲ ਪੁੱਛਦਾ ਵੀ ਚਲੋ ਇਹਨਾਂ ਨੂੰ ਤਾਂ ਜ਼ਮਾਨਤ ਮਿਲ ਗਈ, ਇਹਨਾਂ ਨੇ ਕਹਿਣਾ ਵੀ ਹਾਂ ਸਾਡਾ ਉਹ ਚੀਜ਼ ਆ, ਇਹਨਾਂ ਦੀ ਜਾਨ 'ਚ ਵੀ ਜਾਨ ਪਈ ਕਿਉਂਕਿ ਕ੍ਰਾਈਸਿਸ ਬੜਾ ਚੱਲ ਰਿਹਾ ਇਸ ਟਾਈਮ ਅਕਾਲੀ ਦਲ 'ਚ, ਔਰ ਸ਼ਾਇਦ ਬਿਕਰਮ ਮਜੀਠੀਏ ਦੇ ਆਉਣ ਨਾਲ ਉਹ ਕ੍ਰਾਈਸਿਸ ਦੀ ਕੋਸ਼ਿਸ਼ ਕਰਨਗੇ, ਸ਼ਾਇਦ ਇਹਨਾਂ ਦਾ ਘਟੇ ਔਰ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਬਚੇ। ਲੇਕਿਨ ਆਮ ਆਦਮੀ ਪਾਰਟੀ ਜਿਹੜੀ ਚੀਖ ਕੇ ਕਹਿੰਦੀ ਸੀ ਵੀ ਆਪਣਾ ਜਿਹੜੀ ਸਰਕਾਰ ਦੇ ਵਿੱਚ ਪਹਿਲੇ ਇੱਕ ਵਾਰ ਸਰਕਾਰ ਆ ਲੈਣ ਤੋਂ, ਇੱਕ ਵਾਰ ਪੁਲਿਸ ਵਾਲੇ ਆ ਲੈਣ ਤੋਂ, ਸਾਡੇ ਹੱਥ ਵਿੱਚ ਪ੍ਰਜਾਤੰਤਰ ਆ ਲੈਣ ਤੋਂ, ਅਸੀਂ ਇਕੱਲੇ ਨੂੰ ਦੇਖਾਂਗੇ। ਅੱਜ ਜ਼ਮਾਨਤਾਂ ਮਿਲਣ ਦੇ ਵਿੱਚ ਕੀ ਪ੍ਰੋਸੀਕਿਊਸ਼ਨ ਦਾ ਕੇਸ ਕਮਜ਼ੋਰ ਪਿਆ ਜਾਂ ਨਹੀਂ ਪਿਆ, ਵਕੀਲਾਂ ਨੇ ਦਲੀਲਾਂ ਰੱਖੀਆਂ ਜਾਂ ਨਹੀਂ ਰੱਖੀਆਂ, ਔਰ ਇਹ ਦੱਸਣ ਵੀ ਉਹਨਾਂ ਨੂੰ ਜ਼ਮਾਨਤ ਕਿਸ ਬੇਸ ਤੇ ਮਿਲੀ, ਕਿਉਂ ਇਹ ਐਵੀਡੈਂਸ ਪੇਸ਼ ਨਹੀਂ ਕਰ ਸਕੇ। ਇਹ ਅੱਜ ਜਿਹੜਾ ਓਨਸ ਹੈ ਆਮ ਆਦਮੀ ਪਾਰਟੀ ਤੇ ਆ, ਨਾ ਕਿ ਇਹ ਕਿਸੇ ਹੋਰ ਸਰਕਾਰ ਤੇ ਆ। ਜਿਹੜੇ ਪਾਰਟੀ ਨੇ ਡਰੱਗਸ ਦਾ ਪ੍ਰਚਾਰ ਕੀਤਾ, ਬਿਕਰਮ ਮਜੀਠੀਏ ਦਾ ਸਭ ਤੋਂ ਪਹਿਲਾਂ ਡੈਫਾਮੇਸ਼ਨ ਦਾ ਵੀ ਕੇਸ ਇਹਨਾਂ ਤੇ ਕੀਤਾ, ਅੱਜ ਇਹ ਜਵਾਬ ਦੇਣ ਵੀ ਅੱਜ ਆਮ ਆਦਮੀ ਪਾਰਟੀ ਕਿਦਾ ਸਟੈਂਡ ਕੀ ਆ ਕਿ ਬਿਕਰਮ ਮਜੀਠੀਆ ਦੋਸ਼ੀ ਨਹੀਂ ਆ, ਅਗਰ ਦੋਸ਼ੀ ਆ ਤਾਂ ਫਿਰ ਉਹਦੀ ਜ਼ਮਾਨਤ ਕਿਵੇਂ ਹੋ ਜਾਂਦੀ ਹੈ? ਨਹੀਂ, ਉਹ ਇਹ ਤਰਕ ਦੇ ਰਹੇ ਨੇ ਆਮ ਆਦਮੀ ਪਾਰਟੀ ਵਾਲੇ, ਕੁਝ ਹੀ ਪਲਾਂ 'ਚ ਦੁਬਾਰਾ ਮੇਰੇ ਨਾਲ ਜੁੜਨਗੇ। ਢਿੱਲੋਂ ਜੀ ਉਹ ਇਹੀ ਤਰਕ ਦੇ ਰਹੇ ਨੇ ਕਿ ਇਹ ਤਾਂ ਅਦਾਲਤ ਦਾ ਕੰਮ ਹੈ ਕਿ ਅਸੀਂ ਆਪਣੀ ਪੈਰਵੀ ਕੀਤੀ। ਅਸੀਂ ਫਿਰ ਲਾਰੈਂਸ ਵੇਲੇ ਉਦੋਂ ਅਦਾਲਤ ਦਾ ਕੰਮ ਨਹੀਂ ਸੀ, ਜਦੋਂ ਬਰਗਾੜੀ ਦੀ ਸਜ਼ਾ ਹੋਈ ਉਦੋਂ ਅਦਾਲਤ ਦਾ ਕੰਮ ਨਹੀਂ ਸੀ। ਇਹ ਡਬਲ ਸਟੈਂਡਰਡ ਜੋ ਰੱਖਦੇ ਆ, ਜਦੋਂ ਤੱਕ ਕੰਮ ਚੰਗਾ ਵੀ ਲੈ ਲੈਂਦੇ ਆਪਣੇ ਆਪ ਪ੍ਰੈਸ ਨੋਟ ਕੱਢ ਕੇ, ਆਫੀਸ਼ੀਅਲ ਪ੍ਰੈਸ ਨੋਟ ਕੱਢਦੇ ਆ। ਜਦੋਂ ਕਿਤੇ ਸਜ਼ਾ ਵੀ ਹੁੰਦੀ ਆ ਵੀ ਸਰਕਾਰ ਨੇ, ਪ੍ਰੋਸੀਕਿਊਸ਼ਨ ਨੇ ਬਹੁਤ ਜ਼ਬਰਦਸਤ ਕੇਸ ਪ੍ਰੈਜ਼ੈਂਟ ਕੀਤਾ, ਤੇ ਅੱਜ ਫਿਰ ਜਦੋਂ ਕੇਸ ਡਿਸਮਿਸ ਹੋ ਗਿਆ ਤੇ ਅੱਜ ਫਿਰ ਜ਼ਿੰਮੇਵਾਰੀ ਕਿਉਂ ਨਹੀਂ ਚੱਕਦੇ? ਦੋਵੇਂ ਪਾਸੇ ਚੱਲਿਆ ਕਰਨ ਨਾ, ਇੱਕ ਪਾਸੇ ਜਾਂ ਤਾਂ ਇੱਕ ਹੀ ਸਟੈਂਡਰਡ ਰੱਖਣ ਵੀ ਜਦੋਂ ਵੀ ਕੋਰਟ ਦਾ ਫੈਸਲਾ ਹੋਵੇ ਹਰ ਟਾਈਮ ਕਹਿਣ ਵੀ ਕੋਰਟ ਦਾ ਫੈਸਲਾ ਵਾ। ਠੀਕ ਹੈ, ਮਤਲਬ ਤੁਸੀਂ ਕਹਿੰਦੇ ਹੋ ਕਿ ਜੇ ਲਾਰੈਂਸ ਬਿਸ਼ਨੋਈ ਦੀ, ਤੁਸੀਂ ਕਹਿੰਦੇ ਹੋ ਕਿ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਰਿਮਾਂਡ ਮਿਲੀ ਤਾਂ ਉਹ ਵੀ ਅਦਾਲਤ ਦਾ ਫੈਸਲਾ ਸੀ। ਹਾਂ, ਤੇ ਫਿਰ ਉਦੋਂ ਪ੍ਰੈਸ ਨੋਟ ਨਹੀਂ ਕੱਟੇ ਸੀ ਇਹਨਾਂ ਨੇ। ਇਹਨਾਂ ਦੇ ਕੇਜਰੀਵਾਲ ਸਾਹਿਬ ਉੱਥੇ ਬੋਲ ਕੇ ਨਹੀਂ ਆਏ ਸੀ ਅਸੀਂ ਰਿਮਾਂਡ ਲੈ ਕੇ ਆਏ ਆ, ਅਸੀਂ ਫਲਾਣਿਆਂ ਨੂੰ ਉੱਥੋਂ ਲੈ ਕੇ ਆਏ ਆ। ਉਦੋਂ ਕੋਰਟ ਦੇ ਫੈਸਲੇ ਸੀ ਨਾ। ਉਦੋਂ ਤਾਂ ਕਹਿੰਦੇ ਸੀ ਵੀ ਸਾਡੀ ਜਿਹੜੀ ਲੀਡਰਸ਼ਿਪ ਨੇ ਬਹੁਤ ਜ਼ਬਰਦਸਤ ਆਪਣਾ ਕੀ ਕਹਿੰਦੇ ਕੇਸ ਪੁੱਟ ਅਪ ਕੀਤੇ, ਤੇ ਫਿਰ ਅੱਜ ਲੀਡਰਸ਼ਿਪ ਨੇ ਕੇਸ ਪੁੱਟ ਅਪ ਨਹੀਂ ਕੀਤਾ। ਅੱਜ ਲੀਡਰਸ਼ਿਪ ਦੇ ਕੋਲ ਕੇਸ ਨਹੀਂ ਸੀਗਾ ਜੀ। ਸਵਾਲ ਸਿਰਫ ਇੰਨਾ ਖੜਾ ਹੁੰਦਾ ਵੀ ਹਰ ਡਬਲ ਸਟੈਂਡਰਡ ਨਾ ਰੱਖਣ, ਔਰ ਅਗਰ ਇਹਨਾਂ ਨੇ ਕੇਸ ਚੰਗਾ ਪੁੱਟ ਅਪ ਕੀਤਾ ਸੀ ਤੇ ਫਿਰ ਜ਼ਮਾਨਤ ਕਿਉਂ? ਔਰ ਸਾਹਿਬ ਨੂੰ ਇਸੇ ਕਰਕੇ ਲਿਆਏ ਸੀ ਜੀ ਕਿ ਕਈ ਸਾਹਿਬ ਜਿਹੜੇ ਵਕੀਲ ਸੀ ਉਹ ਇਸੇ ਕਰਕੇ ਲਿਆਏ ਸੀ ਉਹਨਾਂ ਦੀ ਜ਼ਮਾਨਤਾਂ ਹੋ ਜਾਣ। ਸਾਡੇ ਨਾਲ ਸਨੀ ਆਲੂਵਾਲੀਆ ਜੀ ਜੁੜੇ ਹੋਏ ਨੇ। ਮੈਂ ਇੱਕ ਵਾਰੀ ਰਿਐਕਸ਼ਨ ਲੈਣਾ। ਸਨੀ ਆਲੂਵਾਲੀਆ ਜੀ ਸਾਡੇ ਨਾਲ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ। ਸਨੀ ਜੀ ਮੇਰੀ ਆਵਾਜ਼ ਆ ਰਹੀ ਹੈ? ਮੈਂ ਜਾਣਾ ਜੀ, ਥੈਂਕ ਯੂ। ਸਨੀ ਜੀ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਗੌਰਵ ਜੀ। ਤੁਹਾਡੇ ਉੱਤੇ ਬਹੁਤ ਹਮਲਾਵਰ ਹੈ ਇਸ ਸਮੇਂ ਕਾਂਗਰਸ।
ਤੇ ਕਾਂਗਰਸ ਇਹ ਕਹਿ ਰਹੀ ਹੈ ਕਿ ਡਬਲ ਸਟੈਂਡਰਡ ਹੈ ਕਿ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਰਿਮਾਂਡ ਮਿਲਦੀ ਹੈ ਤਾਂ ਤੁਸੀਂ ਆਪਣੇ ਵਕੀਲਾਂ ਦੀ ਸਰਕਾਰ ਦੀ ਪਿੱਠ ਥਾਪੜਦੇ ਹੋ, ਤੇ ਜੇਕਰ ਹੁਣ ਜ਼ਮਾਨਤ ਮਿਲ ਗਈ ਬਿਕਰਮ ਮਜੀਠੀਆ ਨੂੰ ਤਾਂ ਤੁਸੀਂ ਕਹਿ ਰਹੇ ਹੋ ਕਿ ਅਦਾਲਤ ਦੀ ਪ੍ਰਕਿਰਿਆ ਸੀ, ਕਾਨੂੰਨ ਨੇ ਆਪਣਾ ਕੰਮ ਕੀਤਾ। ਨਹੀਂ ਗੌਰਵ ਜੀ, ਇਦਾਂ ਹੈ ਕਿ ਅਦਾਲਤ ਤੋਂ ਕਲੀਨ ਚਿੱਟ ਨਹੀਂ ਮਿਲੀ। ਮੈਨੂੰ ਲੱਗਦਾ ਵੀ ਢਿੱਲੋਂ ਸਾਹਿਬ ਨੂੰ ਲੱਗੇ ਵੀ ਕਲੀਨ ਚਿੱਟ ਮਿਲ ਗਈ, ਵੀ ਆਮ ਆਦਮੀ ਪਾਰਟੀ ਕੰਮ ਨਹੀਂ ਕਰਦੀ ਪਈ। ਕਲੀਨ ਚਿੱਟ ਨਹੀਂ ਮਿਲੀ, ਉਹਨਾਂ ਨੂੰ ਜ਼ਮਾਨਤ ਮਿਲੀ ਹੈ ਪਹਿਲੀ ਗੱਲ, ਔਰ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ। ਦੂਜੀ ਗੱਲ ਜਿਹੜੀ ਬਾਰ-ਬਾਰ ਕਹਿੰਦੇ ਹੈ 5 ਸਾਲ ਦੇ ਅੰਦਰ ਇਹਨਾਂ ਨੇ ਮਜੀਠੀਆ ਸਾਹਿਬ ਤੇ ਜਾਂ ਕਿਸੇ ਵੀ ਡਰੱਗ ਵਾਲਿਆਂ ਤੇ ਮਾਮਲੇ ਕਦ ਦਰਜ ਕਰਨੇ ਸ਼ੁਰੂ ਕੀਤੇ ਜਦ ਇਲੈਕਸ਼ਨ ਆ ਗਏ। ਪਹਿਲਾਂ ਤੇ 4.5 ਸਾਲ ਲੋਕ ਸੁੱਤੇ ਰਹੇ, ਇਹਨਾਂ ਨੇ ਕੋਈ ਕੰਮ ਨਹੀਂ ਕੀਤਾ। ਅੱਜ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਕੱਸ ਰਹੇ ਨੇ। ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 1.5 ਮਹੀਨੇ ਦੇ ਅੰਦਰ ਹੀ ਆਮ ਆਦਮੀ ਪਾਰਟੀ ਨੇ ਜਿੰਨੇ ਵੀ ਡਰੱਗ ਦੇ ਸਮਗਲਰ ਸੀਗੇ ਵੱਡੇ ਤੋਂ ਵੱਡੇ, ਔਰ ਕਾਫੀ ਜ਼ਿਆਦਾ ਡਰੱਗ ਰਿਕਵਰ ਵੀ ਕੀਤਾ ਗਿਆ, ਔਰ ਸਾਡੇ ਡੀਜੀਪੀ ਸਾਹਿਬ ਦਿਨ ਰਾਤ ਕੰਮ ਕਰ ਰਹੇ ਨੇ ਤੇ ਇਹ ਡਰੱਗ ਮੈਨੇਜ ਨੂੰ ਖਤਮ ਕੀਤਾ ਜਾਏਗਾ। ਔਰ ਡਰੱਗਸ ਦੇ ਅਗੇਂਸਟ ਬਹੁਤ ਵੱਡੀ ਲੜਾਈ ਜਿਹੜੀ ਹੈ ਭਗਵੰਤ ਸਿੰਘ ਮਾਨ ਜੀ ਨੇ ਪਹਿਲਾਂ ਹੀ ਆਂਦੇ ਹੀ ਕਹਿਤਾ ਸੀਗਾ, ਔਰ ਉਹਦੇ ਪਿੱਛੇ ਆਮ ਆਦਮੀ ਪਾਰਟੀ ਲੜ ਰਹੀ ਹੈ। ਜਿਹੜਾ ਵੀ ਬੰਦਾ ਇਸ 'ਚ ਫੜਿਆ ਜਾਏਗਾ ਉਸ ਦੇ ਉੱਤੇ ਵੱਡੀ ਤੋਂ ਵੱਡੀ ਕਾਰਵਾਈ ਹੋਏਗੀ। ਮਜੀਠੀਆ ਸਾਹਿਬ ਨੂੰ ਬੇਲ ਮਿਲੀ ਹੈ, ਉਹਨਾਂ ਨੂੰ ਕਲੀਨ ਚਿੱਟ ਨਹੀਂ ਮਿਲੀ, ਔਰ ਆਮ ਆਦਮੀ ਪਾਰਟੀ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਕਿ ਜਿਹੜੇ ਵੀ ਬੰਦੇ ਗਿਲਟੀ ਹੋਣਗੇ ਉਹਨਾਂ ਨੂੰ ਸਜ਼ਾ ਵੱਡੀ ਤੋਂ ਵੱਡੀ ਦਿੱਤੀ ਜਾਏ। ਅਕਾਲੀ ਦਲ ਵਾਲੇ ਇਲਜ਼ਾਮ ਲਗਾ ਰਹੇ ਆ, ਕਹਿੰਦੇ ਜੇਲ੍ਹ 'ਚ ਤੁਸੀਂ ਧੱਕਾ ਬਹੁਤ ਕੀਤਾ, ਕਿ ਚਲਾਨ ਵੀ ਪੇਸ਼ ਹੋਇਆ ਸੀ 8x8 ਦੇ ਇੱਕ ਬੈਰਕ ਦੇ ਵਿੱਚ ਰੱਖਿਆ ਗਿਆ, ਫਾਂਸੀ ਵਾਲਾ ਬੈਰਕ ਜਿਸ ਨੂੰ ਕਿਹਾ ਜਾਂਦਾ। ਦੇਖੋ, ਮਾਨ ਸਾਹਿਬ ਨੇ ਪਹਿਲੇ ਦਿਨ ਵਿਧਾਨ ਸਭਾ 'ਚ ਵੀ ਕਿਹਾ ਸੀਗਾ ਤੇ ਤੁਹਾਡੇ ਚੈਨਲ ਤੇ ਉਹ ਖਬਰ ਵੀ ਬੜੀ ਚੱਲੀ ਕਿ ਕਾਂਗਰਸ ਵਾਲੇ ਜਾਂ ਅਕਾਲੀ ਵਾਲੇ ਸਾਡੇ ਤੋਂ ਉਮੀਦ ਨਾ ਕਰਨ। ਜਿਹੜੀ ਚੀਜ਼ ਜਿਸ ਰੂਲ ਬੁੱਕ ਦੇ ਹਿਸਾਬ ਨਾਲ ਬਣੀ ਹੈ ਉਸੇ ਹਿਸਾਬ ਨਾਲ ਉਹਨਾਂ ਤੇ ਕਾਰਵਾਈ ਪਏਗੀ। ਵੀਆਈਪੀਜ਼ਮ ਆਮ ਆਦਮੀ ਪਾਰਟੀ ਨੇ ਪਹਿਲਾਂ ਕਿਹਾ ਸੀ ਅਸੀਂ ਖਤਮ ਕਰਾਂਗੇ, ਬੇਸ਼ੱਕ ਉਹ ਜੇਲ੍ਹ ਦੇ ਅੰਦਰ ਹੈ ਜਾਂ ਜੇਲ੍ਹ ਦੇ ਬਾਹਰ ਹੈ। ਜੋ ਵੀ ਸਜ਼ਾ ਜਿਹੜਾ ਵੀ ਕਲਪਰੇਟ ਹੋਊਗਾ, ਜਿਹਦੇ ਉੱਤੇ ਵੀ ਕੇਸਿਸ ਚੱਲਣਗੇ, ਉਹਨਾਂ ਨੂੰ ਨਾਰਮਲ ਕੰਡੀਸ਼ਨ 'ਚ ਹੀ ਰਹਿਣਾ ਪਊਗਾ। ਕੋਈ ਚਰਨਜੀਤ ਬਰਾੜ ਜੀ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜੁੜੇ ਹੋਏ ਨੇ। ਬਰਾੜ ਸਾਹਿਬ, ਦੋ ਚੀਜ਼ਾਂ ਨੇ, ਕਲੀਨ ਚਿੱਟ ਬਾਰ-ਬਾਰ ਆਮ ਆਦਮੀ ਪਾਰਟੀ ਇਹੀ ਕਹਿ ਰਹੀ ਹੈ ਕਿ ਕਲੀਨ ਚਿੱਟ ਨਹੀਂ ਮਿਲੀ, ਜ਼ਮਾਨਤ ਮਿਲੀ ਹੈ, ਤੇ ਦੂਜਾ ਜੋ ਜੇਲ੍ਹ ਵਾਲਾ ਵੀ ਤੁਹਾਡਾ ਇਲਜ਼ਾਮ ਸੀ ਉਹ ਕਹਿ ਰਹੇ ਨੇ ਕਿ ਵੀਆਈਪੀ ਕਲਚਰ ਨਹੀਂ ਅਸੀਂ ਰਹਿਣ ਦੇਣਾ, ਨਾ ਜੇਲ੍ਹ ਦੇ ਅੰਦਰ ਨਾ ਬਾਹਰ, ਵੀ ਸਾਡੇ ਤੋਂ ਉਮੀਦ ਨਾ ਰੱਖੋ ਤੁਸੀਂ। ਦੇਖੋ, ਇੱਕ ਗੱਲ ਹੈ, ਪਹਿਲੀ ਗੱਲ ਤਾਂ ਕਿ 5 ਮਹੀਨਿਆਂ ਦੇ ਵਿੱਚ ਇਹਨਾਂ ਕੋਲੇ ਕੋਈ ਸਬੂਤ ਨਹੀਂ ਜਿਹਦੇ ਆਧਾਰ ਤੇ ਅਦਾਲਤ ਹਰ ਵਾਰੀ ਜਿਹੜੇ ਜਦੋਂ ਅਦਾਲਤ ਦੇ ਵਿੱਚ ਕੇਸ ਲੱਗਦਾ ਸੀ ਤੇ ਪੰਜਾਬੀ ਜਿਹਨੂੰ ਕਹਿੰਦੇ ਆ ਜੁੱਤੀਆਂ ਵੱਜਦੀਆਂ ਸੀ ਸਰਕਾਰ ਨੂੰ ਜੀ। ਔਰ ਉਸ ਕਰਕੇ ਕਿ ਇੱਕ ਉਹ ਕਹਿੰਦੇ ਇੱਕ ਕਿਨਕਾ ਜਿੰਨਾ ਸਬੂਤ ਤਾਂ ਕੋਈ ਲਿਆ ਕੇ ਦਿਓ ਨਾ, ਕਿ ਤੁਹਾਡਾ ਮਤਲਬ ਕੋਈ ਇੰਨੇ ਦਿਨਾਂ ਦੀ ਤੁਸੀਂ ਪੜਤਾਲ ਕਰ ਲਿਓ, ਇੰਨਾ ਲੰਮਾ ਸਮਾਂ ਬੰਦੇ ਨੂੰ ਜੇਲ੍ਹ 'ਚ ਹੋ ਗਿਆ ਜੀ, ਤੇ ਇਹ ਕੋਈ ਸਬੂਤ ਤਾਂ ਦਿਓ। ਇਸ ਵਾਰੀ ਤੇ ਹਾਲਾਤ ਇਹ ਸੀ ਕਿ ਸਰਕਾਰ ਨੂੰ ਲੱਗਦਾ ਸੀ ਕਿ ਖੁਦ ਬ ਖੁਦ ਹੋ ਜਾਏ, ਜੇ 6 ਮਹੀਨੇ ਦੇ ਵਿੱਚ ਕਾਨੂੰਨਾਂ ਨਾਲ ਬੰਦਾ ਅੰਦਰ ਰਹਿ ਜਾਏ ਤੇ ਸਰਕਾਰ ਦੂਜਾ ਚਲਾਨ ਨਾ ਪੇਸ਼ ਕਰ ਪਾਏ ਤਾਂ ਇਹਨਾਂ ਦੀ ਕਿਰਕਰੀ ਬੜੀ ਹੋਣੀ ਸੀਗੀ। 10 ਦਿਨ ਹੀ ਰਹਿ ਗਏ ਸੀ, 11 ਦਿਨ, ਸਾਨੂੰ ਤੇ ਕੋਈ ਇਹਨਾਂ 10 ਦਿਨਾਂ ਨਾਲ ਵੀ ਕਾਹਲੀ ਨਹੀਂ ਸੀ। ਇਸ ਕਰਕੇ ਆਮ ਆਦਮੀ ਪਾਰਟੀ ਨੇ ਫਾਂਸੀ ਕੋਠੀ ਦੇ ਵਿੱਚ ਰੱਖਿਆ ਸੀ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ। ਸਾਨੂੰ ਅਦਾਲਤ ਦੇ ਵਿੱਚ ਜਾ ਕੇ ਸੁਰੱਖਿਆ ਦੀ ਗੱਲ ਕਰਨੀ ਪਈ। ਉੱਥੇ ਇਸ ਹਾਲਾਤਾਂ ਦੇ ਵਿੱਚ ਸ਼ਰਾਰਤਬਾਜ਼ੀ ਲੱਗਦੀ ਸੀ ਕਿ ਜਾਨ ਨੂੰ ਵੀ ਉਹਨਾਂ ਦੀ ਨੂੰ ਖਤਰਾ ਸੀਗਾ। ਫਾਂਸੀ ਦੀ ਜਿਹੜਾ ਹਾਲੇ ਤੱਕ ਚਲਾਨ ਪੇਸ਼ ਨਹੀਂ ਹੋਇਆ, ਕੋਈ ਚਾਰਜ ਫਰੇਮ ਨਹੀਂ ਹੋਇਆ, ਉਹਨੂੰ ਤੁਸੀਂ ਜੇ ਫਾਂਸੀ ਕੋਠੀ 'ਚ ਰੱਖੋਗੇ 8x8 ਦੀ 'ਚ, ਤਾਂ ਤੁਸੀਂ ਅੰਦਾਜ਼ਾ ਲਾਓ ਕਿ ਹੋਰ ਇਸ ਤੋਂ ਵੱਧ ਕੀ ਕਰ ਸਕਦੇ ਆ ਇਹ। ਇਸ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਜਿਹੜੇ ਹੈ ਉਹ ਮਨੋਬਲ ਉਹਨਾਂ ਦਾ ਵੈਸੇ ਹੀ ਬੜਾ ਸਟਰੋਂਗ ਔਰ ਉੱਚਾ ਰਹਿੰਦਾ ਹੈ, ਔਰ ਉਹਨਾਂ ਨੂੰ ਕੋਈ ਇਹਨਾਂ ਦੀਆਂ ਤਸੀਹੇ ਕੋਈ ਤੋੜ ਨਹੀਂ ਸਕੇ ਤੇ ਨਾ ਤੋੜ ਸਕਦੇ ਹੈ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕਿ ਜੇ ਕੋਈ ਸਬੂਤ ਸੀ ਤਾਂ ਚਲਾਨ ਪੇਸ਼ ਕਰ ਦਿੰਦੇ ਤੇ ਅਦਾਲਤ 'ਚ ਸਬੂਤ ਦੇ ਦਿੰਦੇ। ਪਰ ਇਹਨਾਂ ਦੋਨਾਂ ਸਰਕਾਰਾਂ ਨੇ ਜਾਣਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ, ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਲਈ ਪੁਲਿਸ ਨੂੰ ਦਸਤੇ ਦੇ ਤੌਰ ਤੇ ਵਰਤਿਆ। 3 ਡੀਜੀਪੀ ਬਦਲ ਕੇ ਫਿਰ ਇਹ ਪਰਚਾ ਦਰਜ ਕੀਤਾ। ਇਸ ਕਰਕੇ ਜਦੋਂ ਇਹ ਹੁਕਮ ਆਊਗਾ, ਫਾਈਨਲ ਆਰਡਰ ਆਊਗਾ, ਜਦੋਂ ਇਹ ਕੇਸ ਫਾਈਨਲ ਹੋਇਆ, ਤੁਸੀਂ ਦੇਖੀ ਜਾਇਓ ਜਿਵੇਂ ਕੁੰਵਰ ਵਿਜੇ ਪ੍ਰਤਾਪ ਵਰਗਿਆਂ ਨੂੰ ਨੌਕਰੀਆਂ ਛੱਡ ਕੇ ਭੱਜਣਾ ਪਿਆ, ਬਹੁਤੇ ਲੀਡਰਾਂ ਨੂੰ ਅਦਾਲਤਾਂ ਦੇ ਚੱਕਰ ਖਾਣੇ ਪੈਣਗੇ, ਔਰ ਬਹੁਤੇ ਅਫਸਰਾਂ ਨੂੰ ਜਿਹੜਾ ਹੈਗਾ ਜੇਲ੍ਹਾਂ ਤੱਕ ਜਾਣਾ ਪਊਗਾ। ਠੀਕ ਹੈ, ਮਨਜਿੰਦਰ ਸਿਰਸਾ ਵੀ ਸਾਡੇ ਨਾਲ ਕੁਝ ਹੀ ਪਲਾਂ ਦੇ ਵਿੱਚ ਜੁੜਨਗੇ। ਸਨੀ ਜੀ, ਤੁਸੀਂ ਸਬੂਤ ਨਹੀਂ ਪੇਸ਼ ਕਰ ਸਕੇ, ਸਰਕਾਰ ਸਬੂਤ ਨਹੀਂ 4.5 ਮਹੀਨੇ ਦੇ ਵਿੱਚ ਪੇਸ਼ ਕਰ ਸਕੀ, ਇਹ ਕਾਂਗਰਸ ਵੀ ਇਲਜ਼ਾਮ ਲਗਾ ਰਹੀ ਸੀ ਤੇ ਅਕਾਲੀ ਦਲ ਵੀ ਕਹਿ ਰਿਹਾ ਕਿ ਤੁਸੀਂ ਇੱਕ ਸਬੂਤ ਨਹੀਂ ਪੇਸ਼ ਕੀਤਾ, ਚਲਾਨ ਨਹੀਂ ਪੇਸ਼ ਹੋਇਆ। 6 ਮਹੀਨੇ ਬਾਅਦ ਤਾਂ ਵੈਸੀ ਜ਼ਮਾਨਤ ਮਿਲ ਜਾਣੀ ਸੀ, ਉਹ 10 ਦਿਨ 15 ਦਿਨ ਪਹਿਲਾਂ ਮਿਲ ਗਈ। ਨਹੀਂ ਏਦਾਂ ਕਿ ਅਕਾਲੀ ਦਲ ਵਾਲਿਆਂ ਨੂੰ ਜਾਂ ਕਾਂਗਰਸ ਵਾਲਿਆਂ ਨੂੰ ਇਹ ਦੱਸਣਾ ਕਿ ਸਬੂਤ ਨਹੀਂ ਪੇਸ਼ ਕੀਤਾ, ਉਹਨਾਂ ਨੂੰ 8x8 ਦੇ ਕਮਰੇ 'ਚ ਪਾਤਾ, 10x8 ਦੇ ਕਮਰੇ 'ਚ ਪਾਤਾ। ਇਹ ਪਤਾ ਕਿ ਇਹ ਦੋਨੋਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਤੇ ਆਪਣੇ ਫਾਇਦੇ ਲਈ ਝੂਠ ਬੋਲਦੀਆਂ। ਅਸੀਂ ਸਾਰੀ ਕਾਰਵਾਈ
ਜਿਹੜੀ ਰੂਲ ਬੁੱਕ ਬਣਾਈ ਹੋਈ ਹੈ ਕਨਸਟੀਟਿਊਸ਼ਨ ਦੀ ਉਹਦੇ ਹਿਸਾਬ ਨਾਲ ਕਰਨੇ, ਬੇਸ਼ੱਕ ਉਹ ਜੇਲ੍ਹ ਦੀ ਰੂਲ ਬੁੱਕ ਹੋਵੇ, ਬੇਸ਼ੱਕ ਕਿਸੇ ਵੀ ਚੀਜ਼ ਦੀ ਹੋਵੇ। ਅਸੀਂ ਕਿਸੇ ਵੀ ਚੀਜ਼ ਦੇ ਉੱਤੇ ਨਾ ਕਿਸੇ ਨੂੰ ਫੇਵਰ ਕਰਦੇ ਹਾਂ, ਨਾ ਸਾਡੇ ਤੁਸੀਂ ਤੁਹਾਡੇ ਤੇ ਇਲਜ਼ਾਮ ਨਹੀਂ ਲਾ ਸਕਦੇ 60-40 ਹੈ, 40-60 ਹੈ, 50-50 ਹੈ। ਸਾਡੀ ਪਾਰਟੀ ਕੋਈ ਇਹੋ ਜਿਹੇ ਬੰਦੇ ਨਹੀਂ, ਅਸੀਂ ਹਰ ਇੱਕ ਬੰਦੇ ਦੇ ਉੱਤੇ ਕਾਰਵਾਈ ਕਰਦੇ ਹਾਂ ਔਰ ਉਸ ਦੇ ਤਹਿਤ ਅਸੀਂ ਸਾਰੇ ਸਬੂਤ ਜਿਹੜੇ ਠੀਕ ਹੈ। ਨਹੀਂ, ਸਵਾਲ ਬਹੁਤ ਚੁੱਕੇ ਜਾ ਰਹੇ ਨੇ। ਸਨੀ ਜੀ ਮੇਰੇ ਨਾਲ ਰਿਓ ਫੋਨ ਲਾਈਨ ਤੇ ਸਾਡੇ ਨਾਲ ਗੌਰਵ ਜੀ ਨਵਜੋਤ ਸਿੰਘ ਤੁਹਾਡੇ ਕੋਲ ਕਲਰਕ ਬਣਾ ਕੇ ਏਸੀ ਦੇ ਵਿੱਚ ਬਿਠਾਇਆ ਹੋਇਆ ਹੈ। ਮੈਂ ਬਰਾੜ ਸਾਹਿਬ ਤੁਹਾਡੇ ਕੋਲ ਆ ਰਿਹਾ ਸਾਡਾ ਮਿਨਿਸਟਰ ਸਿੰਘ ਸਿਰਸਾ ਜੀ ਜੁੜੇ ਹੋਏ ਜੀ। ਸਨੀ ਜੀ ਪਲੀਜ਼ ਹੋਲਡ ਕਰਿਓ ਥੋੜਾ ਜਿਹਾ। ਸਨੀ ਜੀ ਬਰਾੜ ਜੀ ਥੋੜਾ ਹੋਲਡ ਕਰਿਓ ਪਲੀਜ਼, ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਿਰਸਾ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ। ਅਕਾਲੀ ਦਲ ਕਹਿ ਰਿਹਾ ਕਿ ਸਬੂਤ ਨਹੀਂ ਕੋਈ ਪੇਸ਼ ਕਰ ਸਕੇ, ਨਾ ਕਾਂਗਰਸ ਦੀ ਸਰਕਾਰ ਨਾ ਆਮ ਆਦਮੀ ਪਾਰਟੀ ਦੀ ਸਰਕਾਰ, ਔਰ ਇਹ ਇੱਕ ਤਰੀਕੇ ਨਾਲ ਜਸ਼ਨ ਦਾ ਮੌਕਾ ਅਕਾਲੀ ਦਲ ਨੂੰ ਨਜ਼ਰ ਆ ਰਿਹਾ। ਖੂਬ ਢੋਲ ਵੱਜ ਰਹੇ ਨੇ, ਲੱਡੂ ਵੰਡੇ ਜਾ ਰਹੇ ਨੇ। ਤੁਸੀਂ ਕਿਵੇਂ ਦੇਖਦੇ ਹੋ? ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਹੈ? देखो, आम आदमी पार्टी ने कोई ना कोई तो बेईमानी की है, क्योंकि अरविंद केजरीवाल रोज क्या करते थे कि असि नशे के तस्कर पढ़ के अंदर दे दें, हम आएंगे तो कोई बात छोड़ेंगे नहीं, लोग दिखेंगे नहीं, जेडे ऑलरेडी अंदर से वो भी बाहर आने लगते। मतलब कुछ ना कुछ तो आम आदमी पार्टी ने जो गल कही सी उत्ते तो पूरी नहीं उत्ती। आम आदमी पार्टी कितने कितने बेईमानी हो रही है, तो हुण आम आदमी पार्टी को जवाब देने की लोड़ आ कि की कारण आ कि अज वो चुप बैठे ने। कल तक जो कहते थे कि असि नशे के तस्कर, असि बरगाड़ी की बेअदबी करने वाले लोग, गोली चलाने वाले लोग अंदर देने ते हुण अज ते उन्हां नूं प्रूव करन दी लोड़ आ। अज उन्हां दा वक्त ते उन्हां दा जवाब देण दा। इनफैक्ट कांग्रेस ने ते अपनी कार्रवाई जो दिखाया, कांग्रेस ने ते अंदर अरेस्ट कीता और इन्हां ने छड्डिया। ਇਹਦਾ ਮਤਲਬ ਕੁਛ ਨਾ ਕੁਛ ਤੇ ਗੜਬੜ ਹੋਈ ਆ ਨਾ। ਐ ਤਾਂ ਨਹੀਂ ਹੈਗਾ ਕਿ ਇਹ ਕਹਿ ਦੇਣਗੇ ਕਿ ਨਹੀਂ ਜੀ ਨਹੀਂ ਕੋਈ ਗੱਲ ਹੀ ਨਹੀਂ, ਕੋਈ ਗੱਲ ਤੇ ਅੱਜ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਸ਼ਾਇਦ ਬੁਲਾਰੇ ਜ਼ਰੂਰ ਤੁਹਾਡੇ ਨਾਲ ਹੋਣਗੇ। ਅੱਜ ਉਹਨਾਂ ਦਾ ਸਮਾਂ, ਅੱਜ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ। ਪੂਰਾ ਦੇਸ਼ ਅੱਜ ਉਹਨਾਂ ਤੋਂ ਜਵਾਬ ਮੰਗ ਰਿਹਾ। ਨਹੀਂ ਸਿਰਸਾ ਸਾਹਿਬ, ਤੁਹਾਡੇ ਪੁਰਾਣੇ ਸਾਥੀ ਅਕਾਲੀ ਦਲ ਵਾਲੇ ਸਾਰੇ ਰਹੇ ਨੇ, ਪਰ ਤੁਹਾਨੂੰ ਲੱਗਦਾ ਕਿ ਪੈਰਵੀ 'ਚ ਕਮੀ ਰਹੀ ਹੈ, ਇਸ ਕਰਕੇ ਜ਼ਮਾਨਤ ਹੋ ਗਈ? ਕੁਛ ਨਾ ਕੁਛ ਤੇ ਗਲਤ ਕੀਤਾ ਹੀ ਆ ਨਾ, ਐ ਤਾਂ ਨਹੀਂ ਹੋ ਸਕਦੀ ਜ਼ਮਾਨਤ। ਮੈਂ ਤਾਂ ਨਹੀਂ ਕਹਿ ਰਿਹਾ ਅਰਵਿੰਦ ਕੇਜਰੀਵਾਲ ਦੀ ਸਟੇਟਮੈਂਟ ਦੇ ਉੱਤੇ ਮੈਂ ਬੋਲਦਾ ਪਿਆ। ਜੇਕਰ ਮੈਂ ਉਹਨਾਂ ਦੀ ਸਟੇਟਮੈਂਟ ਦੇਖਾਂ, ਭਗਵੰਤ ਮਾਨ ਜੀ ਦੀ ਸਟੇਟਮੈਂਟ ਦੇਖਾਂ, ਫਿਰ ਤੇ ਪੰਜਾਬ ਦੇ ਲੋਕ ਇਹ ਉਮੀਦ ਕਰ ਰਹੇ ਸੀ ਕਿ ਇਹ ਕਾਰਵਾਈ ਕਰਨਗੇ। ਹੁਣ ਦੋ ਹੀ ਗੱਲਾਂ ਨੇ ਨਾ, ਇਹਨਾਂ ਨੇ ਕਿਉਂ ਨਹੀਂ ਕਾਰਵਾਈ ਕੀਤੀ, ਇਹਨਾਂ ਨੇ ਕਿਉਂ ਨਹੀਂ ਪੈਰਵਾਈ ਕੀਤੀ, ਇਹ ਕੀ ਕਾਰਨ ਹੈ? ਤੇ ਜਵਾਬ ਅਸੀਂ ਤਾਂ ਨਹੀਂ ਦੇ ਸਕਦੇ, ਜਾਂ ਤੇ ਕੋਰਟ ਦੱਸ ਸਕਦੀ ਹੈ, ਖੁਦ ਦੱਸ ਸਕਦੇ ਨੇ। ਹੁਣ ਸਾਨੂੰ ਤਾਂ ਨਹੀਂ ਪਤਾ ਅੰਦਰ ਕੀ ਕੁਝ ਹੋਇਆ। ਆਪਸ ਮਿਲੇ ਨੇ, ਮਿਲ ਕੇ ਇਹਨਾਂ ਨੇ ਕੀਤਾ ਨਹੀਂ ਕੀਤਾ। ਦੇਖੋ ਮੈਂ ਤੇ ਕਿਤਨਾ ਦੱਸ ਸਕਦਾ, ਇਹ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਹੀ ਦੱਸ ਸਕਦੇ ਨੇ, ਆਮ ਆਦਮੀ ਪਾਰਟੀ ਹੀ ਦੱਸ ਸਕਦੀ ਹੈ ਜੀ। ਨਹੀਂ, ਆਮ ਆਦਮੀ ਸਵਾਲ ਆ ਨਾ ਜੀ, ਆਮ ਆਦਮੀ ਪਾਰਟੀ ਤਰਕ ਦੇ ਰਹੀ ਹੈ। ਨਹੀਂ, ਤਰਕ ਦੇ ਰਹੀ ਹੈ ਸਿਰਸਾ ਜੀ ਦੋ। ਇੱਕ ਤਾਂ ਉਹ ਕਹਿੰਦੇ ਕਿ ਅਦਾਲਤ ਦਾ ਕੰਮ ਹੈ, ਕਾਨੂੰਨ ਜੋ ਕਰ ਰਿਹਾ ਹੈ ਉਸ ਤਰੀਕੇ ਨਾਲ ਅੱਗੇ ਵੱਧਦਾ ਹੈ, ਤੇ ਦੂਜਾ ਉਹ ਕਹਿੰਦੇ ਕਿ ਜ਼ਮਾਨਤ ਮਿਲੀ ਹੈ, ਕੋਈ ਬਰੀ ਨਹੀਂ ਹੋ ਗਿਆ, ਕੋਈ ਕਲੀਨ ਚਿਟ ਨਹੀਂ ਮਿਲ ਗਈ, ਜ਼ਮਾਨਤ ਸਭ ਦਾ ਹੱਕ ਹੈ, ਉਹਨਾਂ ਨੂੰ ਮਿਲ ਗਈ। ਨਹੀਂ, ਫਿਰ ਇਹ ਤੇ ਪਹਿਲਾਂ ਵੀ ਕੋਰਟ ਕਰਦੀ ਪਈ ਸੀ, ਬਰਗਾੜੀ 'ਚ ਵੀ ਕੋਰਟ ਕਾਰਵਾਈ ਕਰ ਹੀ ਰਹੀ ਸੀ ਨਾ। ਫਿਰ ਇਹਨਾਂ ਦਾ ਕੀ ਰੋਲ ਸੀ? ਤੇ ਨਸ਼ਿਆਂ ਦੇ ਉੱਤੇ ਵੀ ਸਰਕਾਰ ਤੇ ਫਿਰ ਆਪਣੀ ਕੋਰਟ ਤੇ ਕਾਰਵਾਈਆਂ ਕਰ ਹੀ ਰਹੀ ਸੀ ਜੀ। ਫਿਰ ਜਿਹੜੀ ਇਹ ਗੱਲਾਂ ਕਰ ਰਹੇ ਸੀ ਉਹ ਗੱਲਾਂ ਅੱਜ ਕਿੱਥੇ? ਅੱਜ ਕੋਰਟ 'ਚ ਚਲੇ ਗਈਆਂ। ਕਿਆ ਸੁਪਰੀਮ ਹਾਈ ਕੋਰਟ ਨਵੀਂ ਬਣੀ ਆ ਪੰਜਾਬ ਦੇ ਅੰਦਰ, ਜਾਂ ਪਹਿਲਾਂ ਵੀ ਸੀਗੀ ਕੋਰਟ? ਮੇਰੀ ਜਾਣਕਾਰੀ ਮੁਤਾਬਕ ਤੇ ਹਾਈ ਕੋਰਟ ਪਹਿਲਾਂ ਤੋਂ ਪੰਜਾਬ 'ਚ ਐਗਜ਼ਿਸਟ ਕਰਦੀ ਆ, ਪੰਜਾਬ ਦੇ ਫੈਸਲੇ ਹਾਈ ਕੋਰਟ 'ਚ ਪਹਿਲਾਂ ਤੋਂ ਹੋ ਰਹੇ ਨੇ। ਤੇ ਫਿਰ ਜਿਹੜੀਆਂ ਗੱਲਾਂ ਇਹ ਕਹਿ ਰਹੇ ਸੀ ਉਹ ਕਿੱਥੇ ਨੇ? ਇਹ ਕਹਿੰਦੇ ਸੀ ਵੀ ਮਿਲ ਗਏ ਨੇ ਆਪਸ ਅੰਦਰ, ਤੇ ਫਿਰ ਹੁਣ ਇਹਨਾਂ ਨੇ ਛੱਡ ਦਿੱਤਾ ਜੀ, ਇਹਨਾਂ ਨੇ ਕੇਸ ਹੀ ਕਮਜ਼ੋਰ ਬਣਾਇਆ। ਤੁਹਾਨੂੰ ਯਾਦ ਹੋਵੇ अरविंद केजरीवाल जी की स्टेटमेंट मैं याद कराना, अगर उन्होंने बुलारे नो याद हो, कह रहे सी इनकी मिली भुगत है, हमने पता कर लिया, इन्होंने केस ऐसे बनाया है कि वो जल्दी छूट जाएंगे, हमारी सरकार आएगी, हम सारे नशा तस्करों को जेल में देंगे, हम बरगाड़ी करने वालों को 24 घंटे में जेल में दे देंगे। मेरी नहीं, अरविंद केजरीवाल जी की स्टेटमेंट। देखो अकाली दल दोवें सरकारां जो कांग्रेस की गवर्नमेंट रही या जो मौजूदा समय दे विच, क्योंकि 2-2.5 महीने कांग्रेस की सरकार सी, परचा दर्ज होने तो बाद दूजे पासे मौजूदा समय च आम आदमी पार्टी की सरकार है, दोवां दे उत्ते सवाल चुक रहे हैं। तो लग रहा है कि सिरसा जी दे नाल साडा जिहड़ा कनैक्शन है टुट गया है। शुक्रिया सिरसा जी, धन्यवाद साडे नाल जुड़न दे लई। बराड़ साहब एक फाइनल रिएक्शन तुहाडे तो चाहूंगा। श्रोमणी अकाली दल तो चरणजीत बराड़ साडे नाल लगातार जुड़े हुए हैं। बराड़ साहब, अकाली दल हुण अगे की रूपरेखा तय कर रहा है? देखो, सानू मानयोग अदालत दे विच भरोसा है और हुण तक चलान नहीं पेश होया, कोई झूठा मूठा चलान भी आम आदमी पार्टी पेश करेगी। असीं फाइट करांगे, साल लगन 2 साल लगन, और ये केस ने बहुत बुरी तरह उड़ना और मजीठिया साहब ने बाइज्जत बरी होना है। जदों बरी होणगे ते जेड़े जेड़े लोकां ने झूठा केस बनाया है उहनूं अदालत दे दरवाजे तक खिच के लैके जावांगे। असीं एक बेनती करते हैं, क्योंकि असीं सौखे किते छड्डण वाले नहीं है। जिस किस्म का असीं मानसिक पीड़ा झल्ली है और झल रहे हैं, बिना किसी दोष दे बंदे नूं तुसीं
6-6 ਮਹੀਨੇ ਜੇਲ੍ਹਾਂ 'ਚ ਰੱਖੋ, ਮਾਨਸਿਕ ਪੀੜਾ ਇੰਨੀ ਝੱਲਣੀ ਪਵੇ, ਪਹਿਲਾਂ ਐਲੀਗੇਸ਼ਨ ਲਾਉਂਦੇ ਆ ਫਿਰ ਮਾਫੀਆਂ ਮੰਗ ਕੇ ਭੱਜਦੇ ਆ। ਇਸ ਕਰਕੇ ਪਰਮਾਤਮਾ ਮਿਹਰ ਕਰੇ, ਸਮਾਂ ਦੇਵੇ ਸਭ ਨੂੰ, ਤੇ ਜਦੋਂ ਸਮਾਂ ਆ ਗਿਆ ਤੇ ਸਭ ਨੂੰ ਇਸ ਗੱਲ ਦੇ ਜਵਾਬ ਅਸੀਂ ਅਦਾਲਤ ਦੇ ਰਾਹੀਂ ਤੇ ਕਾਨੂੰਨ ਦੇ ਰਾਹੀਂ ਦੇਵਾਂਗੇ। ਠੀਕ ਹੈ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਇਸ ਸਮੇਂ ਸਿਆਸਤ ਜ਼ਰੂਰ ਭਖੀ ਹੋਈ ਹੈ, ਸਾਫ਼ ਤੌਰ ਤੇ ਨਜ਼ਰ ਆਉਂਦਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਬਿਆਨਬਾਜ਼ੀਆਂ ਹੋ ਰਹੀਆਂ ਨੇ। ਤਾਂ ਕਾਂਗਰਸ ਬਹੁਤ ਹਮਲਾਵਰ ਹੈ ਆਮ ਆਦਮੀ ਪਾਰਟੀ ਦੇ ਉੱਤੇ, ਉਧਰ ਬੀਜੇਪੀ ਵੀ ਹਮਲਾਵਰ ਹੈ ਆਮ ਆਦਮੀ ਪਾਰਟੀ ਦੇ ਉੱਤੇ। ਅਕਾਲੀ ਦਲ ਦੇ ਲਈ ਇੱਕ ਰਾਹਤ ਜ਼ਰੂਰ ਆਈ ਹੈ ਬਿਕਰਮ ਮਜੀਠੀਆ ਦੀ ਜ਼ਮਾਨਤ ਦੇ ਨਾਲ। ਤਾਂ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ ਦੂਜੇ ਪਾਸੇ ਨਾਲ ਜੇ ਅਸੀਂ ਜ਼ਿਕਰ ਕਰੀਏ ਕਾਂਗਰਸ, ਕਿਉਂਕਿ ਕਾਂਗਰਸ ਦੇ ਰਾਜ ਦੇ ਸਮੇਂ ਪਰਚਾ ਦਰਜ ਹੋਇਆ ਸੀ 20 ਦਸੰਬਰ ਦੇ ਆਸ-ਪਾਸ, ਤਾਂ ਅਕਾਲੀ ਦਲ ਦੇ ਨਿਸ਼ਾਨੇ ਦੇ ਉੱਤੇ ਕਾਂਗਰਸ ਵੀ ਹੈ, ਅਕਾਲੀ ਦਲ ਦੇ ਨਿਸ਼ਾਨੇ ਦੇ ਉੱਤੇ ਆਮ ਆਦਮੀ ਪਾਰਟੀ ਵੀ ਹੈ। ਤਾਂ ਸਿਆਸੀ ਤੌਰ ਦੇ ਉੱਤੇ ਇਸ ਸਮੇਂ ਜ਼ਰੂਰ ਹਲਚਲ ਪੰਜਾਬ ਦੀ ਸਿਆਸਤ ਦੇ ਵਿੱਚ ਨਜ਼ਰ ਆ ਰਹੀ ਹੈ। ਸਿੱਧਾ ਰੁਕ ਕਰਦੇ ਹਾਂ ਅਕਾਲੀ ਦਲ ਦੇ ਇਸ ਸਮੇਂ ਜਿਹੜੇ ਦਫ਼ਤਰ ਨੇ ਜਾਂ ਫਿਰ ਵੱਖ-ਵੱਖ ਥਾਵਾਂ ਦੇ ਉੱਤੇ ਕੀ ਕੁਝ ਇਸ ਸਮੇਂ ਹਲਚਲ ਆ, ਉਹ ਵੀ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ। ਬਿਕਰਮ ਮਜੀਠੀਆ ਨੂੰ ਇੱਕ ਵੱਡੀ ਰਾਹਤ ਮਿਲੀ ਹੈ, ਔਰ ਬਿਕਰਮ ਮਜੀਠੀਆ ਨੂੰ ਰਾਹਤ ਅਕਾਲੀ ਦਲ ਦੇ ਲਈ ਇੱਕ ਵੱਡੀ ਰਾਹਤ ਕਹੀ ਜਾ ਸਕਦੀ ਹੈ, ਕਿਉਂਕਿ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਅਕਾਲੀ ਦਲ ਉਸ ਦੌਰ ਦੇ ਵਿੱਚੋਂ ਨਿਕਲ ਰਿਹਾ ਹੈ ਜਦੋਂ ਅਕਾਲੀ ਦਲ ਦੇ ਕੋਲ ਵਿਧਾਨ ਸਭਾ ਦੇ ਅੰਦਰ ਜਾਂ ਫਿਰ ਲੋਕ ਸਭਾ ਦੇ ਵਿੱਚ ਜ਼ਿਆਦਾ ਨੁਮਾਇੰਦੇ ਨਹੀਂ ਨੇ, ਤੇ ਵਿਧਾਨ ਸਭਾ ਦੇ ਬਾਹਰ ਇਹ ਸਥਿਤੀ ਹੈ ਕਿ ਜਿਹੜੇ ਆਪਣੇ ਵੱਡੇ ਧੁਰੰਦਰ ਨੇ ਉਹ ਵੀ ਕਿਤੇ ਨਾ ਕਿਤੇ ਇੱਕ ਬਾਗੀ ਸੁਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ। ਬਿਕਰਮ ਮਜੀਠੀਆ ਕਿ ਇਸ ਬਾਗੀ ਸੁਰਾਂ ਨੂੰ ਠੱਲ ਪਾ ਸਕਣਗੇ ਬਾਹਰ ਆ ਕੇ, ਇਹ ਵੀ ਇੱਕ ਵੱਡਾ ਸਵਾਲ ਹੈ। ਸਿੱਧਾ ਰੁਕ ਕਰਦੇ ਹਾਂ ਬਿਕਰਮ ਮਜੀਠੀਆ ਦਾ ਚੰਡੀਗੜ੍ਹ ਦੇ ਵਿੱਚ ਰਿਹਾਇਸ਼ ਹੈ, ਉੱਥੇ ਤੋਂ ਇਸ ਸਮੇਂ ਸਾਡੇ ਸਹਿਯੋਗੀ ਅਮਨ ਭਾਰਦਵਾਜ ਜੁੜੇ ਹੋਏ ਨੇ। ਅਮਨ ਦਾ ਸਿੱਧਾ ਰੁਕ ਕਰਦੇ ਹਾਂ। ਅਮਨ, ਅਕਾਲੀ ਦਲ ਦੇ ਲਈ ਰਾਹਤ ਹੈ, ਕੁਝ ਤਸਵੀਰਾਂ ਆਈਆਂ ਵੱਖ-ਵੱਖ ਥਾਵਾਂ ਤੋਂ ਜਸ਼ਨ ਦੀਆਂ, ਮੌਜੂਦਾ ਸਮੇਂ ਦੇ ਵਿੱਚ ਚੰਡੀਗੜ੍ਹ ਵਾਲੀ ਰਿਹਾਇਸ਼ ਦੇ ਉੱਤੇ ਕੀ ਕੁਝ ਇਸ ਸਮੇਂ ਹਲਚਲ ਹੈ? ਅਮਨ गौरव, मैं इस वेले जी विक्रम मजीठिया उन्होंने पत्नी जो विधायक भी ने गनीव कौर मजीठिया उन्होंने रिहाइश से जो सरकारी रिहाइश फ्लैट उन्होंने बतौर MLA अलॉट होया होया उस रिहाइश से मौजूद हाँ, और विक्रम मजीठिया उन्होंने जोड़े परिवार के लोग ने वो अंदर मौजूद ने, उन्होंने बच्चे कुछ देर पहला पहुँचे। और ये भी जिक्र करना बनता है कि बच्चों भी ये सुनेहा मिले है कि उन्होंने पिता जोड़े ने वो अज घर आएंगे, क्योंकि कहते हर दूसरे तो तीसरे दिन ये पूछते थे कि उन्होंने पिता कदों आएंगे, और अज वो केक लेके चॉकलेटा लेके अपने पिता का इंतजार भी कर रहे हैं। और उस दे नाल ही गौरव ये फैमिली टर्म्स, क्योंकि उन्होंने इस तरीके के परिवार के लोग पहुँच रहे हैं, ਉੱਥੇ ਹੀ ਜਿਹੜੇ ਉਹਨਾਂ ਦੇ ਹਲਕੇ ਦੇ ਜਾਂ ਕਰੀਬੀ ਲੋਕ ਨੇ, ਜੋ ਸਪੋਰਟਰ ਸੀ ਜਾਂ ਕਰੀਬ ਦੇ ਲੋਕ ਨੇ, ਹਲਕੇ ਦੇ ਨੇ, ਵੱਖ-ਵੱਖ ਥਾਵਾਂ ਤੋਂ ਪੰਜਾਬ ਦੇ, ਉਹ ਵੀ ਇਸ ਫਲੈਟ ਤੇ ਮੁਲਾਕਾਤ ਕਰਨ ਲਈ ਪਹੁੰਚ ਰਹੇ ਨੇ। ਉਹਨਾਂ ਦੀ ਕੋਸ਼ਿਸ਼ ਹੈ ਕਿ ਗਨੀਵ ਕੌਰ ਮਜੀਠੀਆ ਉਹਨਾਂ ਨਾਲ ਮੁਲਾਕਾਤ ਹੋ ਸਕੇ, ਕਿਉਂਕਿ ਇਹ ਵੀ ਜਾਣਕਾਰੀ ਮਿਲੀ ਕਿ ਸਵੇਰੇ ਗਨੀਵ ਕੌਰ ਮਜੀਠੀਆ ਇੱਥੇ ਸੀਗੇ, ਉਸ ਤੋਂ ਬਾਅਦ ਵਕੀਲਾਂ ਦੇ ਨਾਲ ਮੁਲਾਕਾਤ ਕਰਨ ਲਈ ਗਏ ਹੋਏ ਨੇ। ਪਹਿਲਾਂ ਹਾਈ ਕੋਰਟ ਗਏ, ਉਸ ਤੋਂ ਬਾਅਦ ਵਕੀਲਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਉਹ ਉਹਨਾਂ ਦੀ ਜਾਰੀ ਹੈ। ਔਰ ਇਹ ਵੀ ਹੈ ਕਿ ਜਦੋਂ ਟਾਈਮ ਫਾਈਨਲ ਹੋਏਗਾ ਕਿ ਰਿਹਾਈ ਕਦੋਂ ਹੋਣੀ ਹੈ, ਕਦੋਂ ਉਹਨਾਂ ਨੇ ਜੇਲ੍ਹ ਤੋਂ ਬਾਹਰ ਆਣਾ ਹੈ, ਪ੍ਰੋਸੈਸ ਪੂਰਾ ਫੋਲੋ ਕਰਨ ਤੋਂ ਬਾਅਦ ਤਾਂ ਉੱਥੇ ਗਨੀਵ ਕੌਰ ਮਜੀਠੀਆ ਵੀ ਪਟਿਆਲੇ ਪਹੁੰਚਣਗੇ। ਇਹ ਵੀ ਜਾਣਕਾਰੀ ਜਿਹੜੀ ਹੈ ਉਹ ਇੱਥੋਂ ਮਿਲ ਰਹੀ ਸੀਗੀ। ਔਰ ਇੱਥੇ ਫਲੈਟ ਤੇ ਵੀ ਜਿਹੜਾ ਗਨੀਵ ਕੌਰ ਮਜੀਠੀਆ ਉਹਨਾਂ ਦਾ ਫਲੈਟ ਹੈ, ਜਿੱਥੇ ਅੰਦਰ ਬੱਚੇ, ਪਰਿਵਾਰ ਦੇ ਲੋਕ ਔਰ ਸਪੋਰਟਰ ਮੌਜੂਦ ਨੇ, ਉੱਥੇ ਹੀ ਹਲਚਲ ਵੀ ਵਧੀ ਹੈ। ਹਰ ਇੱਕ ਕੋਈ ਆ ਰਿਹਾ ਹੈ, ਮੁਬਾਰਕਬਾਦ ਦੇ ਰਿਹਾ ਕਿ ਅਕਾਲੀ ਦਲ ਲਈ, ਕਿਉਂਕਿ ਅਜਿਹਾ ਕ੍ਰੂਸ਼ਲ ਟਾਈਮ ਹੈ, ਇਸ ਦੇ ਅੰਦਰ ਕਿਤੇ ਨਾ ਕਿਤੇ ਪੋਲੀਟੀਕਲੀ ਰਿਵਾਈਵ ਕਰਨਾ, ਔਰ ਇਸ ਤਰੀਕੇ ਦੇ ਅੰਦਰ ਜੋ ਖਾਸ ਕਰਕੇ ਇਸ ਤਰੀਕੇ ਦੀਆਂ ਸਾਜ਼ਿਸ਼ਾਂ ਜਿਸ ਨੂੰ ਕਰਾਰ ਅਕਾਲੀ ਦਲ ਕਰ ਰਿਹਾ ਹੈ, ਤਾਂ ਉਸ ਤੋਂ ਰਿਵਾਈਵ ਕਰਨਾ ਵੀ ਇੱਕ ਵੱਡੀ ਚੁਣੌਤੀ ਹੈਗੀ। ਔਰ ਸਿਆਸੀ ਤੌਰ ਤੇ ਗੌਰਵ ਇਹ ਵੀ ਚਰਚਾ ਹੈਗੀ ਹੈ ਕਿ ਕਿਆ ਜਿਵੇਂ ਪਾਰਟੀ ਦਾ ਸਟਰਕਚਰ ਭੰਗ ਕੀਤਾ ਗਿਆ ਹੈ, ਝੁੰਦਾ ਕਮੇਟੀ ਦੀ ਰਿਪੋਰਟ ਜਿਹੜੀ ਸੀਗੀ, ਪ੍ਰਧਾਨ ਬਦਲਣ ਨੂੰ ਲੈ ਕੇ ਚਰਚਾਵਾਂ ਸੀਗੀਆਂ, ਤਾਂ ਇੱਕ ਨਿਗਾਹਾਂ ਜ਼ਰੂਰ ਨੇ ਵਿਕਰਮ ਮਜੀਠੀਆ ਉਹਨਾਂ ਨੂੰ ਲੈ ਕੇ ਕਿ 6 ਮਹੀਨੇ ਦਾ ਜੋ ਟਾਈਮ ਅੰਦਰ ਉਹਨਾਂ ਨੇ ਕੱਟਿਆ, ਇਸ ਜਿਹੇ 'ਚ ਪਾਰਟੀ ਨੇ ਜੋ ਅਪਸ ਐਂਡ ਡਾਊਨਸ ਦੇਖੇ ਨੇ, ਤਾਂ ਉਸ ਨੂੰ ਕਿਵੇਂ ਰਿਵਾਈਵ ਕੀਤਾ ਜਾਵੇ, ਉਸ ਤੋਂ ਕਿਵੇਂ ਰਿਵਾਈਵ ਕੀਤਾ ਜਾਵੇ, ਕਿਆ ਪ੍ਰਧਾਨਗੀ ਨੂੰ ਲੈ ਕੇ, ਕਿਉਂਕਿ ਇਹ ਵੀ ਮੰਨਿਆ ਜਾਂਦਾ ਅਕਾਲੀ ਦਲ ਦੇ ਅੰਦਰ ਕਿ ਵਿਕਰਮ ਮਜੀਠੀਆ ਦੀ ਜਿਹੜੀ ਪੈਠ ਹੈਗੀ ਹੈ, ਮਜ਼ਬੂਤੀ ਹੈਗੀ ਹੈ ਪਾਰਟੀ ਦੇ ਅੰਦਰ, ਔਰ ਪਾਰਟੀ ਲੀਡਰਸ਼ਿਪ ਕਿਆ ਇਸ ਨੂੰ ਪ੍ਰਵਾਨਗੀ ਦੇਗੀ, ਇਹ ਵੀ ਚਰਚਾ ਦਾ ਇੱਕ ਨਵੀਂ ਚਰਚਾ ਗੌਰਵ ਛਿੜੀ ਹੋਈ ਹੈ। ਤਾਂ ਕਿਆ ਪ੍ਰਧਾਨਗੀ ਨੂੰ ਲੈ ਕੇ ਜਾਂ ਕੋਈ ਅਜਿਹੀ ਜ਼ਿੰਮੇਵਾਰੀ ਵਿਕਰਮ ਮਜੀਠੀਆ ਦੇ ਆਉਣ ਤੋਂ ਬਾਅਦ ਕਿਆ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ, ਇਹ ਵੀ ਇੱਕ ਨਵੀਂ ਚਰਚਾ ਛਿੜੀ ਹੈ ਅਕਾਲੀ ਦਲ ਦੇ ਅੰਦਰ। ਔਰ ਪਾਰਟੀ ਨੂੰ ਮਜ਼ਬੂਤ ਕਰਨਾ, ਹੋਲਡ ਕਰਨਾ, ਪੋਲੀਟੀਕਲੀ ਰਿਵਾਈਵ ਕਰਨਾ, ਇਹ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਵਿਕਰਮ ਮਜੀਠੀਆ ਦੇ ਬਾਹਰ ਆਉਣ ਦੇ ਨਾਲ, ਜ਼ਮਾਨਤ ਤੇ ਆਉਣ ਤੋਂ ਬਾਅਦ ਕਾਫੀ ਸਿਨੈਰੀਓ ਜਿਹੜਾ ਹੈ ਉਹ ਬਦਲਦਾ ਨਜ਼ਰ ਆ ਰਿਹਾ ਹੈ ਗੌਰਵ। ਬਿਲਕੁਲ ਲਾਜ਼ਮੀ ਤੌਰ ਤੇ, ਕਿਉਂਕਿ ਇਸ ਸਮੇਂ ਅਕਾਲੀ ਦਲ ਦੇ ਸਾਹਮਣੇ ਚੁਣੌਤੀਆਂ ਦੀ ਭਰਮਾਰ ਹੈ, ਤੇ ਇਸ ਸਭ ਦੇ ਵਿਚਾਲੇ ਕਿਉਂਕਿ ਕਾਬਿਲ ਗੌਰ ਇਹ ਵੀ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲਈ ਖਬਰਾਂ ਕਿਹੋ ਜਿਹੀਆਂ ਆਈਆਂ। ਸੰਗਰੂਰ ਦੇ ਵਿੱਚ ਹਾਰ 5ਵੇਂ ਨੰਬਰ ਦੇ ਉੱਤੇ ਰਹਿਣਾ, ਉਸ ਤੋਂ ਬਾਅਦ ਜੇ ਜ਼ਿਕਰ ਅਸੀਂ ਕਰੀਏ ਤਾਂ ਮਨਪ੍ਰੀਤ ਇਆਲੀ ਦਾ
ਚੋਣਾਂ ਤੋਂ ਬਾਈਕਾਟ ਕਰਨਾ, ਪ੍ਰੇਮ ਸਿੰਘ ਚੰਦੂਮਾਜਰਾ ਦੀਆਂ ਜਿਹੜੀਆਂ ਬਾਗੀ ਸਟੇਟਮੈਂਟਸ ਨੇ, ਜਗਮੀਤ ਬਰਾੜ ਦੇ ਵੱਲੋਂ ਦਿੱਤੀਆਂ ਗਈਆਂ ਸਟੇਟਮੈਂਟਸ, ਰਵੀ ਕਰਨ ਕਾਲੋਂ ਦੇ ਘਰ ਦੇ ਵਿੱਚ ਜਾਂ ਘਰ ਪਹੁੰਚਣਾ ਤਿੰਨੇ ਲੀਡਰਾਂ ਦਾ, ਤਾਂ ਉਸ ਤਰੀਕੇ ਦੀਆਂ ਖਬਰਾਂ ਅਕਾਲੀ ਦਲ ਦੇ ਲਈ ਸਾਹਮਣੇ ਆਈਆਂ। ਤਾਂ ਲਾਜ਼ਮੀ ਤੌਰ ਤੇ ਇੱਕ ਚੁਣੌਤੀ ਵਾਲੀ ਤੇ ਲਾਜ਼ਮੀ ਤੌਰ ਤੇ ਇੱਕ ਬਹੁਤ ਵੱਡਾ ਅਕਾਲੀ ਦਲ ਦੇ ਲਈ ਟਾਸਕ ਰਿਹਾ ਹੈ ਪਿਛਲੇ ਕੁਝ ਸਮੇਂ ਦੇ ਵਿੱਚ। ਮੈਂ ਅਮਨ ਦਾ ਇੱਕ ਵਾਰ ਫਿਰ ਤੋਂ ਰੁਕ ਕਰਦਾ। ਅਮਨ, ਜੋ ਮੈਂ ਜ਼ਿਕਰ ਕਰ ਰਿਹਾ ਕਿ ਬਿਕਰਮ ਮਜੀਠੀਆ ਦੇ ਤੌਰ ਦੇ ਉੱਤੇ ਪਿਛਲੇ 1.5 ਮਹੀਨੇ ਦੇ ਵਿੱਚ ਅਕਾਲੀ ਦਲ ਦੇ ਲਈ ਇੱਕ ਤੁਸੀਂ ਕਹਿ ਸਕਦੇ ਹੋ ਸੈਲੀਬ੍ਰੇਸ਼ਨ ਦਾ ਮੌਕਾ, ਜਾਂ ਫਿਰ ਇੱਕ ਚੰਗੀ ਖਬਰ, ਇੱਕ ਲੰਬੇ ਟਾਈਮ ਤੋਂ ਕਿਤੇ ਨਾ ਕਿਤੇ ਅਕਾਲੀ ਦਲ ਅਵੇਟਡ ਸੀ ਜੋ ਹੁਣ ਹੋਇਆ ਹੈ। ਤਾਂ ਅਕਾਲੀ ਦਲ ਇਸ ਤਰੀਕੇ ਨਾਲ ਵੀ ਇਸ ਨੂੰ ਦੇਖ ਰਿਹਾ ਕਿ ਵਰਕਰਾਂ ਦੇ ਵਿੱਚ ਜਾਨ ਫੂਕਣ ਦਾ, ਵਰਕਰਾਂ ਦੇ ਵਿੱਚ ਜੋਸ਼ ਭਰਨ ਦਾ ਇੱਕ ਮੌਕਾ ਹੈ, ਜਾਂ ਫਿਰ ਬਿਕਰਮ ਮਜੀਠੀਆ ਆ ਕੇ ਕੁਝ ਨਾ ਨਵੀਂ ਰਣਨੀਤੀ ਲੈ ਕੇ ਆਉਣਗੇ ਜਿਸ ਦੇ ਨਾਲ ਅਕਾਲੀ ਦਲ ਦੇ ਵਰਕਰਾਂ ਨੂੰ ਥੋੜਾ ਬੂਸਟ ਕੀਤਾ ਜਾ ਸਕੇ। ਅਮਨ, ਬਿਲਕੁਲ ਬਿਲਕੁਲ ਗੌਰਵ, ਔਰ ਇੱਕ ਉਮੀਦ ਜ਼ਰੂਰ ਹੈਗੀ ਹੈ ਕਿ ਸਿਆਸੀ ਤੌਰ ਤੇ ਜਿਹੜੇ ਬੱਦਲ ਅਕਾਲੀ ਦਲ ਦੇ ਉੱਪਰ ਛਾਏ ਹੋਏ ਨੇ ਉਹਨਾਂ ਨੂੰ ਕਿਵੇਂ ਹਟਾਇਆ ਜਾਵੇ। ਔਰ ਇਹ ਬਿਕਰਮ ਮਜੀਠੀਆ ਦਾ, ਕਿਉਂਕਿ ਜਿਸ ਤਰੀਕੇ ਦਾ ਹੋਲਡ ਹੈ, ਸਾਬਕਾ ਮੰਤਰੀ ਰਹੇ ਨੇ, ਸਿਆਸਤ ਨੂੰ ਕਾਫੀ ਕਰੀਬ ਤੋਂ ਹੰਢਾਇਆ ਵੀ ਹੈ, ਦੇਖਿਆ ਵੀ ਹੈ, ਅਪਸ ਐਂਡ ਡਾਊਨ ਪਾਰਟੀ ਦੇ ਦੇਖੇ ਨੇ, ਔਰ ਜੋ ਸਿਆਸਤ ਦਾ, ਕਿਉਂਕਿ ਅਕਾਲੀ ਦਲ ਇਹ ਵੀ ਕਹਿ ਰਿਹਾ ਕਿ ਸ਼ਿਕਾਰ ਹੋਇਆ ਹੈ ਸਿਆਸੀ ਤੌਰ ਤੇ, ਤਾਂ ਉਹ ਵੀ ਬਿਕਰਮ ਮਜੀਠੀਆ ਹੋਏ ਨੇ, ਔਰ ਇਹ ਵੀ ਮਾਝੇ ਦਾ ਜਰਨੈਲ ਅਕਾਲੀ ਦਲ ਉਹਨਾਂ ਨੂੰ ਮੰਨ ਕੇ ਚੱਲਦਾ ਹੈ। ਔਰ ਵੱਡੀ ਗੱਲ ਇਹ ਵੀ ਹੈ ਕਿ ਯੂਥ ਜਿੱਤੇ ਨਾਲ ਹੈ, ਪੁਰਾਣੇ ਲੀਡਰ ਵੀ ਕਿਤੇ ਨਾ ਕਿਤੇ ਬਿਕਰਮ ਮਜੀਠੀਆ ਉਹਨਾਂ ਦੇ ਨਾਮ ਤੇ ਹਾਮੀ ਭਰਦੇ ਨੇ, ਨਾਲ ਲੋਕ ਚੱਲਦੇ ਨੇ। ਔਰ ਇਹ ਕਿਤੇ ਨਾ ਕਿਤੇ ਜੋ ਪਿਛਲੇ 5 ਤੋਂ 6 ਮਹੀਨੇ ਦੇ ਅੰਦਰ ਸਿਆਸੀ ਸਿਨੈਰੀਓ ਪੰਜਾਬ ਦਾ ਅਕਾਲੀ ਦਲ ਨੂੰ ਲੈ ਕੇ ਬਣਿਆ ਹੋਇਆ ਸੀਗਾ, ਉਸ ਦਾ ਇੱਕ ਸਡਨ ਚੇਂਜ ਹੈਗਾ, ਉਹ ਇੱਕ ਪਰਸੈਪਸ਼ਨ ਬਦਲਦੀ ਨਜ਼ਰ ਵੀ ਆ ਰਹੀ ਹੈ। ਇਹੀ ਕਾਰਨ ਹੈ ਕਿ ਚਰਚਾਵਾਂ ਨਵੀਆਂ ਛਿੜੀਆਂ ਨੇ ਕਿ ਅਜਿਹੇ ਕ੍ਰੂਸ਼ਲ ਟਾਈਮ ਦੇ ਅੰਦਰ, ਚਾਹੇ ਉਹ ਵਿਰਸਾ ਸਿੰਘ ਵਲਟੋਆ ਦਾ ਤੁਸੀਂ ਬਿਆਨ ਦੇਖ ਲਓ, ਉਸ ਤੋਂ ਬਾਅਦ ਜੋ ਹੱਕ 'ਚ ਦਲਜੀਤ ਸਿੰਘ ਚੀਮਾ ਦੀ ਗੱਲ ਹੋਵੇ ਕਿ ਜਿਨ੍ਹਾਂ ਨੇ ਸਾਜ਼ਿਸ਼ ਕਰਕੇ ਕੇਸ ਝੂਠਾ ਬਣਾਇਆ, ਕਈ AG DGP ਬਦਲੇ, ਤਾਂ ਉਹਨਾਂ ਅਫਸਰਾਂ ਤੇ ਉਹਨਾਂ ਸਿਆਸੀ ਲੀਡਰਾਂ ਤੇ ਵੀ ਕਾਰਵਾਈ ਜਿਹੜੀ ਹੈ ਉਹ ਹੋਵੇਗੀ, ਉਹ ਵੀ ਹੁੰਦੀ ਨਜ਼ਰ ਆਏਗੀ। ਔਰ ਇਹ ਜੋ ਇਸ ਦਾ ਖਾਮਿਆਜਾ ਕਿਤੇ ਨਾ ਕਿਤੇ ਉਹਨਾਂ ਨੂੰ ਭੁਗਤਣਾ ਪਏਗਾ। ਹਾਲਾਂਕਿ ਚੀਮਾ ਹੋਣੀ ਇਹ ਵੀ ਕਹਿ ਰਹੇ ਨੇ ਕਿ ਸਿਆਸੀ ਤੌਰ ਤੇ ਇਸ ਦਾ ਨੁਕਸਾਨ ਨਹੀਂ ਹੋਇਆ, ਪਾਰਟੀ ਅਜਿਹੇ ਇਨਸੀਡੈਂਟਸ ਦੇ ਅੰਦਰ, ਜਿਵੇਂ ਬਿਕਰਮ ਮਜੀਠੀਆ ਨੇ ਕੇਸ ਹੰਢਾਇਆ ਹੈ ਜਾਂ ਅੰਦਰ ਰਹਿ ਕੇ ਆ ਰਹੇ ਨੇ, ਤਾਂ ਉਹ ਪਾਰਟੀ ਜਿਹੜੀ ਹੈਗੀ ਹੈ ਉਹ ਮਜ਼ਬੂਤ ਹੋਈ ਹੈ, ਇਸ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ। ਔਰ ਇੱਕ ਅੱਗੇ ਚੇਂਜ ਵੀ ਜਿਹੜਾ ਹੈ ਉਹ ਨਜ਼ਰ ਆਏਗਾ, ਜਿੱਥੇ ਯੂਥ ਬਿਕਰਮ ਮਜੀਠੀਆ ਦੇ ਨਾਲ ਚੱਲਦਾ ਹੈ, ਪਾਰਟੀ ਦੇ ਕਈ ਲੀਡਰ ਜਿਹੜੇ ਨੇ ਉਹ ਬਿਕਰਮ ਮਜੀਠੀਆ ਦੇ ਨਾਮ ਤੇ ਹਾਮੀ ਭਰਦੇ ਨੇ, ਨਾਲ ਚੱਲਦੇ ਨੇ, ਤਾਂ ਇੱਕ ਚੇਂਜ ਜਿਹੜਾ ਹੈ ਉਹ ਨਜ਼ਰ ਆ ਸਕਦਾ ਹੈ। ਔਰ ਅਜਿਹੇ 'ਚ ਜਿੱਥੇ ਪਾਰਟੀ ਦਾ ਸਟਰਕਚਰ ਭੰਗ ਹੋਇਆ ਹੈ, ਪ੍ਰੇਮ ਸਿੰਘ ਚੰਦੂਮਾਜਰਾ, ਮਨਪ੍ਰੀਤ ਇਆਲੀ, ਉਹਨਾਂ ਦੇ ਬਾਗੀ ਸੁਰ, ਔਰ ਕਿਉਂਕਿ ਪੁਰਾਣੇ ਲੀਡਰ ਨੇ ਅਕਾਲੀ ਦਲ ਨੂੰ ਪੁਰਾਣਾ ਦੇਖਦੇ ਆ ਰਹੇ ਨੇ, ਤਾਂ ਉਹਨਾਂ ਦੀ ਜਿਹੜੀ ਇੱਕ ਉਮੀਦ ਹੈਗੀ ਹੈ ਕਿ ਪਾਰਟੀ 'ਚ ਬਦਲਾਵ ਹੋਵੇ, ਤਾਂ ਉਹ ਬਦਲਾਵ ਦੀ ਕਿਰਨ ਜਿਹੜੀ ਹੈਗੀ ਆ ਉਹ ਗੌਰਵ ਬਿਕਰਮ ਮਜੀਠੀਆ ਤੋਂ ਨਜ਼ਰ ਆ ਰਹੀ ਹੈ। ਬਾਕੀ ਆਉਂਦਿਆਂ ਨੂੰ ਕਿ ਕਿਹੜੀ ਸਟ੍ਰੈਟਜੀ ਹੈਗੀ, ਔਰ ਪੋਲੀਟੀਕਲੀ ਕਾਊਂਟਰ ਵੀ ਕਰਦੇ ਆਏ ਨੇ। ਅਸੀਂ ਪਿਛਲੀਆਂ ਸਰਕਾਰਾਂ 'ਚ ਦੇਖਿਆ ਕਿ ਸਿੱਧੂ ਵੇਲੇ, ਚਰਨਜੀਤ ਚੰਨੀ ਵੇਲੇ ਕਿਸ ਤਰੀਕੇ ਦੇ ਨਾਲ ਆਪਣੇ ਲਹਿਜੇ ਦੇ ਨਾਲ ਵਿਧਾਨ ਸਭਾ ਦੇ ਅੰਦਰ, ਚਾਹੇ ਉਹ ਮੁੱਦੇ ਹੋਣ, ਚਾਹੇ ਉਹ ਸਿਆਸਤ ਹੋਵੇ, ਕਿਸ ਤਰੀਕੇ ਦੇ ਨਾਲ ਲਾਜ਼ਮੀ ਤੌਰ ਤੇ ਇੱਕ ਵੱਖਰਾ ਸਟਾਈਲ ਖਾਸ ਤੌਰ ਤੇ ਬਿਕਰਮ ਮਜੀਠੀਆ ਦਾ ਨਜ਼ਰ ਆਇਆ। ਸ਼ੁਕਰੀਆ ਅਮਨ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਜੋ ਅਸੀਂ ਜ਼ਿਕਰ ਕਰ ਰਹੇ ਹਾਂ ਬਿਕਰਮ ਮਜੀਠੀਆ ਕਿ ਵਾਕਈ ਸ਼੍ਰੋਮਣੀ ਅਕਾਲੀ ਦਲ ਦੇ ਲਈ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਲਈ ਕਿਹਾ ਜਾਂਦਾ ਹੈ 1 ਤੇ 1 11, ਤਾਂ ਕਿ ਸੁਖਬੀਰ ਬਾਦਲ ਬਿਕਰਮ ਮਜੀਠੀਆ ਦੇ ਬਾਹਰ ਆਉਣ ਤੋਂ ਬਾਅਦ ਇਹ ਮਹਿਸੂਸ ਕਰਨਗੇ, ਹਰਸਿਮਰਤ ਕੌਰ ਬਾਦਲ ਇਹ ਮਹਿਸੂਸ ਕਰਨਗੇ, ਅਕਾਲੀ ਦਲ ਦੇ ਵਿੱਚ ਇਸ ਸਮੇਂ ਜੋ ਇੱਕ ਤਣਾਅ ਜਾਂ ਕਹੀਏ ਕਿ ਬਾਗੀ ਸੁਰ ਨਜ਼ਰ ਆ ਰਹੇ ਨੇ, ਕਿ ਉਹਨਾਂ ਨੂੰ ਠੱਲ ਪਾਉਣ ਦੇ ਵਿੱਚ ਬਿਕਰਮ ਮਜੀਠੀਆ ਕਾਮਯਾਬ ਹੋਣਗੇ। ਤਾਂ ਇੱਕ ਵੱਡਾ ਸਵਾਲ ਜ਼ਰੂਰ ਹੈ, ਔਰ ਚੁਣੌਤੀ ਲਾਜ਼ਮੀ ਤੌਰ ਤੇ ਅਕਾਲੀ ਦਲ ਦੇ ਲਈ ਵੀ ਹੋਏਗੀ। ਇਸ ਵੱਡੀ ਖਬਰ ਦੇ ਉੱਤੇ ਲਗਾਤਾਰ ਅਸੀਂ ਨਜ਼ਰ ਬਣਾਏ ਹੋਏ ਹਾਂ, ਔਰ ਬਿਕਰਮ ਮਜੀਠੀਆ ਕਾਗਜ਼ੀ ਕਾਰਵਾਈ ਜਿਹੜੀ ਹੁੰਦੀ ਹੈ ਅਦਾਲਤ ਦੇ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ, ਉਸ ਕਾਗਜ਼ੀ ਕਾਰਵਾਈ ਤੋਂ ਬਾਅਦ ਬਿਕਰਮ ਮਜੀਠੀਆ ਜਲਦ ਜੇਲ੍ਹ ਤੋਂ ਬਾਹਰ ਆਉਣਗੇ, ਤਾਂ ਉੱਥੋਂ ਦੀਆਂ ਸਿੱਧੀਆਂ ਤਸਵੀਰਾਂ ਵੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਪਹੁੰਚਾਈਏ। ਔਰ ਬਿਕਰਮ ਮਜੀਠੀਆ ਦੇ ਨਾਲ ਗੱਲਬਾਤ, ਉਹਨਾਂ ਦੀਆਂ ਫਰਸਟ ਸਟੇਟਮੈਂਟਸ ਜ਼ਮਾਨਤ ਮਿਲਣ ਤੋਂ ਬਾਅਦ ਦੀਆਂ ਵੀ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਤੇ ਤੁਹਾਨੂੰ ਸੁਣਨ ਨੂੰ ਮਿਲਣਗੀਆਂ। ਬਹੁਤ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਵਾਪਸ ਆਵਾਂਗੇ ਇਸ ਵੱਡੀ ਖਬਰ ਦੇ ਉੱਤੇ ਲਗਾਤਾਰ ਬਣੇ।